ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਗੁਰਦਾਸ ਕੌਰ ਜੀ ਦਾ ਔਰ ਜਸਨੂਰ ਕੌਰ ਜੀ ਦਾ, ਜਿਨ੍ਹਾਂ ਨੇ ਸ਼ਬਦ ਦੀ ਹਾਜ਼ਰੀ ਭਰੀ। ਬਹੁਤ ਅੱਛੀ ਆਪ ਜੀ ਨੂੰ ਸਿਖਲਾਈ, ਕਲਾਸੀਕਲ ਕੀਰਤਨ ਸਿੱਖ ਰਹੇ ਹੋ, ਵੈਰੀ ਨਾਈਸ। ਇਸੇ ਤਰ੍ਹਾਂ ਹੋਰ ਸਾਨੂੰ ਸਿੱਖਦੇ ਰਹਿਣਾ ਚਾਹੀਦਾ। ਤੇ ਹੁਣ ਅਸੀਂ ਅੱਜ ਦਾ ਜਿਹੜਾ ਸੈਸ਼ਨ ਹੈਗਾ ਉਹ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਜਿਹੜਾ ਗੁਰਬਾਣੀ ਦੇ ਚਾਨਣ ਵਿੱਚ ਅਖਾਣ ਜਿਹੜੇ ਚੱਲ ਰਹੇ ਸੀਗੇ, ਉਹਦੇ ਵਿੱਚ ਅਸੀਂ ਪਿਛਲੇ ਕੁਝ ਹਫ਼ਤਿਆਂ ਵਿੱਚ ਜਿਹੜੇ ਅਖਾਣ ਅਸੀਂ ਕੀਤੇ ਉਹ ਸਨ ਜਿਵੇਂ ਕਿ ਟੋਏ ਟਿੱਬੇ ਲਾਉਣਾ। ਪਿਛਲੇ ਹਫ਼ਤੇ ਅਸੀਂ ਟੋਏ ਟਿੱਬੇ ਲਾਉਣਾ ਸਮਝਿਆ। ਟੋਏ ਟਿੱਬੇ ਲਾਉਣਾ ਅਤੇ ਉਸ ਤੋਂ ਜਿਹੜਾ ਵਿਪਰੀਤ ਇਹਦਾ ਜਿਹੜਾ ਲਫ਼ਜ਼ ਬਣਦਾ ਹੈ ਉਹ ਬਣਦਾ ਹੈ ਬਿਲਕੁਲ ਸਿੱਧਾ ਰਾਹ, ਮੈਦਾਨ। ਤੇ ਅਸੀਂ ਫਰੀਦ ਜੀ ਦਾ ਸ਼ਬਦ ਵੀ ਸਮਝਿਆ ਸੀਗਾ, ਸ਼ਲੋਕ ਸਮਝਿਆ ਸੀਗਾ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ, ਅੱਗੇ ਮੂਲ ਨਾ ਆਵਸੀ, ਦੋਜ਼ਕ ਸੰਧੀ ਪਾ। ਦੋਜ਼ਕ ਦੀ ਅੱਗ ਜਿਹੜੀ ਹੈ ਉਹ ਸਾਨੂੰ ਨਹੀਂ ਲੱਗਦੀ। ਦੋਜ਼ਕ ਜਿਹੜੀ ਹੈ, ਨਰਕ, ਜਿਹੜੀ ਕਲ ਕਲ ਅਸੀਂ ਪਲ ਪਲ ਮਰ ਵੀ ਰਹੇ ਹਾਂ ਔਰ ਕਲ ਕਲ ਕਾਰਨ ਨਰਕ ਭੋਗ ਰਹੇ ਹਾਂ। ਇਸ ਕਰਕੇ ਫਰੀਦ ਜੀ ਕਹਿੰਦੇ ਨੇ ਕਿ ਆਪਣੇ ਮਨ ਨੂੰ ਮੈਦਾਨ ਕਰਨਾ ਹੈ, ਪਰ ਅਸੀਂ ਟੋਏ ਟਿੱਬੇ ਬਣਾਏ ਹੋਏ ਨੇ। ਉਹ ਟੋਏ ਟਿੱਬੇ ਜਿਹੜੇ ਹਨ ਉਹ ਕਿਸ ਤਰ੍ਹਾਂ ਨੇ? ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤਾਂ ਕੋਈ ਸਾਨੂੰ ਨਫ਼ਰਤ ਦੀ ਨਜ਼ਰ ਨਾਲ ਵੇਖ ਸਕਦਾ ਹੈ, ਕੋਈ ਮੇਰੇ ਮਜ਼ਹਬ ਤੋਂ ਚਿੜ ਕੇ ਮੇਰੇ ਤੋਂ ਪੱਖਪਾਤ ਕਰ ਸਕਦਾ ਹੈ, ਕੋਈ ਕੋੜੇ ਬੋਲ ਸਕਦਾ ਹੈ, ਕੋਈ ਗਾਲਾਂ ਦੇ ਸਕਦਾ ਹੈ। ਇਹ ਜਿਤਨੇ ਵੀ ਟੋਏ ਟਿੱਬੇ ਹਨ, ਯਾਨੀ ਕਿ ਜਿਹੜਾ ਰਸਤਾ ਹੈ ਉਹ ਪਲੇਨ ਨਹੀਂ ਹੈ, ਮੈਦਾਨ ਨਹੀਂ ਹੈ। ਬਹੁਤ ਸਾਰੇ ਉਤਾਰ ਚੜਾਵ ਹਨ, ਬਹੁਤ ਸਾਰੇ ਕੰਡੀਸ਼ਨਸ ਹਨ, ਬਹੁਤ ਸਾਰੀਆਂ ਪ੍ਰੈਜੁਡਿਸ ਮੇਰੇ ਮਾਈਂਡ ਦੇ ਵਿੱਚ ਲੱਗੀਆਂ ਹੋਈਆਂ ਹਨ, ਬਹੁਤ ਸਾਰੇ ਫਿਲਟਰਸ ਲੱਗੇ ਹੋਏ ਹਨ। ਉਹ ਫਿਲਟਰਸ ਜਿਹੜੇ ਕਿ ਮੈਂ ਸਾਲਾਂ ਬੱਧੀ ਆਪਣੀ ਪਰਸਨੈਲਿਟੀ ਦੇ ਵਿੱਚ ਜਿਵੇਂ ਜਿਵੇਂ ਮੈਨੂੰ ਐਕਸਪੀਰੀਅੰਸ ਹੁੰਦਾ ਜਾਂਦਾ ਹੈ, ਜਿਸ ਤਰ੍ਹਾਂ ਮੈਨੂੰ ਲੋਕਾਂ ਨਾਲ ਵਾਹ ਪੈਂਦਾ ਹੈ ਔਰ ਜਿਸ ਤਰ੍ਹਾਂ ਮੈਂ ਡੀਲਿੰਗ ਕਰਦਾ ਜਾਂ ਜਿਸ ਤਰ੍ਹਾਂ ਮੈਨੂੰ ਅੱਗੋਂ ਰਿਸਪੌਂਸ ਮਿਲਦਾ ਹੈ, ਤੇ ਮੈਂ ਆਪਣੇ ਕਿਰਦਾਰ ਨੂੰ ਦੂਜਿਆਂ ਦੇ ਜਿਹੜੇ ਕੀਤੇ ਗਏ ਵਤੀਰੇ ਹਨ ਉਹਨਾਂ ਦੇ ਆਧਾਰ ਤੇ ਮੈਂ ਆਪਣਾ ਕਿਰਦਾਰ ਘੜ ਲੈਂਦਾ ਹਾਂ। ਜਿਵੇਂ ਕਿਸੇ ਨੇ ਅਗਰ ਮੈਨੂੰ ਕੋੜਾ ਬੋਲਿਆ ਤੇ ਪਲਟ ਕੇ ਮੈਂ ਵੀ ਕੋੜਾ ਬੋਲਿਆ, ਜਿਹਨੂੰ ਅਸੀਂ ਕਹਿੰਦੇ ਟਿਟ ਫॉर ਟੈਟ। ਤੇ ਜੇ ਕੋਈ ਮੇਰੇ ਮਜ਼ਹਬ ਨਾਲ ਨਫ਼ਰਤ ਕਰੇ ਤੇ ਫਿਰ ਮੈਂ ਵੀ ਉਸ ਦੇ ਦੂਜੇ ਦੇ ਮਜ਼ਹਬ ਦੇ ਨਾਲ ਨਫ਼ਰਤ ਕਰਨ ਲੱਗ ਪੈਂਦਾ। ਇਹ ਨਫ਼ਰਤ ਦੀ ਜਿਹੜੀ ਅੱਗ ਹੈ, ਇਹ ਜਿਹੜੇ ਟੋਏ ਟਿੱਬੇ ਅਸੀਂ ਬਣਾਉਂਦੇ ਹਾਂ, ਕੌੜਾ ਬੋਲਦੇ ਹਾਂ, ਗਾਲਾਂ ਕੱਢਦੇ ਹਾਂ, ਪਹਿਲੇ ਗਾਲਾਂ ਸੋਚਦੇ ਹਾਂ, ਉਸ ਤੋਂ ਵੀ ਪਹਿਲੇ ਗਾਲਾਂ ਸੁਣਦੇ ਹਾਂ, ਸੁਣ ਕੇ ਉਹ ਗਾਲਾਂ ਆਪਣੇ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਇਕੱਠੀ ਕਰਦੇ ਹਾਂ। ਫਿਰ ਕਈ ਵਾਰੀ ਜਦੋਂ ਅਸੀਂ ਖਿਆਲਾਂ ਦੇ ਵਿੱਚ ਕੁਝ ਸੋਚ ਰਹੇ ਹੁੰਦੇ ਹਾਂ ਤੇ ਗਾਲ ਹੀ ਕੱਢ ਦਿੰਦੇ ਹਾਂ, ਆਪਣੇ ਸੋਚਣੀ ਦੇ ਵਿੱਚ ਹੀ ਗਾਲ। ਤੇ ਜੇ ਸੋਚਣੀ ਦੇ ਵਿੱਚ ਹੀ ਅਸੀਂ ਗਾਲ ਕੱਢਾਂਗੇ, ਸੋਚਣੀ ਦੇ ਵਿੱਚ ਹੀ ਅਗਰ ਅਸੀਂ ਕਿਸੇ ਲਈ ਮਾੜੇ ਬੋਲਾਂਗੇ, ਟੋਏ ਟਿੱਬੇ ਬਣਾ ਰਹੇ ਹਾਂ, ਮੈਦਾਨ ਕਰ ਨਹੀਂ ਪਾ ਰਹੇ। ਮੈਦਾਨ ਜਿਹੜਾ ਹੈ ਉਹ ਬਿਲਕੁਲ ਸਮਤਲ, ਬਿਲਕੁਲ ਸਿੱਧਾ ਰਾਹ, ਗਾਡੀ ਰਾਹ, ਪੱਧਰਾ ਰਾਹ, ਪਲੇਨ,
ਜਿਹੜਾ ਪਲੇਨ ਰਸਤਾ ਹੁੰਦਾ ਹੈ ਉਹਦੀ ਖਾਸੀਅਤ ਇਹ ਹੁੰਦੀ ਹੈ ਕਿ ਅਗਰ ਜਦੋਂ ਅਸੀਂ ਹਾਈਵੇ ਤੇ ਜਾਂਦੇ ਹਾਂ ਤੇ ਬਿਲਕੁਲ ਜਿਹੜੀ ਗੱਡੀ ਹੈ ਉਹ ਇਸ ਤਰ੍ਹਾਂ ਸਮੂਥ ਚੱਲਦੀ ਹੈ। ਹਾਈਵੇ ਤੇ ਚਲਾਣਾ, ਜਿਹੜੀ ਗੱਡੀ ਚੱਲ ਰਹੀ ਹੈ ਉਹ ਬਿਲਕੁਲ ਸਮੂਥ ਚਲਦੀ ਜਾ ਰਹੀ ਹੈ। ਪਰ ਅਗਰ ਇਹੀ ਆਫ ਟਰੈਕ ਕਰ ਲਓ, ਅਗਰ ਕਿਸੇ ਸਾਈਡ ਦੇ ਰਾਹ ਤੇ ਪਿੰਡਾਂ ਵਿੱਚ ਜਾਂ ਜਿੱਥੇ ਸੜਕ ਨਹੀਂ ਬਣੀ ਹੁੰਦੀ ਤਾਂ ਉੱਥੇ ਉਬੜ ਖਾਬੜ ਉੱਥੇ ਝਟਕੇ ਬਹੁਤ ਲੱਗਦੇ ਹਨ। ਔਰ ਇਹੀ ਝਟਕੇ ਜਿਹੜੇ ਨੇ ਮੈਨੂੰ ਆਪਣੀ ਨਿੱਜੀ ਜੀਵਨ ਦੇ ਅੰਦਰ ਸੁੱਖ ਅਤੇ ਚੈਨ ਨਹੀਂ ਮਾਣਨ ਦਿੰਦੇ। ਕਿ ਜਦੋਂ ਗੱਡੀ ਝਟਕਿਆਂ ਦੇ ਵਿੱਚ ਜਾ ਰਹੀ ਹੋਵੇ ਤੇ ਮੈਂ ਕੀ ਆਰਾਮ ਨਾਲ, ਚੈਨ ਨਾਲ, ਸੌਖ ਨਾਲ ਬੈਠ ਸਕਦਾ? ਬਿਲਕੁਲ ਨਹੀਂ। ਮੈਨੂੰ ਝਟਕੇ ਲੱਗਣਗੇ, ਕਦੀ ਮੇਰਾ ਮੋਢਾ ਇੱਧਰ ਜਾਏਗਾ, ਕਦੀ ਮੇਰਾ ਸਿਰ ਇੱਧਰ ਜਾਏਗਾ। ਕਿਉਂ? ਕਿਉਂਕਿ ਟੋਏ ਟਿੱਬੇ ਨੇ। ਔਰ ਫਰੀਦ ਜੀ ਇਸ ਐਗਜ਼ਾਮਪਲ ਨੂੰ ਦੇ ਰਹੇ ਨੇ ਕਿ ਇਹ ਟੋਏ ਟਿੱਬੇ ਜਿਹੜੇ ਮੈਂ ਘੜੇ ਹੋਏ ਨੇ, ਇਹ ਮਨ, ਇਹਨਾਂ ਟੋਇਆਂ ਟਿੱਬਿਆਂ ਨੂੰ ਅਗਰ ਮੈਂ ਹਟਾ ਲਵਾਂ, ਇਹਨੂੰ ਪਲੇਨ ਕਰ ਲਵਾਂ, ਤੇ ਪਲੇਨ ਰਸਤੇ ਤੇ ਫਿਰ ਬਹੁਤ ਸੌਖਾ ਹੋ ਜਾਂਦਾ ਜਰਨੀ ਕਰਨੀ। ਬਹੁਤ ਹੀ ਜਰਨੀ ਕਰਨ ਦਾ ਆਨੰਦ ਆ ਜਾਂਦਾ ਹੈ। ਪਰ ਟੋਏ ਟਿੱਬੇ ਕਾਰਨ ਜਿਹੜੇ ਮੈਂ ਆਪਣੇ ਜ਼ਿਹਨ ਦੇ ਵਿੱਚ ਨਫ਼ਰਤ ਦੇ ਬੀਜ ਬੀਜੇ ਹੋਏ ਨੇ, ਉਹਨਾਂ ਦੇ ਕਾਰਨ, ਔਰ ਜਿਹੜੀ ਮੈਂ ਦੂਜਿਆਂ ਦੇ ਨਾਲ ਡੀਲਿੰਗ ਕਰਨ ਵੇਲੇ ਮੈਨੀਪੂਲੇਸ਼ਨ ਕਰਦਾ, ਆਪਣੀ ਗੱਲ ਨੂੰ ਹਮੇਸ਼ਾ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦਾ, ਆਪਣੇ ਆਪ ਨੂੰ ਹਮੇਸ਼ਾ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ, ਔਰ ਹਮੇਸ਼ਾ ਇਹੀ ਚਾਹਨਾ ਕਿ ਪਰਿਵਾਰ ਦੇ ਵਿੱਚ, ਜਿੱਥੇ ਮੈਂ ਕੰਮ ਕਰਨ ਜਾਂਦਾ, ਬਿਜ਼ਨਸ ਨੌਕਰੀ, ਉਹਦੇ ਵਿੱਚ, ਸਮਾਜ ਅੰਦਰ ਜੋ ਮੈਂ ਕਹਿ ਦਿਆਂ ਉਹ ਸਾਰੇ ਲੋਕੀ ਮੰਨਣ। ਸੋ ਮੇਰੀ ਮੈਨੂਪਲੇਟਿਵ ਥਾਟਸ, ਮੇਰਾ ਜਿਹੜਾ ਵਿਤਕਰਾ ਕਰਨਾ ਮਜ਼ਹਬ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ ਦੇ ਨਾਮ ਤੇ, ਇਹ ਮਜ਼ਹਬਾਂ ਦੇ ਵਿਤਕਰੇ, ਇਹ ਜਿਹੜੇ ਲਿੰਗ ਦੇ ਭੇਦ, ਫੈਮਿਨਿਜ਼ਮ, ਮੈਸਕੁਲਿਨਿਜ਼ਮ, ਔਰ ਇਸ ਤੋਂ ਇਲਾਵਾ ਅਮੀਰ ਗਰੀਬ ਦਾ ਵਿਤਕਰਾ, ਇਹ ਸਾਰੇ ਟੋਏ ਟਿੱਬੇ ਨੇ। ਇਹ ਜਿਹੜੀ ਮੇਰੀ ਮੈਨੂਪੂਲੇਸ਼ਨ ਹੈ, ਜਿਹੜੀ ਮੇਰੀ ਨਫ਼ਰਤ ਹੈ, ਇਹ ਜਿਹੜੇ ਮੇਰੇ ਕੌੜੇ ਬੋਲ ਨਿਕਲ ਜਾਂਦੇ ਨੇ, ਜਿਹੜੇ ਮੇਰੇ ਵਿਵਹਾਰ ਦੇ ਵਿੱਚ ਗਾਲਾਂ ਨੇ, ਇਹ ਗਾਲਾਂ, ਇਹ ਮੇਰਾ ਜਿਹੜਾ ਵਤੀਰਾ ਟੋਏ ਟਿੱਬੇ ਵਾਲਾ, ਐਸੇ ਨੂੰ ਹੀ ਨਰਕੀ ਜੀਵਨ ਕਹਿੰਦੇ ਨੇ। ਇੱਕ ਹੈ ਨਰਕ ਤੇ ਇੱਕ ਹੈ ਸਵਰਗ। ਸਵਰਗ ਦੀ ਮੈਂ ਹੁਣੇ ਡਿਕਸ਼ਨਰੀ ਦੇ ਵਿੱਚ ਵੈਸੇ ਮੀਨਿੰਗ ਦੇਖ ਰਿਹਾ ਸੀਗਾ, ਤੇ ਉਹਦੇ ਚ ਲਿਖਿਆ ਸੀ ਕਿ ਸਵਰਗ ਹੈ ਉਹ ਸਥਾਨ ਜਦੋਂ ਮੌਤ ਉਪਰੰਤ ਜਿਹੜੇ ਧਰਮੀ ਮਨੁੱਖ ਹੁੰਦੇ ਨੇ ਉਹ ਉੱਥੇ ਜਾ ਕੇ ਉਹਨਾਂ ਦਾ ਵਾਸ ਹੋ ਜਾਂਦਾ ਹੈ। ਤਾਂ ਇਹਨੂੰ ਅਸੀਂ ਅਗਰ ਗੁਰਬਾਣੀ ਦੀ ਨਜ਼ਰ ਨਾਲ ਦੇਖੀਏ ਤਾਂ ਜਿਹੜਾ ਵੀ ਧਰਮ ਦੇ ਰਾਹ ਤੇ, ਪੱਧਰੇ ਰਾਹ ਤੇ, ਮੈਦਾਨੀ ਇਲਾਕੇ ਦੇ ਵਿੱਚ ਸਮੂਥ ਜਰਨੀ ਕਰਦਾ ਹੈ ਨਾ, ਜਿਹਦੇ ਰਾਹ ਦੇ ਵਿੱਚ ਕੋਈ ਟੋਏ ਟਿੱਬੇ ਨਹੀਂ ਹੁੰਦੇ ਨਾ, ਉਹ ਦਰਅਸਲ ਪਹਿਲੇ ਆਪਣੇ ਆਪ ਨੂੰ ਉਹ ਮਾਰਦਾ ਹੈ। ਉਹ ਆਪਣੀ ਹਾਉ ਨੂੰ ਮਾਰਦਾ ਹੈ, ਆਪਣੇ ਵਿਕਾਰਾਂ ਨੂੰ ਮਾਰਦਾ ਹੈ, ਆਪਣੇ ਨੈਗੇਟਿਵ ਕਰੈਕਟਰ ਨੂੰ ਮਾਰਦਾ ਹੈ। ਮਾਰ ਕੇ ਜਦੋਂ ਉਸਦੀ ਮੌਤ ਹੋ ਜਾਂਦੀ ਹੈ ਤਾਂ ਜਿਹੜਾ ਕਿਰਦਾਰ ਬਣਦਾ ਹੈ ਜਿਉਂਦੇ ਜੀ, ਉਹ ਜਿਹੜਾ ਪੱਧਰਾ ਰਾਹ ਬਣ ਜਾਂਦਾ ਹੈ, ਜਿਹਦੇ ਵਿੱਚ ਟੋਏ ਟਿੱਬੇ ਨਹੀਂ ਹਨ, ਜਿਹਦੇ ਵਿੱਚ ਪਲੇਨ ਰਾਹ, ਮੈਦਾਨੀ ਇਲਾਕਾ ਹੈ, ਜਿਹਦੇ ਵਿੱਚ ਕੋਈ ਰੁਕਾਵਟ ਨਹੀਂ ਹੈ, ਕੋਈ ਖੱਡਾ ਨਹੀਂ ਹੈ, ਕੋਈ ਝਟਕਾ ਨਹੀਂ ਹੈ। ਉਹ ਵਾਲਾ ਰਾਹ, ਉਹ ਵਾਲੀ ਅਵਸਥਾ ਮਾਣ ਸਕਦਾ ਹੈ, ਤੇ ਉਹੀ ਸਵਰਗ ਹੈ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ, ਅੱਗੇ ਮੂਲ ਨਾ ਆਵਸੀ, ਦੋਜ਼ਖ ਸੰਧੀ ਪਾ। ਸੋ ਇਹ ਅਸੀਂ ਪਿਛਲੀ ਕਲਾਸ ਦੇ ਵਿੱਚ ਸਮਝ ਚੁੱਕੇ ਹਾਂ, ਔਰ ਅਰਵਿੰਦਰ ਭੈਣ ਜੀ ਨੇ ਬੜਾ ਸੋਹਣਾ ਐਗਜ਼ਾਮਪਲ ਦਿੱਤਾ ਸੀਗਾ ਕਿ ਅਸੀਂ ਅਗਰ ਨੀਵੀਂ ਜ਼ਾਤ ਵਾਲੇ ਲੋਕ ਜਿਹੜੇ ਹੈਗੇ ਨੇ, ਜਿਹੜੇ ਅਸੀਂ ਕਹਿੰਦੇ ਹਾਂ ਨੀਵੀਂ ਜ਼ਾਤ, ਹੈਗੇ ਨਹੀਂ ਨੇ, ਇਸ
ਸੰਸਾਰ ਦੇ ਵਿੱਚ ਕੋਈ ਵੀ ਨੀਵੀਂ ਜ਼ਾਤ ਦਾ ਨਹੀਂ, ਪਰ ਮੈਂ ਨੀਵੀਂ ਜ਼ਾਤ ਦਾ ਬਣ ਸਕਦਾ ਅਗਰ ਮੈਂ ਟੋਏ ਟਿੱਬੇ ਬਣਾਏ ਹੋਏ ਨੇ, ਅਗਰ ਮੈਂ ਮਜ਼ਹਬੀ ਵਿਤਕਰਾ ਕਰਦਾ। ਤੇ ਉਹਨਾਂ ਨੇ ਬੜਾ ਸੋਹਣਾ ਐਗਜ਼ਾਮਪਲ ਦਿੱਤਾ ਕਿ ਅਗਰ ਜਿਹੜੇ ਸਾਡੇ ਸਬਜ਼ੀ ਵੇਚਣ ਵਾਲੇ ਆਉਂਦੇ ਨੇ, ਕੋਈ ਮੋਚੀ ਹੈ, ਕੋਈ ਸਫਾਈ ਕਰਨ ਵਾਲਾ ਆਉਂਦਾ ਹੈ, ਉਹਨਾਂ ਨੂੰ ਅਸੀਂ ਉਹਨਾਂ ਦੇ ਨਾਂ ਤੋਂ ਮੁਖਾਤਿਬ ਕਰੀਏ, ਉਹਨਾਂ ਦਾ ਨਾਂ ਸਾਨੂੰ ਪਤਾ ਹੋਵੇ, ਹਮੇਸ਼ਾ ਉਹਨੂੰ ਕਿਸੇ ਹੋਰ ਨੀਵੇਂ ਨਾਮ ਤੋਂ ਅਸੀਂ ਕਿਉਂ ਬੁਲਾਈਏ? ਜਿਹੜਾ ਨਾਂ ਉਹਨਾਂ ਦੇ ਮਾਪਿਓ ਨੇ ਉਹਨਾਂ ਨੂੰ ਦਿੱਤਾ ਹੈ, ਉਸ ਨਾਂ ਤੋਂ ਹੀ ਉਹਨਾਂ ਨੂੰ ਮੁਖਾਤਿਬ ਕਰੀਏ। ਸੋ ਆਓ, ਇਸੇ ਤਰ੍ਹਾਂ ਹੀ ਜਿਹੜੀ ਸ਼ੇਅਰਿੰਗਸ ਹੁੰਦੀਆਂ ਨੇ, ਇਹ ਬੜੀਆਂ ਕੰਮ ਦੀਆਂ ਨੇ। ਮੈਨੂੰ ਤੇ ਬਹੁਤ ਲਾਈਫ ਟਾਈਮ ਲੈਸਨਸ ਨੇ ਜਿਹੜੇ ਜ਼ੂਮ ਸੈਸ਼ਨ ਦੇ ਵਿੱਚ ਆ ਕੇ ਮੈਨੂੰ ਮਿਲਦੇ ਨੇ। ਤੇ ਹੋਰ ਜਿਤਨੇ ਵੀ ਆਪ ਸਾਰੇ ਆਉਂਦੇ ਹੋ, ਕੋਸ਼ਿਸ਼ ਕਰੀਏ ਕਿ ਕੁਝ ਨਾ ਕੁਝ ਸ਼ੇਅਰਿੰਗ ਕਰੀਏ, ਆਪਣੇ ਲਾਈਫ ਐਕਸਪੀਰੀਐਂਸਿਸ ਸ਼ੇਅਰ ਕਰੀਏ। ਜੋ ਅਸੀਂ ਸਿੱਖ ਕੇ ਜਾ ਰਹੇ ਹਾਂ, ਅਸੀਂ ਇੰਪਲੀਮੈਂਟ ਕਰ ਰਹੇ ਹਾਂ, ਉਹਦੀ ਸ਼ੇਅਰਿੰਗ ਕਰੀਏ। ਕੋਈ ਗੁਰਬਾਣੀ ਦੀ ਅਗਰ ਸਟੱਡੀ ਕਰ ਰਿਹਾ ਤਾਂ ਉਹਨੂੰ ਸ਼ੇਅਰ ਕਰੀਏ। ਸੋ ਵੀਰ ਜੀ ਹਾਜ਼ਰ ਨੇ ਔਰ ਵੀਰ ਜੀ ਅੱਜ ਦਾ ਟੌਪਿਕ ਲੈਣਗੇ। ਸੋ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ का खालसा, वाहिगुरु जी की फतेह। नमस्कार, अस्सलाम वालेकुम, गुड मॉर्निंग, गुड इवनिंग। ਤੁਹਾਡਾ ਸਭ ਦਾ ਧੰਨਵਾਦ ਹੈ। ਤੇਜਵੀਰ ਦੀ ਬੇਟੀ ਔਰ ਮਨਮੀਤ ਵੀਰ ਜੀ ਦੀ ਬੇਟੀ ਦੋਵਾਂ ਨੇ, ਇਹਨਾਂ ਦੋਨੋਂ ਬੱਚੀਆਂ ਨੇ ਬੜਾ ਸੋਹਣਾ ਸ਼ਬਦ ਗਾਇਆ ਤੇ ਮੈਨੂੰ ਖੁਸ਼ੀ ਹੈ ਕਿ ਬੱਚੇ ਵੀ ਸਿੱਖ ਰਹੇ ਨੇ। ਔਰ ਇਹਨਾਂ ਦੇ ਘਰ ਵੈਸੇ ਹੀ ਮਿਊਜ਼ਿਕ ਦਾ ਬੋਲਬਾਲਾ ਕੀਰਤਨ ਦਾ ਜ਼ਿਆਦਾ ਰਹਿੰਦਾ ਹੀ ਹੈ। ਤੇਜਵੀਰ ਨੂੰ ਸਾਰੀ ਦੁਨੀਆ ਜਾਣਦੀ ਹੈ ਤੇ ਇਹਨਾਂ ਦੇ ਦੋਨੋਂ ਭਰਾ ਵੀ, ਮਨਮੀਤ ਜੀ ਔਰ ਜਿਹੜੇ ਆਸਟ੍ਰੇਲੀਆ ਭਰਾ ਜੀ ਨੇ, ਇਹਨਾਂ ਦੋਵਾਂ ਦੇ ਨਾਲ ਪਾਪਾ ਮੰਮੀ ਸਭ ਕੀਰਤਨ ਕਰਦੇ ਨੇ। ਘਰ ਦਾ ਮਾਹੌਲ ਸੋ ਡੇ ਬਾਈ ਡੇ ਬਾਣੀ ਦੀਆਂ ਵਿਚਾਰਾਂ ਵੀ ਤੇਜਵੀਰ ਜੀ ਕਰਦੇ ਨੇ, ਕੈਰੀ ਔਨ। ਤੇ ਪੁਸ਼ਪਿੰਦਰ ਜੀ, ਤੁਹਾਡਾ ਥੈਂਕ ਯੂ ਹੈ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰਵਾਇਆ। ਤੇ ਜਿਸ ਤਰ੍ਹਾਂ ਹਰ ਵਾਰੀ ਸੰਗਤਾਂ ਸ਼ੇਅਰ ਕਰਦੀਆਂ, ਸਭ ਦੀ ਸ਼ੇਅਰਿੰਗ ਲਵੋ। ਜਿਸ ਤਰ੍ਹਾਂ ਹੁਣੇ ਤੁਸੀਂ ਅਰਵਿੰਦਰ ਭੈਣ ਜੀ ਦਾ ਕੋਟ ਕੀਤਾ, ਉਹਨਾਂ ਦਾ ਬਹੁਤ ਹੀ ਕੀਮਤੀ ਪੁਆਇੰਟ। ਤੇ ਨਾਲ ਸਾਡੇ ਨਾਲ ਐਕਸਪਰਟ ਵਿੰਦਰੀ ਭੂਆ ਜੀ ਤੇ ਹੁੰਦੇ ਹੀ ਨੇ। ਕੌਣ ਬਣੇਗਾ ਕਰੋੜਪਤੀ ਚ ਇੱਕ ਐਕਸਪਰਟ ਹੁੰਦਾ ਹੈ ਨਾ, ਜਿਹੜਾ ਆਨਸਰ ਕਰਦਾ ਸਭ ਤੋਂ ਡਿਫਿਕਲਟ ਕੁਐਸਚਨ। ਸੋ ਵਿੰਦਰੀ ਭੂਆ ਜੀ ਦਾ ਸਾਡਾ ਸਾਥ ਦੇ ਰਹੇ ਨੇ, ਸਭ ਦਾ ਸਭ ਨੂੰ ਉਹ ਬੈਨੀਫਿਟ ਹੈ ਹੀ ਹੈ। ਬਾਕੀ ਸਾਰੀ ਦੁਨੀਆ 'ਚ ਬੱਚਿਆਂ ਨੂੰ ਜਿਹੜੀ ਪੜ੍ਹਾ ਰਹੀ ਹੈ ਰਿੰਪਲ ਭੈਣ, ਉਹ ਵੀ ਸਾਡੇ ਨਾਲ ਹੈ। ਤੇ ਤੁਸੀਂ ਸਾਰੇ ਇਸ ਨੂੰ ਬਹੁਤ ਸੋਹਣਾ ਨਿਭਾ ਰਹੇ ਹੋ। ਸੋ ਪੁਸ਼ਪਿੰਦਰ ਜੀ, ਤੁਸੀਂ, ਜੁਝਾਰ, ਦਲਵਿੰਦਰ, ਅਮਨ ਔਰ ਹਰਪ੍ਰੀਤ, ਤੁਸੀਂ ਸਾਰੇ ਰਲ ਕੇ ਇਹ ਕੋਸ਼ਿਸ਼ ਕਰਦੇ ਹੋ, ਕੈਰੀ ਔਨ। ਤੇ ਸਾਡੇ ਪ੍ਰੋਗਰਾਮ ਨੂੰ ਅੱਗੇ ਤੋਰਨ ਵਾਸਤੇ ਅਸੀਂ ਪਿੱਛੇ ਜਿਹੜਾ ਸਾਡੀ ਇਹ ਪੁਸਤਕ ਹਰ ਵਾਰੀ ਮੈਂ ਇਸ ਕਰਕੇ ਦੱਸਣਾ ਚਾਹੁੰਦਾ, ਲਿਵਿੰਗ ਟ੍ਰੈਜਰ ਦੀ ਇਹ ਪੁਸਤਕ, ਤਾਂ ਕਿ ਕੋਈ ਵੀ ਨਵਾਂ ਸੱਜਣ ਆਇਆ, ਇਹਦਾ ਨਾਂ ਹੈ ਗੁਰਬਾਣੀ ਦੇ ਚਾਨਣ ਵਿੱਚ ਅਖਾਣ। ਇਹਦੇ 'ਚ 100 ਪੁਆਇੰਟਸ, ਈਡੀਅਮਸ, ਫਰੇਜ਼ਿਸ, ਮੈਟਾਫਰਸ ਅਸੀਂ ਸਾਂਝ ਕੀਤੇ ਨੇ। ਤੇ ਲਿਵਿੰਗ ਟ੍ਰੈਜਰ ਦੀਆਂ ਜਿਤਨੀਆਂ ਵੀ ਪੁਸਤਕਾਂ ਹੁੰਦੀਆਂ ਉਹ ਐਜ਼ ਪਰ ਦਾ ਏਜ ਗਰੁੱਪ, ਜੀਵਨ ਜਾਚ ਗਰੁੱਪ ਜਿਹੜਾ ਬੰਬੇ ਤੋਂ ਹੈ, ਰਿੰਪਲ ਭੈਣ ਜੀ ਔਰ ਜਸਮੀਤ ਵੀਰ ਜੀ ਚਲਾਉਂਦੇ ਨੇ। ਇਹ ਸਾਰੀ ਦੁਨੀਆ ਵਿੱਚ ਹਰ ਏਜ ਗਰੁੱਪ ਦੇ ਬੱਚਿਆਂ ਨੂੰ ਇਹ ਸਾਰੀਆਂ ਪੁਸਤਕਾਂ ਲਿਵਿੰਗ ਟ੍ਰੈਜਰ ਆਫਿਸ ਤੋਂ ਮੰਗਾ ਕੇ ਵੰਡਦੇ ਨੇ। ਤੇ ਵੱਡੇ ਵੀ ਪੜ੍ਹਦੇ ਨੇ, ਛੋਟੇ ਵੀ ਪੜ੍ਹਦੇ ਨੇ। ਤੇ ਇਸ ਤਰੀਕੇ ਦੇ ਨਾਲ ਇਸ ਮੈਸੇਜ ਨੂੰ ਅੱਗੇ ਸਪਰੈਡ ਕਰਦੇ ਨੇ। ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਸ ਦੀਆਂ ਟਰਮਸ ਨੂੰ ਸਿਰਫ ਇਸ ਤਰ੍ਹਾਂ ਰੀਡਿੰਗ ਦੇ ਬਦਲੇ ਅਸੀਂ ਉਸਨੂੰ ਐਪਲੀਕੇਬਲ ਅਰਥਾਂ ਨਾਲ ਆਪਣੇ ਆਪ ਨੂੰ ਸਮਝਣ ਦਾ ਯਤਨ ਕਰੀਏ। ਤੇ the more we discuss these terms to apply in our day-to-day life, the more we are able to understand Gurbani. And after understanding Gurbani, we gain a lot of wisdom and we are inspired to improve ourselves. ਇਸ ਕਰਕੇ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ, ਇਹ ਪ੍ਰੋਗਰਾਮ ਸਾਰੀ ਦੁਨੀਆ ਨਾਲੋਂ ਅਲੱਗ ਲੱਗਦਾ ਹੈ, ਕਿਉਂਕਿ ਅਸੀਂ ਦੇ ਵਿਚਕਾਰ ਕੋਈ ਰੱਬ ਜੀ ਦੀ ਪੂਜਾ ਬਾਰੇ, ਕੋਈ ਰੱਬ ਜੀ ਦੇ ਰਿਚੁਅਲਸ ਬਾਰੇ, ਕੋਈ ਕਰਮ ਕਾਂਡ ਬਾਰੇ, ਕੋਈ ਧਰਮ ਦੇ ਡੂਜ਼ ਡੋਂਟਸ ਬਾਰੇ ਤੇ ਗੱਲ ਕਰਦੇ ਨਹੀਂ ਆ।
इस करके साडा प्रोग्राम होंदा मुख्तलिफ है, डिफरेंट फ्रॉम ऑल होंदा है, लेकिन ਅਸੀਂ ਆਪਣਾ ਜੀਵਨ ਕਿਸ ਤਰ੍ਹਾਂ ਸੁਧਾਰਨਾ ਹੈ ਬਸ ਇਹੀ ਸਿੱਖਦੇ ਹਾਂ। ਤੇ ਸਭ ਤੋਂ ਪਹਿਲਾ ਪੁਆਇੰਟ ਇਹ ਸਿੱਖਦੇ ਹਾਂ ਕਿ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸੋ ਅਸੀਂ ਇਸ ਪੁਆਇੰਟ ਨੂੰ ਹੀ ਆਪਣੇ ਜੀਵਨ ਵਿੱਚ ਅਪਲਾਈ ਕਰਨਾ ਹੈ ਕਿ ਮੈਂ ਕਿਸੇ ਨੂੰ ਨਹੀਂ ਸਵਾਰਨਾ ਹੈ, ਮੈਂ ਕਿਸੇ ਨੂੰ ਠੀਕ ਨਹੀਂ ਕਰਨਾ ਹੈ, ਤੇ ਮੈਂ ਕਿਸੇ ਨੂੰ ਠੀਕ ਕਰ ਵੀ ਨਹੀਂ ਸਕਦਾ। ਜੇ ਇਹ ਤਿੰਨ ਗੱਲਾਂ ਸਮਝ ਆ ਜਾਣ ਨਾ ਤਾਂ ਫਿਰ ਸਾਡੇ ਤੇ ਅਪਲਾਈ ਹੋਣਾ ਸ਼ੁਰੂ ਹੋ ਜਾਏਗਾ ਕਿ ਮੈਂ ਸਿੱਖ ਕੇ ਆਪ ਸਮਝਣਾ ਹੈ। ਬਸ ਸਮਝ ਕੇ ਐਕਸਪਲੇਨੇਸ਼ਨ ਵਾਸਤੇ, ਦੂਜਿਆਂ ਨੂੰ ਸੁਣਾਉਣ ਵਾਸਤੇ ਨਹੀਂ ਸਮਝਣਾ ਹੈ। ਸਮਝ ਕੇ ਸੁਣਿਆ, ਮੰਨਿਆ, ਮਨ ਕੀਤਾ ਭਾਉ, ਪਿਆਰ ਦੇ ਨਾਲ, ਪੈਸ਼ਨ ਦੇ ਨਾਲ, ਨਮਰਤਾ ਦੇ ਨਾਲ ਮੈਂ ਉਹਨੂੰ ਆਪਣੇ ਜੀਵਨ ਵਿੱਚ ਅਪਲਾਈ ਕਰਕੇ ਉਸ ਨੂੰ ਫਿਰ ਰੈਲਿਸ਼ ਕਰਨਾ ਹੈ। ਰੈਲਿਸ਼ ਕਰਨ ਦਾ ਕੀ ਮਤਲਬ ਹੋਇਆ? ਰੈਲਿਸ਼ ਕਰਨ ਦਾ ਮਤਲਬ ਹੋਇਆ, ਫਰਜ਼ ਕਰੋ ਮੈਂ ਮਿੱਠਾ ਬੋਲਣਾ ਸਿੱਖ ਰਿਹਾ, ਪਰ ਲੋਕੀ ਮੇਰੇ ਨਾਲ ਮਿੱਠਾ ਨਾ ਬੋਲਣ, ਤਾਂ ਫਿਰ ਮੈਂ ਜੇ ਇਹ ਕਹਾਂ ਕਿ ਉਹ ਮਿੱਠਾ ਬੋਲਣ ਦੇ ਨਾਲ ਦੂਜਾ ਟੇਕ ਇਟ ਗ੍ਰਾਂਟਿਡ ਲੈ ਲੈਂਦਾ ਹੈ, ਮਿੱਠਾ ਬੋਲਣ ਦੇ ਨਾਲ ਦੂਜਾ ਸਿਰ ਤੇ ਚੜ ਜਾਂਦਾ ਹੈ, ਮਿੱਠਾ ਬੋਲਣ ਦੇ ਨਾਲ ਦੂਸਰੇ ਮੈਨੂੰ ਮਿਸਯੂਜ਼ ਕਰਦੇ ਨੇ, ਇਸ ਕਰਕੇ ਕੌੜਾ ਬੋਲਣਾ ਪੈਂਦਾ ਹੈ। ਤਾਂ ਇਹਦਾ ਮਤਲਬ ਮੈਂ ਜਿਹੜਾ ਮਿੱਠਾ ਬੋਲਦਾ ਮੈਸੇਜ ਸਿੱਖ ਰਿਹਾ ਸੀ ਉਹ ਮੈਂ ਅਪਲਾਈ ਨਹੀਂ ਕਰਨਾ ਚਾਹੁੰਦਾ। ਮਾਨੋ ਮੈਂ ਅਪਲਾਈ ਕਰਨ ਤੋਂ ਬਾਅਦ ਉਸਨੂੰ ਰੈਲਿਸ਼ ਨਹੀਂ ਕਰ ਰਿਹਾ, ਤਾਂ ਵੀ ਉਹ ਇਹੀ ਕਹਿਲਾਏਗਾ ਕਿ ਮੈਂ ਉਸਨੂੰ ਮਨ ਕਰਕੇ ਅਪਲਾਈ ਨਹੀਂ ਕਰ ਰਿਹਾ। ਹੋਰ ਅਸੀਂ ਇੰਝ ਬਣਾ ਲੈਂਦੇ ਹਾਂ ਕਿ ਜੇ ਮੈਂ ਨਮਰਤਾ ਸਿੱਖ ਰਿਹਾ ਹਾਂ, ਜਿਉਂ-ਜਿਉਂ ਮੈਂ ਨਮਰਤਾ ਕਰਦਾ ਹਾਂ ਦੂਸਰੇ ਮੇਰਾ ਮਿਸਯੂਜ਼ ਕਰਦੇ ਨੇ, ਜਿਉਂ-ਜਿਉਂ ਮੈਂ ਨਮਰਤਾ ਕਰਦਾ ਹਾਂ ਦੂਸਰੇ ਮੇਰੇ ਸਿਰ ਤੇ ਚੜ ਜਾਂਦੇ ਨੇ, ਜਿਉਂ-ਜਿਉਂ ਮੈਂ ਨਮਰਤਾ ਹੰਬਲਨੈਸ ਹੀ ਚਾਹੁੰਦਾ ਦੂਸਰੇ ਮੈਨੂੰ ਡੋਮੀਨੇਟ ਕਰਦੇ ਨੇ। ਇਹਦਾ ਮਤਲਬ ਮੈਂ ਨਮਰਤਾ ਦਾ ਗੁਣ ਵੀ ਫੋਲੋ ਕਰ ਰਿਹਾ ਹਾਂ ਫॉर द ਹੈਕ ਆਫ ਸ਼ੋਇੰਗ ਔਰ ਟਾਕਿੰਗ। ਜੇ ਮੈਂ ਹੰਬਲਨੈਸ ਨੂੰ ਟਰੂਲੀ ਫੋਲੋ ਕਰਾਂਗਾ ਤਾਂ ਮਾਨੋ ਮੈਂ ਉਹ ਵਾਲੀ ਕੀੜੀ ਹਾਂ ਜਿਸ ਕੀੜੀ ਅੱਗੇ ਅਸੀਂ ਰਾਈ ਦਾ ਜਾਂ ਚੀਨੀ ਦਾ ਇੱਕ ਦਾਣਾ ਪਾਈਏ ਨਾ ਤਾਂ ਉਹ ਪੂਰਾ ਦਾਣਾ ਖਾਣ ਵਿੱਚ ਕੀੜੀ ਨੂੰ ਸਾਡੇ ਸਾਹਮਣੇ ਹਫਤਾ ਲੱਗ ਜਾਏਗਾ, ਲੇਕਿਨ ਕੀੜੀ ਚੀਨੀ ਦਾ ਇੱਕ ਦਾਣਾ ਖਾਣ ਦੀ ਬਜਾਏ ਪੂਰਾ ਪਹਾੜ ਖਾ ਜਾਂਦੀ ਹੈ। ਪੂਰਾ ਪਹਾੜ, ਪਹਾੜ ਨੂੰ ਕਹਿੰਦੇ ਨੇ ਹੰਕਾਰ। ਕੀਟੀ ਪਰਬਤ ਖਾਇਆ। ਸੋ ਅਸੀਂ ਆਪਣੇ ਜੀਵਨ ਵਿੱਚ ਉਹ ਵਾਲੀ ਕੀੜੀ ਬਣਨਾ ਹੈ, ਨਮਰਤਾ ਰੱਖਣੀ ਹੈ। ਹਾਈਟ ਆਫ ਨਮਰਤਾ ਰੱਖਾਂਗੇ ਤਾਂ ਅਨਕੰਡੀਸ਼ਨਲ ਹੋਏਗੀ, ਅਨਲਿਮਿਟਿਡ ਹੋਏਗੀ। ਉਹਨੂੰ ਕਹਿੰਦੇ ਨੇ ਭਾਖਿਆ ਭਾਉ ਅਪਾਰ, ਵਰਨਾ ਅਪਾਖਿਆ ਕਾ ਗੁੱਠਾ ਬੱਕਰਾ ਖਾਣਾ। ਇਹ ਵੈਜ ਔਰ ਨॉन ਵੈਜ ਦੀ ਗੱਲ ਨਹੀਂ ਚੱਲ ਰਹੀ। ਮੈਂ ਅਪਾਖਿਆ ਮਤਲਬ ਈਵਲ ਥਾਟਸ ਵਾਲੀ ਬੋਲਣ ਦੀ, ਮੰਦੀ ਬੋਲੀ ਦਾ ਭੋਜਨ ਖਾਂਦਾ ਹਾਂ। ਮੰਦੀ ਬੋਲੀ ਦੀਆਂ, ਜਿਸ ਤਰ੍ਹਾਂ ਤੁਸੀਂ ਉਹਨੇ ਪੁਸ਼ਪਿੰਦਰ ਜੀ ਦੱਸ ਰਹੇ ਸੀ ਨਾ, ਗਾਲਾਂ ਅੰਦਰ ਇਕੱਠੀਆਂ ਕਰਦਾ ਹਾਂ ਮੈਂ, ਉਹਨਾਂ ਨੂੰ ਖਾ ਖਾ ਕੇ ਹਜਮ ਕਰਦਾ ਹਾਂ। ਫਿਰ ਮੇਰਾ ਅੰਗ ਅੰਗ ਰੋਮ ਰੋਮ, ਮੇਰੀ ਬੋਡੀ ਲੈਂਗੁਏਜ ਵਿੱਚ ਵੀ ਮੈਂ ਭੈੜੇ ਬੋਲ ਬੋਲਦਾ ਹਾਂ, ਬੋਡੀ ਲੈਂਗੁਏਜ ਵਿੱਚ ਵੀ ਮੈਂ ਇਗਨੋਰੈਂਟ ਹੋ ਜਾਂਦਾ ਹਾਂ, ਬੋਡੀ ਲੈਂਗੁਏਜ ਵਿੱਚ ਵੀ ਮੈਂ ਸ਼ੋਅ ਕਰਦਾ ਹਾਂ ਮੈਂ ਤੁਹਾਡੇ ਨਾਲ ਰੁੱਸਿਆ ਹੋਇਆ, ਜਾਓ ਮੈਂ ਨਹੀਂ ਤੁਮਸੇ ਬੋਲਤਾ, ਹੈ ਨਾ। ਇੱਥੋਂ ਭਾਵੇਂ ਨਾ ਬੋਲੀਏ, ਲੇਕਿਨ ਜਦੋਂ ਇੱਥੋਂ ਬੋਲਦੇ ਹਾਂ ਤਾਂ ਮੈਨੂੰ ਬੈਂਕਾਕ ਵਾਲੇ ਮੰਮੀ ਜੀ ਸੀ ਨਾ ਜਿਹੜੇ ਪ੍ਰਕਾਸ਼ ਕੌਰ ਜੀ, ਉਹਨਾਂ ਦੀ ਆਪਣੀ ਜਿਹੜੀ ਪਰਸਨਲ ਡਾਇਰੀ ਸੀ ਉਹਦੇ ਵਿੱਚ ਇੱਕ ਲਿਖਿਆ ਸੈਂਟੈਂਸ ਅਚਾਨਕ ਯਾਦ ਆ ਗਿਆ। ਉਹ ਕਹਿੰਦੇ, ਉਹ ਸੈਂਟੈਂਸ ਲਿਖੇ ਚ ਕਹਿੰਦੇ, ਜਿਹੜੀ ਸਾਡੀ ਪੁਸਤਕ ਹੈ ਨਾ ਸਭ ਤੋਂ ਪਹਿਲੀ ਹੰਝੂਆਂ ਦੀ ਯਾਦ ਉਹਨਾਂ ਦੇ ਵਿਛੋੜੇ ਤੋਂ ਬਾਅਦ, ਅਸੀਂ ਉਸ ਪੁਸਤਕ ਵਿੱਚ ਉਹ ਸ਼ਾਇਦ ਪੁਆਇੰਟ ਲਿਖਿਆ ਵੀ ਹੋਇਆ ਹੈ ਕਿ ਇਨਸਾਨ ਦੀ ਜ਼ਬਾਨ ਉਸ ਦੀ ਦੁਕਾਨ ਦਾ ਦਰਵਾਜ਼ਾ ਹੈ।
इंसान दी बोली ओदे हिरदे दी शॉप दा डोर है। इंसान दी लैंग्वेज बोली बोलन दा ढंग ओदे हिरदे दी दुकान दी विंडो है, शोकेस है। हुण जदों ओ बोलेगा, बोलन तो बाद पता लग जाएगा कि दुकान सुनियारे दे ऑर्नामेंट्स दी है या काले कोयलियां दी खान है। काले कोयलियां दी खान है ते पास्ट दियां गल्लां करके, पास्ट दे टॉन्ट करके, पास्ट दे शिकवे शिकायत करके असी मंदी बोली बोलांगे। कोयलियां दी दुकान, कोयलियां दी दुकान कहंदे मेरा दिल सड़िया होया है, मेरे नाल गल ना करो। मैं जे बोलिया ना फिर मेरा बोलिया तुहानू चुप जाएगा। वो पता की है, हाथ दे बदले जबान उत्ते जलदा होया कोयला रखिया होया है और फिर वो कोयला दूजे उत्ते सुट्टिया है। सो जदों मैं कहां ना मैं बड़ा अंदरों सड़िया होया हां, अंदरों कुछ नहीं सड़िया है, दरअसल सारी दुकान ही सड़े हुए कोयलियां दी है। ये मैं अपना चेक करना है, मैं किसी नू नहीं चेक कर सकता। मेरे बोलां तो, मेरे शिकवे शिकायत दिया गल्लां तो, मेरे टॉन्ट्स तो, मेरे वल्लों दूजियां दे कड्डे होए नुक्स तो पता लगेगा कि मेरी दुकान कोयलियां दी है। सो असी जे अपना अंदर दा चंगा गुण रैलिश करदे आ ना, ਤਾਂ ਫਿਰ ਅਸੀਂ ਸਬਜੈਕਟ ਟੂ ਅਦਰਸ ਉਸ ਗੁਣ ਨੂੰ ਚੇਂਜ ਨਹੀਂ ਕਰਦੇ ਆ, ਰੈਲਿਸ਼ ਕਰਕੇ ਉਸ ਦੀ ਪ੍ਰੈਕਟਿਸ ਕਰਦੇ ਆ, ਹੰਕਾਰ ਨਹੀਂ ਕਰਦੇ ਹਾਂ। ਜਦੋਂ ਆਏਗਾ ਨਾ ਫਰੀਦ ਜੀ ਦਾ ਸ਼ਲੋਕ, ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। तिल थोड़े कीमती होंदे ने, वैल्यूएबल होंदे ने, संभल के बुक भरी, संभल बुक भरी। जे जाना शो नड्डड़ा ता की करी, अगे कहंदे ने जे जाना शो नड्डड़ा तो थोड़ा मान करी। थोड़ा मान की हुंदा है भी मेरे कोल कोई गुण है ते मैं ओदा थोड़ा थोड़ा हंकार कर लिया करा। नो, थोड़ा मान करी दा मतलब है थोड़ा मतलब उसनू कीमती समझ के माणी, रैलिश करी, एंजॉय करी, अपने चंगे गुण दा आनंद माणी। ता थोड़ा मान करी, माणी, माणिया कर। शुक्र है रब जी साई मेरे चंगा कीता, नहीं ता हम भी दज्जा आए। किज ना बुझे किज ना सुझे दुनिया गुज्जी पा, है ना। सो असी अपना कोई सानू चंगा गुण पेरेंट्स तो, ग्रैंड पेरेंट्स तो, आस पास तो कित्थों भी मिले तां असी वो लेना है। सो जिहड़ा तुसी अरविंदर भैन जी आज भी उन्होंने ज्वाइन किया कि नहीं मैनूं नहीं पता, लेकिन जिहड़ा उन्होंने पिछली बार यह पॉइंट किया कि असी वो सब्जी वाला गली दी सफाई करन वाला या नौकर जदों असी उन्हां नूं उन्हां दा नाम लैके बुलांदे आ ना, असी उन्हां दी अणख नूं रिस्पैक्ट करदे आ, असी उन्हां दी डिग्निटी दा लैवल उच्चा कर दिंदे आ, असी उन्हां नूं उन्हां दी डिग्निटी नूं चैलेंज नहीं करदे आ, असी उन्हां दी गलती माफ करना भी सिखदे आ। फिर वरना जे असी किसी दी गलती कड के ओनू नक नाल लकीरां कढाईए ना, तो फिर असी ओदी डिग्निटी नूं चैलेंज कर दिता ना।
ਸੋ ਜਦੋਂ ਅਸੀਂ ਇਹਨਾਂ ਲੋਕਾਂ ਦੇ ਨਾਲ ਇਸ ਤਰ੍ਹਾਂ ਕਰਦੇ ਆ ਨਾ, ਤਾਂ ਫਿਰ ਸਾਡੀ ਹੋਰ ਜਿਹੜੇ ਸਟੇਟਸ ਵਾਲੇ ਆਪਣੇ ਆਪ ਨੂੰ, ਜਿਨ੍ਹਾਂ ਨੂੰ ਅਸੀਂ ਮੀਡੀਓਕਰ ਜਾਂ ਉੱਚੇ ਸਟੈਂਡਰਡ ਵਾਲੇ ਜਾਂ ਐਵਰੇਜ ਦੁਨੀਆ ਕਹਿੰਦੇ ਆ, ਫਿਰ ਸਾਡਾ ਉਹਨਾਂ ਨਾਲ ਫੋਨੀ ਵਿਵਹਾਰ ਨਹੀਂ ਹੋਏਗਾ, ਫਿਰ ਸਾਡਾ ਉਹਨਾਂ ਨਾਲ ਵੀ ਟਰੂਲੀ ਸਿੰਸੀਅਰਲੀ ਨਮਰਤਾ ਵਾਲਾ ਹੀ ਵਿਵਹਾਰ ਹੋਣਾ ਸ਼ੁਰੂ ਹੋ ਜਾਏਗਾ। ਵਰਨਾ ਅਸੀਂ ਬਾਹਰੋਂ ਫਿਰ ਮਿੱਠਾ ਬੋਲਣ ਵਾਲੇ ਮੋਮੋ ਠੱਗਨੇ ਬਣ ਜਾਂਦੇ ਆ। ਸੋ ਪੁਸ਼ਪਿੰਦਰ ਜੀ, ਤੁਸੀਂ ਜਿਹੜਾ ਇਹ ਕਿਹਾ ਕਿ ਉਹਨਾਂ ਨੇ ਲਾਸਟ ਟਾਈਮ ਇਹ ਵਾਲਾ ਬੜਾ ਅੱਛਾ ਪੁਆਇੰਟ ਰੱਖਿਆ ਕਿ ਸਾਨੂੰ ਉਹ ਨੌਕਰ ਚਾਕਰ ਔਰ ਸਬਜ਼ੀ ਵੇਚਣ ਵਾਲੇ ਤੋਂ ਲੈ ਕੇ ਗਲੀ ਦੀ ਸਫਾਈਆਂ ਵਾਲਿਆਂ ਨਾਲ ਉਹਨਾਂ ਦਾ ਨਾਂ ਲੈ ਕੇ ਬੁਲਾਉਣਾ ਚਾਹੀਦਾ ਹੈ। ਤੇ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਈਚ ਇੰਡੀਵਿਜੂਅਲ ਨੂੰ ਪੂਰੇ ਰਿਸਪੈਕਟ ਦੇ ਕੇ ਜਦੋਂ ਗੱਲ ਕਰਦੇ ਹਾਂ ਤਾਂ ਮਨ ਨੂੰ ਮੈਦਾਨ ਕਰਨਾ ਹੀ ਹੈ, ਟੋਏ ਟਿੱਬੇ ਲਾਣਾ ਹੀ ਹੈ, ਤੇਰ ਮੇਰ ਖਤਮ ਕਰਨੀ ਹੈ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਇਹ ਵਾਲਾ ਅਸੀਂ ਸਮਝਣਾ ਹੈ, ਟੋਏ ਟਿੱਬੇ ਲੱਥ ਗਏ। ਸੋ ਜਦੋਂ ਅਸੀਂ ਟੋਏ ਟਿੱਬੇ ਦਾ ਜਦੋਂ ਪਿਛਲੀ ਵਾਰੀ ਗੱਲ ਕਰ ਰਹੇ ਸੀ, ਸੰਤ ਕੇ ਨਿੰਦਕ ਥਾਨ ਭ੍ਰਸ਼ਟ ਹੋਏ। ਥਾਨ ਭ੍ਰਸ਼ਟ ਦਾ ਮਤਲਬ ਹੈ ਮੇਰੇ ਮਨ ਦਾ ਥਾਨ, ਮੇਰੇ ਮਨ ਦੀ ਧਰਤੀ ਭ੍ਰਸ਼ਟ ਹੋ ਗਈ। ਭ੍ਰਸ਼ਟ ਹੋ ਗਈ ਮੀਨਸ ਉਹਦੇ ਉਬੜ ਖਾਬੜ ਹੋ ਗਈ, ਅਨਈਵਨ ਹੋ ਗਈ, ਉਹਦੇ ਵਿਚਕਾਰ ਖੱਡੇ ਪੈ ਗਏ ਨੇ ਔਰ ਉਹ ਪੱਧਰਾ ਰਸਤਾ ਨਹੀਂ ਰਿਹਾ ਹੈ ਨਾ। ਤਾਂ ਅਸੀਂ ਇੱਕ ਹੋਰ ਸ਼ਬਦ ਵਿਚਾਰਿਆ ਸੀ, ਅੰਧਲੇ ਭਾਰ ਉਠਾਇਆ ਡੂਗਰ ਵਾਟ ਵਾਟ ਬਹੁਤ, ਜ਼ਿੰਦਗੀ ਦਾ ਰਸਤਾ ਪਲੇਨ ਟੈਰਨ ਨਹੀਂ ਰਿਹਾ ਹੈ ਨਾ, ਫਿਰ ਅਨਈਵਨ ਹੋ ਗਿਆ। ਅਸੀਂ ਆਪਣੇ ਅੰਦਰ ਦੇ ਮਨ ਦੀ ਧਰਤੀ ਦੀ ਸਾਜਨਾ ਕਰਦੇ ਹਾਂ, ਉਹਦੀ ਲੈਂਡਸਕੇਪਿੰਗ ਕਰਦੇ ਹਾਂ, ਉਹਦੇ ਚੋਂ ਵੀਡਸ ਹਟਾਉਂਦੇ ਹਾਂ, ਕੰਡੇ ਹਟਾਉਂਦੇ ਹਾਂ। ਉਹਨੂੰ ਕਹਿੰਦੇ ਨੇ कबीर मन मुंडिया नहीं, अजी मन की धरती को तो साफ नहीं किया, केस मुंडाए काए, ये बाहर के बालों को तो तुमने काट लिया। सारी दुनिया नू कबीर साहब पूछ रहे ने, ਤਾਂ ਉਹਨੇ ਸਿੱਖ ਜਗਤ ਦੀ ਰਹਿਤ ਮਰਿਆਦਾ ਕੋਡ ਆਫ ਕੰਡਕਟ ਨਹੀਂ ਬਣਿਆ ਸੀ। ਜਦੋਂ ਕਬੀਰ ਜੀ ਕਹਿੰਦੇ ਨੇ ਕਬੀਰ ਮਨ ਮੁੰਡਿਆ ਨਹੀਂ, केस मुंडाए खाए, जो किच किया सो मन किया। मन अंदर टोए टिब्बे रखे हुए ने, मन अंदर वीड झुकाए हुए ने, मन अंदर कंडे। अब मन की धरती को साफ करना, कबीर जी मैनू कह रहे ने, कबीर मन मुंडिया नहीं। फिर साडी चंगे फसल उगादी है, ਫਿਰ ਸਾਨੂੰ ਉਹ ਚੰਗੀ ਫਸਲ ਪਸੰਦ ਆ ਜਾਂਦੀ ਹੈ। ਉਹਨੂੰ ਕਹਿੰਦੇ ਨੇ ਭਾਵੈ, ਪਸੰਦ ਆ ਗਈ, ਭਾਵੈ ਲਾਂਬੇ ਕੇਸ ਕਰ, ਭਾਵੈ ਕਰੜ ਮੁਨਾਏ ਹੈ ਨਾ। ਕਰੜ ਮੁਨਾਏ ਕੀ, ਜਦੋਂ ਚੰਗੀ ਗੱਲ ਪਸੰਦ ਆ ਜਾਵੇ ਨਾ, ਫਿਰ ਉਹਦੇ ਚੋਂ ਵੀਡਸ ਔਰ ਕੰਡੇ ਮੂੰਡ ਦੇਈਦਾ, ਮੁੰਨ ਦੇਈਦਾ। ਮਾਏ ਮੁੰਡੋ ਤੈ ਗੁਰੂ ਕੀ ਜਾਤੇ ਭਰਮ ਨਾ ਜਾਏ, ਜਿੱਥੋਂ ਵੀ ਮੰਦਾ ਖਿਆਲ ਆਉਂਦਾ ਹੈ ਉਹਨੂੰ ਕਨੈਕਸ਼ਨ ਕੱਟ ਦੇਈਦਾ ਹੈ। ਉਹਨੂੰ ਕਹਿੰਦੇ ਨੇ ਸਾਕਤ ਸੰਗ ਨਾ ਕੀਜੀਏ, ਦੂਰ ਹੋ ਜਾਈਏ ਭਾਗ। ਸੋ ਜੇ ਅਸੀਂ ਗੱਲਾਂ ਕਰਾਂਗੇ ਨਾ, ਤਾਂ ਗੱਲਾਂ ਨਾਲ ਉਹ ਥਾਨ ਸਾਫ਼ ਨਹੀਂ ਹੋਏਗਾ। ਮਨ ਆਪਣੇ ਤੇ ਬੁਰਾ ਮਿਟਾਣਾ ਕਰਨਾ ਹੀ ਪਏਗਾ। ਜੇ ਮਨ ਆਪਣੇ ਤੇ ਬੁਰਾ ਨਹੀਂ ਮਿਟਾਇਆ, ਫਾਈਲਾਂ ਇਕੱਠੀਆਂ ਕੀਤੀਆਂ ਹੋਈਆਂ, ਹਰ ਵੇਲੇ ਸਿਰ ਅਸੀਂ ਉਹ ਫਾਈਲ ਖੋਲ ਲਈਏ, ਤਾਂ ਅਸੀਂ ਆਪਣੇ ਆਪ ਨੂੰ ਕੰਡੇ ਚੁਬਾਉਂਦੇ ਹਾਂ। ਮਨ ਦੀ ਧਰਤੀ ਖਰਾਬ ਹੋ ਗਈ, ਮਨ ਦੀ ਮੇਦਨੀ ਖਰਾਬ ਹੋ ਗਈ। ਮੇਦਨੀ ਲਫ਼ਜ਼ ਜਦੋਂ ਵੀ ਆਏਗਾ, ਉਹ ਬਾਹਰ ਦੀ ਧਰਤੀ ਦੀ ਗੱਲ ਨਹੀਂ ਹੋਏਗੀ। ਮੇਦਨੀ ਮਤਲਬ ਮੇਰੇ ਮਨ ਦੀ ਧਰਤੀ।
ਉਹਨੂੰ ਕਹਿੰਦੇ ਨੇ ਬੈਕੁੰਠ ਕਹਿੰਦੇ ਨੇ ਮਨ ਦੀ ਧਰਤੀ ਨੂੰ। ਮਨ ਦੀ ਧਰਤੀ ਨੂੰ ਪੈਰਾਡਾਈਜ਼ ਪਰਲੋਕ ਕਹਿੰਦੇ ਨੇ। ਜਦੋਂ ਉਹ ਸੰਵਰ ਗਈ ਹੈ ਉਹਨੂੰ ਸਾਧ ਸੰਗ ਦੇ ਨਾਲ ਸਵਾਰਦੇ ਨੇ। ਪਰ ਖਰਾਬ ਕਿਵੇਂ ਹੋ ਗਈ? ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ, ਵਰਚੂਜ਼ ਨੂੰ ਇਗਨੋਰ ਕੀਤਾ। The moment I ignored the virtues, my man, the earth is uneven, ਥਾਨ ਭ੍ਰਸ਼ਟ ਹੋ ਗਿਆ। ਅੱਛਾ, ਜੇ ਮੈਨੂੰ ਸਥਾਨ ਬਾਰੇ ਪਤਾ ਹੀ ਨਹੀਂ ਹੈ, ਮੈਂ ਬਾਹਰਲਾ ਘਰ ਤੇ ਸਾਫ਼ ਕਰ ਲੈਂਦਾ ਹਾਂ, ਬਾਹਰਲੇ ਘਰ ਦੀ, ਬਾਹਰਲੀ ਕਿਚਨ ਦੀ ਸ਼ੈਲਫ ਦੀ, ਆਪਣੇ ਡਰਾਇੰਗ ਰੂਮ ਦੀ, ਆਪਣੇ ਲਿਵਿੰਗ ਰੂਮ ਤੋਂ ਲੈ ਕੇ ਬੈਡਰੂਮ ਦੀ ਸਫਾਈਆਂ ਮੈਨੂੰ ਬਹੁਤ ਅੱਛੀਆਂ ਕਰਨੀਆਂ ਆਉਂਦੀਆਂ, ਪਰ ਮਨ ਦੀ ਧਰਤੀ ਬਾਰੇ ਮੈਨੂੰ ਕੋਈ ਨੌਲੇਜ ਹੀ ਨਹੀਂ ਹੈ। ਮਨ ਦੀ ਧਰਤੀ ਤੇ ਟੋਏ ਟਿੱਬੇ ਲਾਏ ਹੋਏ ਨੇ, ਮਨ ਦੀ ਧਰਤੀ ਤੇ ਫੋੜੇ ਉੱਗੇ ਹੋਏ ਨੇ, ਮਨ ਦੀ ਧਰਤੀ ਜਲਦੇ ਅੰਗਾਰੇ ਰੱਖੇ ਹੋਏ ਨੇ, ਮਨ ਦੀ ਧਰਤੀ ਦੋਜ਼ਖ ਦੀ ਅੱਗ ਬਾਲੀ ਹੋਈ ਹੈ ਨਾ। ਕੰਡੇ ਬੀਜੇ ਹੋਏ ਨੇ ਮਨ ਦੀ ਧਰਤੀ ਤੇ। ਆਪਣੀ ਧਰਤੀ ਸਾਫ਼ ਕਰਨਾ ਪਤਾ ਕੀ ਹੁੰਦਾ? ਆਪੀ ਨੇ ਆਪ ਸਾਜਿਓ। ਫਿਰ ਆਪਣੀ ਧਰਤੀ ਦੇ ਸਾਰੇ ਨਿਯਮ ਸਾਜਨੇ ਕਿ ਮੈਂ ਆਪਣੀ ਧਰਤੀ ਤੇ ਕੰਡੇ ਨਹੀਂ ਬੀਜਾਂਗਾ, ਮੈਂ ਆਪਣੀ ਮਨ ਦੀ ਧਰਤੀ ਤੇ ਮੰਦੇ ਖਿਆਲਾਂ ਦੀ ਫਸਲ ਨਹੀਂ ਉਗਾਵਾਂਗਾ। ਉਹਨੂੰ ਕਹਿੰਦੇ ਨੇ ਨਾ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਮੈਂ ਕਿੱਕਰ ਨਹੀਂ ਬੀਜਾਂਗਾ। ਮੈਂ ਸਿੰਬਲ ਰੁੱਖ ਆਪਣੀ ਧਰਤੀ ਤੇ ਨਹੀਂ ਬੀਜਾਂਗਾ। ਮੈਂ ਵੀਡਸ ਵਾਲੇ ਪॉइजनस ਅੱਕ ਦੇ ਪੇੜ ਨਹੀਂ ਬੀਜਾਂਗਾ। ਮੈਂ ਮਿੱਠੇ ਅੰਬ ਵਾਲੇ ਪੇੜ ਬੀਜਾਂਗਾ। ਉਹਨੂੰ ਪਾਰਜਾਤ ਰੁੱਖ ਕਹਿੰਦੇ ਨੇ, ਜਿਹੜਾ ਅਸੀਂ 2 ਅਕਤੂਬਰ ਦਾ ਸੈਮੀਨਾਰ ਕੀਤਾ ਹੈ ਨਾ। ਸੋ ਮਨ ਦੀ ਧਰਤੀ ਤੇ ਗੱਲਾਂ ਨਾਲ ਨਹੀਂ ਜਾ ਸਕਦੇ ਨੇ, ਸਿਰਫ ਸੋਚਿਆ ਤੇ ਨਹੀਂ ਜਾਂਦੇ ਨੇ, ਮਨ ਦੇ ਖਿਆਲਾਂ ਦੇ ਨਾਲ ਨਹੀਂ ਜਾਂਦੇ ਨੇ। ਉਹਨੂੰ ਕਹਿੰਦੇ ਨੇ ਜਾਗ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹੋ ਕਬੀਰ ਏ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। ਅੱਛਾ, ਜਦੋਂ ਮੈਂ ਵਰਚੂਜ਼ ਦਾ ਸੰਗ ਕਰਕੇ ਆਪਣੀ ਧਰਤੀ ਨੂੰ ਸਾਧਦਾ ਹਾਂ, ਐਕਸਕੇਵੇਸ਼ਨ ਕਰਦਾ ਹਾਂ, ਪ੍ਰੋਪਰ ਲੈਂਡਸਕੇਪਿੰਗ ਕਰਦਾ ਹਾਂ, ਸਮਤਲ ਕਰ ਲੈਂਦਾ ਹਾਂ, ਈਵਨ ਕਰ ਲੈਂਦਾ ਹਾਂ, ਟੋਏ ਟਿੱਬੇ ਲਾ ਦਿੰਦਾ ਹਾਂ, ਉਹਨੂੰ ਸਾਧ ਸੰਗ ਕਹਿੰਦੇ ਨੇ। ਸਾਧ ਸੰਗ। ਅੱਛਾ, ਮੈਂ ਆਪਣਾ ਥਾਨ ਖਰਾਬ ਕਰ ਲਿਆ ਸੀ, ਉਹਨੂੰ ਕਹਿੰਦੇ ਨੇ ਕਭੂ ਸਾਧ ਸੰਗਤੇ ਪਾਵੇ, ਉਸ ਸਥਾਨ ਤੇ ਬੋਰ ਨਾ ਆਵੇ। ਕਭੂ ਸਾਧ ਸੰਗਤੇ ਪਾਵੇ, ਉਸ ਸਥਾਨ ਤੇ ਬੋਰ ਨਾ ਆਵੇ। ਪੁਸ਼ਪਿੰਦਰ ਜੀ, ਇਹ ਪੰਕਤੀ ਦਿਖਾਓ। ਸਾਰੀ ਸੰਗਤ ਵਾਸਤੇ ਦਿਖਾਓ ਨਾ। ਕਭੂ ਸਾਧ ਸੰਗਤ ਇਹ ਪਾਵੇ, ਉਸ ਸਥਾਨ ਤੇ ਬੌਰ ਨਾ ਆਵੇ। ਫਿਰ ਪਤਾ ਕੀ ਹੋ ਜਾਂਦਾ ਹੈ? अंतर हुए ज्ञान प्रकाश, उस स्थान का नहीं विनाश। टोए टिब्बे खत्म, आप ही ने आप साजियो, आप ही ने रचियो नाम। ਬਹੁਤ ਸੋਹਣਾ ਢੋਗੇ ਜੀ, ਬਹੁਤ ਹੀ ਵਧੀਆ। थैंक यू। ये पता नहीं किस तरह स्पॉन्टेनियस आ गया पॉइंट कि उस स्थान ते बौर ना आवे। उस स्थान ते बौर ना आवे दा मतलब की होया? ਹੁਣ ਆਪਣੀ ਮਨ ਦੀ ਧਰਤੀ ਖਰਾਬ ਨਹੀਂ ਕਰਦਾ,
ਈਵਲਸ ਦੇ ਨਾਲ, ਕੰਡੀਸ਼ਨਸ ਦੇ ਨਾਲ, ਐਕਸਪੈਕਟੇਸ਼ਨਸ ਦੇ ਨਾਲ, ਸ਼ਿਕਵੇ ਸ਼ਿਕਾਇਤ ਦੇ ਨਾਲ, ਭੈੜੇ ਬੋਲਾਂ ਦੇ ਨਾਲ, ਪਾਸਟ ਦੀਆਂ ਗਰਜਿਸ ਦੇ ਨਾਲ ਖਰਾਬ ਨਹੀਂ ਕਰਦਾ। ਉਹ ਥਾਨ ਭ੍ਰਸ਼ਟ ਹੋ ਗਿਆ ਸੀ ਨਾ, ਜਦੋਂ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਾ ਨਿੰਦਕ ਵਾਲੀ ਪੌੜੀ ਵਿੱਚ, ਅਸ਼ਪਦੀ ਵਿੱਚ ਥਾਨ ਭ੍ਰਸ਼ਟ ਹੋਇਆ ਸੀ, ਉਸ ਸਥਾਨ ਤੇ ਬੌਰ ਨਾ ਆਵੇ। ਹੁਣ ਇਹਨੇ ਸਾਧ ਸੰਗ ਦੇ ਨਾਲ ਉਹ ਆਪਣਾ ਸਥਾਨ ਠੀਕ ਕਰ ਲਿਆ ਹੈ, ਮਨ ਮੂੰਡ ਲਿਆ ਹੈ, ਈਵਨ ਕਰ ਲਿਆ, ਤੇ ਉਹ ਸਥਾਨ ਹੁਣ ਖਰਾਬ ਨਹੀਂ ਕਰਦਾ ਹੈ। ਉਸ ਸਥਾਨ ਤੇ ਬੌਰ ਨਾ ਆਵੇ, ਮੁੜ ਮੁੜ ਕੇ ਉਸ ਸਥਾਨ ਨੂੰ ਖਰਾਬ नहीं होने देता। भाई साहब बड़ी मुश्किल से मैंने अपनी धरती को फिक्सअप कराया, बड़ी सारी लेबर मंगाई है। वो कहते ने ताजमहल बनाने में इतने हजार मजदूर लगे थे, मैंने तो कितने करोड़ा श्वास लगाए हैं, बड़े वैल्यूएबल मैंने अपने जिंदगी की ब्रेथ लगाई है, बहुत मैंने दिन रात मेहनत की है। विसुए चसिया घड़ियां पैरां थित्ती वारी मावा, ये सारा मैं एक एक पल एक एक रुत अपनी जिंदगी दियां दिन रात रातां कट के जाग के अपना सुख आराम छड़ के मन दी धरती ठीक कीती है। सब्जेक्ट टू अदर्स, सब्जेक्ट टू evils, सब्जेक्ट टू एनिमल्स, सब्जेक्ट टू एनिमल एक्ट डन बाय अदर्स। मैं अपनी धरती खराब नहीं करांगा, उस स्थान ते बौर ना आवे। क्यों? क्योंकि अंतर होई ज्ञान प्रकाश। ये ज्ञान प्रकाश ना मेडिटेशंस दे नाल नहीं ठीक होता। ये ज्ञान प्रकाश अखा नूट के चौकड़े मार के माला फेर के नहीं ठीक होता। जिदा दिल करता है उन्होंने मुबारक है, लेकिन ये अपनी मन की धरती ठीक करी जाओ। और करन वास्ते कितनी मेहनत लगती है, कितनी वैल्यूएबल कीमती मन नू श्वास लैण दे पल लगदे ने। एक एक पल करोड़ा सालां दे बराबर होंदा है। एक निमक जे बिसरे स्वामी, जानो कोट दिनस लख बरिया, लखा वरे बराबर होंदा है। जे मैं एक सकिंट लई भी अपनी मन दी धरती ते कंडे बीज दिया ना, एक घड़ी ना मिलती तो कल युग होता हो जाता है। ਅਸੀਂ ਆਪਣੇ ਘਰੋਂ ਚੰਗੀ ਗੱਲ ਸੁਣਦੇ ਹਾਂ, ਪਰ ਕਿਸੇ ਦਾ ਫੋਨ ਸੁਣ ਲਿਆ, ਕਿਸੇ ਦਾ ਟੈਕਸਟ ਮੈਸੇਜ ਪੜ੍ਹ ਲਿਆ, ਕਿਸੇ ਦੀ ਗੱਲ ਸੁਣ ਲਈ, ਕਿਸੇ ਦਾ ਮਿਸਕੰਡਕਟ ਦੇਖ ਲਿਆ, ਉਹਨਾਂ ਦੀਆਂ ਗੱਲਾਂ ਦੇਖ ਕੇ ਆਪਣੀ ਮਨ ਦੀ ਧਰਤੀ ਖਰਾਬ ਕਰ ਲੈਂਦੇ ਹਾਂ। कबू साध संगत पावे, उस स्थान ते बोर न। अंतर हो ज्ञान प्रकाश, उस स्थान का नहीं विनाश। है ना, धरती ठीक हो गई। थैंक यू पुष्पिंदर जी, तुसी संगत में पंक्ति नाल दिखाई है। थैंक यू विजय। तो जदों वो धरती असी ठीक कर लेंदे ना, तां फिर उस धरती ते धरती नूं बीजदे आ। सच तां पर जानी है वाली सारी पौड़ी पढ़ांगे ना। जी जी। आत्म तीरथ करे निवास, ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ। ਮਨ ਦੀ ਧਰਤੀ ਠੀਕ ਕਰਦਾ ਹੈ, ਧਰਤੀ ਦੀ ਕਾਇਆ ਨੂੰ ਸਾਜਦਾ ਹੈ। ਕਦੋਂ? ਜਦੋਂ ਮਨ ਨੂੰ ਅੰਤਰ ਹੋਏ ਗਿਆਨ ਪ੍ਰਕਾਸ਼ ਹੋਇਆ कि माय गॉड यार, वैसे ही बिना बात पे पुरानी बातें याद कर करके मैं निर्वैर रहता नहीं था, वैर पालता रहता था, फाइलें उठा उठा के सिर को पारा किया हुआ था। यार क्या यार, इतना खटिया गठिया मटिया कछ ना संग ले जाए, संग ना कछ ले जाए। ए मैं अपने मन दी तूती छोड़ दी। So I don't want to carry that भार, अंदले भार उठाया।
मैं अन्ना हाँ जे मन दी धरती ठीक नहीं कीती है, मैं अन्ना हाँ भार भी उठाया है, मैं लंगड़ा लूला पिंगला हैंडीकैप हाँ, रूहला टुंडा अंधुला कै गल लगे ताए। ਇਹ ਜਿਹੜਾ ਹੁਣੇ 19th ਅਕਤੂਬਰ USA ਆ ਤੁਹਾਡੇ 20th ਅਕਤੂਬਰ ਇੰਡੀਆ ਦੇ ਪ੍ਰੋਗਰਾਮ ਹੋਇਆ ਸੀ ਨਾ, ਉਹਦੇ ਵਿੱਚ ਹਾਊ ਵੀ ਆਰ ਹੈਂਡੀਕੈਪ ਸਮਝਿਆ ਸੀ। ਹੈਂਡੀਕੈਪ ਹੋਵੇ, ਭਾਰ ਵੀ ਚੁੱਕਿਆ ਹੋਵੇ ਪੁਰਾਣੀਆਂ ਗੱਲਾਂ ਦਾ, ਬਦਲੇ ਲੈਣ ਦਾ, ਮਨ ਨਾਲ ਗੁੱਸਾ ਹੰਡਾਉਣ ਦਾ ਔਰ ਈਵਲਸ ਇਕੱਠੇ ਰੱਖਣ ਦਾ, ਤਾਂ ਮਨ ਦੀ ਧਰਤੀ ਖਰਾਬ ਕਰ ਲੈਂਦੇ ਆ। ਇਹ ਹੈਂਡ ਰੇਜ਼ ਕੀਤਾ ਦੀਦਾਰ ਸਿੰਘ ਜੀ ਨੇ। हाँ जी ਉਹਨਾਂ ਨੂੰ दीदार सिंह जी। ਅਨਮਿਊਟ ਕਰ ਦਿਓ। हाँ जी दीदार सिंह जी, आप जी अनम्यूट कर लो जी। आप जी ने अनम्यूट करके दोबारा शायद म्यूट करता है, एक बार दोबारा देखो जी, आप जी दा म्यूट ही आ रहा है, आप जी अनम्यूट करो जी। आप जी दा अनम्यूट होया सीगा लेकिन फिर म्यूट हो गया। हुणे भी आप जी दा म्यूट आ रहा है जी। हाँ जी हुन अनम्यूट हो गया जी। हाँ जी, पर आप जी की आवाज नहीं आ रही। कौन आ रही है? हाँ जी जी। हाँ जी दीदार सिंह जी बोलो जी, बोलो पापा जी। वाहिगुरु जी का खालसा वाहिगुरु जी की फतेह। वाहिगुरु जी की फतेह जी। मैं हुणी ज्वाइन किया ਤੁਹਾਨੂੰ थोड़ा ਜਿਹਾ सुनने के बाद ही कुछ कमेंट्स कर सकांगा, इसलिए माफी चाहांगा। अच्छा जी ठीक है जी, थैंक यू। ਅੱਛਾ ਜੀ, ਅਸੀਂ ਆਪਣੀ ਮਨ ਦੀ ਧਰਤੀ ਦੀ ਗੱਲ ਕਰ ਰਹੇ ਹਾਂ। ਮਨ ਦੀ ਧਰਤੀ ਤੇ ਮਨ ਮੈਦਾਨ ਕਰ ਟੋਏ ਟਿੱਬੇ ਲਾ, ਟੋਏ ਟਿੱਬੇ ਵਾਲਾ ਅਸੀਂ ਈਡੀਅਮ ਫਰੇਜ਼ ਸਿੱਖ ਰਹੇ ਹਾਂ। ਸੋ ਆਪਣੀ ਧਰਤੀ ਬਾਰੇ ਮੈਨੂੰ ਪਤਾ ਹੀ ਨਹੀਂ ਹੈ ਕਿ ਮੈਂ ਇਹਦੇ ਤੇ ਕੰਡੇ ਬੀਜਦਾ ਰਹਿੰਦਾ, ਦੁਸ਼ਮਣੀ ਬੀਜਦਾ ਰਹਿੰਦਾ, ਵੈਰ ਪਾਲਦਾ ਰਹਿੰਦਾ, ਮੰਦੇ ਖਿਆਲ ਪਾਲਦਾ ਰਹਿੰਦਾ, ਪੁਰਾਣੀਆਂ ਫਾਈਲਾਂ ਇਕੱਠੀਆਂ ਰੱਖਦਾ ਵਾਂ, ਗਰਜਿਸ ਰੱਖਦਾ ਵਾਂ, ਬਦਲੇ ਲੈਣ ਦੀ ਭਾਵਨਾ ਦੇ ਕਾਰਨ ਨਿਰਵੈਰ ਵੀ ਨਹੀਂ ਰਹਿੰਦਾ, ਤੇ ਮੈਨੂੰ ਸਾਰਾ ਹੋਰ ਡਰ ਪੈਦਾ ਹੁੰਦਾ ਜਾਂਦਾ ਕਿ ਜੇ ਪੁਰਾਣੀ ਫਾਈਲ ਖੋਲ ਕੇ ਵਕਤ ਸਿਰ ਨਾ ਮੈਂ ਮਾਰੀ ਤਾਂ ਫਿਰ ਮੈਂ ਕਿਵੇਂ ਪ੍ਰੂਵ ਕਰਾਂਗਾ ਕਿ ਆਈ ਐਮ ਰਾਈਟ, ਤਾਂ ਮੈਂ ਕਿਵੇਂ ਪ੍ਰੂਵ ਕਰਾਂਗਾ ਵਾਈ ਡੂ ਆਈ ਹੇਟ ਯੂ, ਹੈ ਨਾ। ਇਹਦਾ ਮਤਲਬ ਜਦੋਂ ਅਸੀਂ ਹੋਮੇ ਸੈਮੀਨਾਰ ਕੀਤਾ ਸੀ, ਅਸੀਂ ਇੱਕ ਪੁਆਇੰਟ ਸਮਝਿਆ ਸੀ ਕਿ ਸਾਨੂੰ ਅੰਦਰੋਂ ਪਤਾ ਲੱਗ ਜਾਂਦਾ ਹੈ। ਪਹਿਲੀ ਆਵਾਜ਼ ਅੰਦਰ ਦੀ ਆਵਾਜ਼, ਜਿਸ ਤਰ੍ਹਾਂ ਲਾਸਟ ਟਾਈਮ ਬਿੰਦਰੀ ਭੂਆ ਜੀ ਬੋਲੇ ਸੀ ਨਾ ਕਿ ਪਹਿਲੀ ਆਵਾਜ਼ अंदर ਦੀ आवाज होती है। सो पहली अंदर की आवाज आई, देखो भाई मैं तो सच बोलता हूं, अगर मैंने सच बोला तुमको माइंड होगा, आ गई ना अंदर की आवाज कि तुमको माइंड होगा, तुमको बुरा लग जाएगा। भाई अगर तेनू पता लग गया अंदरों कि मेरे बोलण ते इन्हां नू माइंड होएगा, इन्हां नू बुरा लग जाएगा, इन्हां नू चुभ जाएगा, देन व्हाई यू आर सेइंग ऐ होमे। हौमे कित्थों उपजे ਇਹ ਲੱਭਣਾ। ਜਦੋਂ ਮੈਨੂੰ ਅੰਦਰੋਂ ਆਵਾਜ਼ ਆ ਰਹੀ ਹੈ ਕਿ ਦੂਜੇ ਨੂੰ ਟੌਂਟ ਕਰਨ ਵਾਸਤੇ ਮੈਨੂੰ ਭੈੜੇ ਬੋਲ ਨਹੀਂ ਬੋਲਣੇ ਨੇ, ਜੇ ਉਹਨੂੰ ਚੁੱਭ ਜਾਂਦੀ ਹੈ ਗੱਲ, ਮੈਂ ਚੁਬਾਣ ਵਾਲੀ ਨਹੀਂ ਕਰਨੀ ਹੈ। ਮੈਂ ਉਹਦਾ ਕਲੇਜਾ ਸਾੜਨ ਦੀ, ਉਹਦੇ ਕਲੇਜੇ ਤੇ ਗੰਦਾ ਤੀਰ ਮਾਰਨ ਦੀ ਬਜਾਏ ਸਤਿਗੁਰ ਦਾ ਤੀਰ, ਆਪਣੇ ਮੰਦੇ ਖਿਆਲਾਂ ਦੇ ਤੀਰ ਤੇ ਮਰਵਾਣਾ ਹੈ। कबीर सतगुर सूर में बाह्या बांध जो एक लागत ही पोई गिर पड़िया कर परा करिए जे छीक। मैनू अपने मंदे ख्यालों की धरती ठीक करनी है, अपना कलेजा ठीक करना है। सो ओ बैसे तख्त सो शब्द विचार है, फिर वो अपने मन की धरती के तख्त ते बैठ जाते ने। ਇਹਨੂੰ ਮਨ ਦੀ ਧਰਤੀ ਤੇ ਮਨ ਜੀਤਾ ਜਗਜੀਤ ਦਾ ਰਾਜ ਕਹਿੰਦੇ ਨੇ, ਇਹਨੂੰ ਨੇਚਲ ਰਾਜ ਕਹਿੰਦੇ ਨੇ, ਇਹਨੂੰ ਸੰਤੋਖ ਦਾ ਰਾਜ ਕਹਿੰਦੇ ਨੇ, ਇਹਨੂੰ ਅਬਚਲ ਅਨਸਟੇਬਲ ਦੇ ਬਦਲੇ ਫॉर ਐਵਰ ਸਟੇਬਲ ਰਾਜ ਕਹਿੰਦੇ ਨੇ। ਮਨ ਦੀ ਧਰਤੀ ਦੇ ਤਖਤ ਤੇ ਬੈਠਣਾ, ਅੰਦਰ ਰਾਜਾ ਤਖਤ ਹੈ, ਉੱਥੇ
ਧਰਮ ਦੇ ਨਾਲ ਇਕਮਿਕਤਾ ਪ੍ਰਾਪਤ ਕਰਕੇ ਅੰਦਰ ਦਾ ਰਾਜ ਪ੍ਰਾਪਤ ਕਰਨਾ। ਫਿਰ ਬਾਹਰਲੇ ਡੋਮੀਨੇਸ਼ਨ ਦੇ ਰਾਜ ਛੁੱਟ ਜਾਂਦੇ ਨੇ कि मेरे हुक्म के मुताबिक मेरा पति चले, मेरे हुक्म के मुताबिक मेरी पत्नी चले, मेरे हुक्म के मुताबिक मेरी सास चले, मेरे हुक्म के मुताबिक बच्चे और नौकर चले। नो 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 नो। फिर बाहरला राज कमांड दी राज गुण दी बीमारी दा ठग खत्म हो जाता है। राज माल रूप जात जोबन पंजे ठग, इन्नी ठगी जग ठग्या किने ना रखी लाज। इना ठगन ठग से ਅਸੀਂ असली ठग बन जाते हैं। इन्हें ठगन ठग से जे गुर की पैरी पाए, नानक कर्मा बाहरे और केते मुठे जाए, वरना ਅਸੀਂ ठगाए जाते हैं। सो बाहरला राज दे बदले बाहरले राज नूं पता ही कहंदे ने, जो सुख प्रभ गोबिंद की सेवा सो सुख राज न लईए। मनु बाहरला राज नहीं चाहिए, राज ना चाहूं मुकत ना चाहूं मन प्रीत चरण कमलारे। मैनू अंदर दा राज चाहिए है। ओए बैसे सो तख्त शब्द विचारे, ओ इस शब्द वाले जीवन नू जींदे ने। कोई बैसे तख्त सो शब्द विचारे वाला जेड़ा पॉइंट है ना, ये ताई आएगा जे मैं पहला सोचा कि मैनू मन दी धरती समझनी है। मेरे राम हो सो थान भालन आया। मैं अपनी मन दी धरती देखण आया, मन दी धरती नू समझण आया, मन दी धरती दी साजना कराउण आया, मन दी धरती दे सुरत मत बुध कड़वाण आया। मन दी धरती मेरी ईवन कर दिओ, टोए टिब्बे ला दिओ। गुरु जी तुसी मेरी धरती दी लैंडस्केपिंग कर दिओ ना। सारा कॉन्ट्रैक्ट मैं तुहानू दिता, अनकंडीशनल दिता। मैं अपनी कोई स्पेसिफिकेशन नहीं रखांगा तुहाडे सामने। मैं तुहाडे अगे कोई पैसे डॉलर्स नहीं रखांगा, कंचन से पाइए नहीं तो। मैं अनकंडीशनल अपनी धरती तुहाडे अगे रख रहा। सिर धर तली गली मेरी आओ वाली गल। मेरी तुहाडे नाल प्रीत है, जो तो प्रेम खेलन का चाहो। मेरा प्रेम पता की है, मैं मन दी धरती तुहाडे अगे रख रहा। काइंडली एनू फिक्स अप कर दिओ ना, सारा ठेका तुहानू दिता अनकंडीशनल। ਇਹਦੇ बदले तुसी मैनू जो मंगो मैं सब कुछ देने नू तैयार हाँ, पर मेरी कंडीशन कोई नहीं है, मेरी स्पेसिफिकेशंस कोई नहीं है। तुसी मेरी धरती ठीक कर दिओ। मेरे राम हो सो थान पालन आया। एक बार तुसी बैठ जाओ ना इस धरती ते, जिथे जाए बह मेरा सतगुरु सो थान सुहावा राम राजे। तुसी मैं बाहरली धरतियां ठीक करदा रह गया, बाहरली धरतियां दा ना तीरथ रखदा रह गया। मेरी मन दी धरती ते बैठ जाओ, इनू तीरथ बना दिओ ना। मन दी धरती दे टोए टिब्बे लाने। माय गॉड, कितना सैमीनार ही बनता जा रहा है, किस तरह गल वधदी जा रही है, आई डोंट। सो ओ थान जेड़ा मैं भ्रष्ट कर लिया सी, ओ थान मन मूंडिया नहीं, ओ थान टोए टिब्बे बना ले, ओ थान ते कंडे उगा ले, ओ थान ते कौड़े फुल उगा ले, तुम्मी तुम्मा विस उगा लई। ओ थान उत्ते मैं किकर बीज लिया, मैं हूं तुहाडे अगे रख रहा। धरती मिल जाएगी ना, फिर नाम बीज संतोख सुहागा, रख गरीबी बेस। धरती सज गई ना, फिर नम्रता आ जाएगी। धरती नहीं सजी, हंकार ही रहेगा, टिब्बे ही बने रहेंगे। राइट। सो टोए टिब्बे लाने ने। इनू एक बारी मैं बेनती करांगा कि असी अज जदों इत्थे पहुंच गए, अंतर विज्ञान प्रकाश उस स्थान का नहीं विनाश, इसनू हुण तुसी कंक्लूड करके मेरे सतविंदर भैन जी पिछली बारी पढ़ रहे सी, इसनू एक बारी पढ़ दिओ ताकि असी अगला चैप्टर अज शुरू करन तो पहला इहदे कंक्लूजन दे एक्सपर्ट कॉमेंट्स बिंदरी भूआ जी कोलों लै लईए, फिर उस तो बाद असी अगे
ਨੈਕਸਟ ਟੌਪਿਕ ਤੇ ਚੱਲਾਂਗੇ। ਪੁਸ਼ਪਿੰਦਰ ਜੀ, ਇਜ਼ ਇਟ ਇਨਫ ਤੇ ਕਦੀ ਨਹੀਂ ਹੁੰਦਾ, ਪਰ ਵੀਰ ਜੀ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਤੁਸੀਂ ਬੋਲ ਰਹੇ ਸੀਗੇ ਤੇ ਮੈਨੂੰ ਉਹ ਗੱਲ ਯਾਦ ਆ ਰਹੀ ਸੀ ਕਿ ਮੇਰੇ ਮਾਤਾ ਜੀ ਨਾ ਜਾਂ ਹੋਰ ਵੀ ਜਿਹੜੇ ਬਜ਼ੁਰਗ ਨੇ ਉਹ ਨਿਟਿੰਗ ਕਰਦੇ ਸੀਗੇ, ਜਿਵੇਂ ਸਵੈਟਰ ਦੀ ਜਿਹੜੀ ਬੁਣਾਈ ਹੁੰਦੀ ਹੈ ਨਾ, ਉਹਦਾ ਇੱਕ ਪੈਟਰਨ ਹੁੰਦਾ ਹੈ। ਉਹ ਪੈਟਰਨ ਸਮਝਣਾ ਬਹੁਤ ਜ਼ਰੂਰੀ ਹੁੰਦਾ। ਔਰ ਜਿਵੇਂ ਤੁਸੀਂ ਉਹ ਧਰਤੀ ਦਾ ਲੈ ਕੇ ਫਿਰ ਬੀਜ ਪਹਿਲੇ ਮਨ ਮੈਦਾਨ ਕਰ, ਔਰ ਜਿਹੜਾ ਪ੍ਰਸ਼ਟ ਹੋਇਆ, ਔਰ ਜਿਹੜੇ ਗੁਰਬਾਣੀ ਦੇ ਰੈਫਰੈਂਸਿਸ ਤੁਸੀਂ ਲੈ ਰਹੇ ਸੀਗੇ, ਤੇ ਅੱਜ ਮੈਂ ਨਾ ਬੜਾ ਆਪਣੇ ਆਪ ਨੂੰ ਵੱਡਮੁੱਲਾ ਸਮਝ ਰਿਹਾ ਸੀ ਕਿ ਅੱਜ ਮੈਂ ਅਟੈਂਡ ਕਰ ਪਾ ਰਿਹਾ, ਮਤਲਬ ਲਾਈਵ ਸੁਣ ਪਾ ਰਿਹਾ, ਤੇ ਮੇਰੇ ਕੋਲ ਤੇ ਲਫ਼ਜ਼ ਹੀ ਨਹੀਂ ਹੈਗੇ ਕਿ ਮੈਂ ਕੁਝ ਕਹਿ ਸਕਾਂ ਇਸ ਬਾਰੇ। ਮਤਲਬ ਇਟ ਵਾਜ਼ ਬਿਯੋਂਡ ਐਨੀ ਰਿਐਕਸ਼ਨ। ਮਤਲਬ ਰਿਐਕਸ਼ਨ ਵੀ ਕੀ ਦਿਆਂ, ਮਤਲਬ ਇਹਦੇ ਵਿੱਚ ਆਪਸ਼ਨ ਆਉਂਦਾ ਕਿ ਰਿਐਕਸ਼ਨ ਥੰਬਸ ਅਪ ਕਰਨਾ, ਤੇ ਉਹ ਬੜੀ ਛੋਟੀ ਚੀਜ਼ ਲੱਗ ਰਹੀ ਸੀਗੀ। ਮਤਲਬ ਇਤਨਾ ਵੱਡਮੁੱਲਾ ਸੈਸ਼ਨ, ਮਤਲਬ ਮੈਂ ਸੱਚੀ ਕਹਿ ਰਿਹਾ ਕਿ ਭਈ ਮੈਨੂੰ ਤੇ ਅੱਜ ਬਹੁਤ ਹੀ ਮਜ਼ਾ ਆਇਆ ਸੁਣ ਕੇ ਜੋ ਰੈਫਰੈਂਸਿਸ ਜੋ ਜੀ ਅੱਜ ਕੱਲ ਮੀਡੀਆ ਤੇ ਪਤਾ ਕੀ ਹੋ ਰਿਹਾ ਹੈ, ਅੱਜ ਕੱਲ ਮੀਡੀਆ ਦੇ ਕਾਰਨ ਸਾਡੀ ਇੱਕ ਆਦਤ ਖਰਾਬ ਹੋ ਰਹੀ ਹੈ। ਉਹ ਆਦਤ ਇਹ ਖਰਾਬ ਹੋ ਰਹੀ ਹੈ, ਲੋਕੀ ਇਹ ਗੱਲਾਂ ਕਰਦੇ ਨੇ, ਉਹ ਜੀ ਹੁਣ ਕੋਈ ਨਹੀਂ 4-4 5-5 10-10 ਘੰਟੇ ਲੈਕਚਰ ਸੁਣਦਾ। ਅੱਜ ਕੱਲ ਤੇ ਜ਼ਮਾਨਾ ਹੈ ਜੀ, ਕੁਇਕ ਦੱਸੋ, ਵਿਦਿਨ ਫਿਊ ਮਿੰਟਸ ਦੱਸੋ ਤੇ ਗੱਲ ਖਤਮ। ਪਰ ਇਹ ਤੇ ਜ਼ਿੰਦਗੀ ਲੱਗ ਜਾਂਦੀ ਹੈ ਮਨ ਦੀ ਧਰਤੀ ਫਿਕਸ ਅਪ ਕਰਦੇ ਆ। ਪਹਿਲਾਂ ਮੈਨੂੰ ਮੇਰਾ ਪਲਾਟ ਹੀ ਨਹੀਂ ਪਤਾ ਕਿੱਥੇ ਹੈ, ਫਿਰ ਮੈਂ ਪਲਾਟ ਲੱਭਾਂ ਤੇ ਫਿਰ ਮੈਂ ਪਲਾਟ ਚੋਂ ਪਹਿਲਾਂ ਮਹਿਸੂਸ ਕਰਨ ਜਾਵਾਂ, ਦੇਖਣ ਜਾਵਾਂ। ਇਹ ਮਿੰਟਾਂ ਵਿੱਚ ਟੈਕਸਟ ਮੈਸੇਜ ਪਾਉਣ ਨਾਲ, ਛੇਤੀ ਕੁਇਕ ਮੈਸੇजेस ਨਾਲ ਨਹੀਂ ਹੁੰਦਾ। ਜਜ਼ਬਾਤ ਹੀ ਨਹੀਂ ਬਣੇਗਾ। ਬੜੇ ਸਾਲ ਤੇ ਮੈਨੂੰ ਲੱਗ ਰਹੇ ਨੇ, ਹੁਣੇ ਮੈਂ ਧਰਤੀ ਨੂੰ ਪਛਾਣ ਰਿਹਾ ਕਿ ਇਤਨੇ ਸਾਰੇ ਪਲਾਟਸ ਚੋਂ ਮੇਰਾ ਪਲਾਟ ਕਿਹੜਾ ਹੈ। ਫਿਰ ਮੈਂ ਪਲਾਟ ਪਛਾਣ ਕੇ ਦੇਖਾਂ ਕਿ ਇਹਦੇ ਉੱਤੇ ਉੱਪਰ ਆਏ ਬੈਠੇ ਕੁੜਿਆਰ ਹੈ। ਤੇ ਫਿਰ ਪਹਿਲਾਂ ਜੇ ਮੈਨੂੰ ਇੱਥੇ ਬੈਠਣਾ ਤਾਂ ਪਹਿਲਾਂ ਸੁੱਚਾ ਹੋਣਾ ਪਏਗਾ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਏ। ਮੈਨੂੰ ਪਹਿਲਾਂ ਤੇ ਧਰਤੀ ਪਛਾਣਨ ਵਿੱਚ ਕਾਫੀ ਟਾਈਮ ਲੱਗ ਜਾਏਗਾ। ਜ਼ਿੰਦਗੀ ਦੇ ਕਿੰਨੇ ਸਾਲ ਬੀਤ ਜਾਂਦੇ ਨੇ, ਧਰਤੀ ਦਾ ਪਲਾਟ ਹੀ ਨਹੀਂ ਮਿਲਦਾ। ਤੇ ਜੇ ਧਰਤੀ ਦਾ ਪਲਾਟ ਮਿਲ ਜਾਵੇ ਨਾ, ਤਾਂ फिर नवा काम शुरू होएगा। सर इसमें क्या क्या गलत उगा हुआ है, ये धरती कलर की खेती तो नहीं है, ये अनफर्टाइल लैंड तो नहीं है, इसमें जानवर तो नहीं रहते हैं। तो फिर मनु कोई ठेकेदार लभना पेगा जिहड़ा इहनू सफाई कर दे। कंडे वाला ठेकेदार कोई होर, मिट्टी खोदन वाला ठेकेदार कोई होर, सफाई करन वाला ठेकेदार कोई होर, फिर इहदे ते सफाई करके प्लेन किवें करना, बुलडोजर वाला कोई होर, फिर इहनू प्लेन करन वाला कोई होर रोलर ले आएगा। फिर इहदे ते बीजना किवें किस तरह है, वो फार्मर ले आना पएगा। फिर कंस्ट्रक्शन इंजीनियर लिया के इहदे उत्ते उसारी करनी पेगी। इन्ना क्विक मैसेजेस नाल नहीं होंदा। ए बड़ा स्लोली धरती नू खोद के स्लोली ਇਹਦੇ ਅੰਦਰ ਦੇ ਹੀਰੇ ਜਵਾਹਰਾਤ ਲੱਭने ਪੈਂਦੇ ਨੇ। ਇਹ क्विक नहीं है कि समुंदर के अंदर ऐसे गए और ऐसे निकल आए। ਜਦੋਂ ਮੈਂ ਨਵਾਂ ਡਾਈਵ ਸਿੱਖਿਆ ਸੀ ਨਾ, ਤਾਂ ਮੈਂ ਥੱਲੇ ਚਲਾ ਜਾਂਦਾ ਸੀ, ਤਾਂ ਮੈਂ ਬਾਹਰ ਆਂਦਾ ਸੀ ਤਾਂ ਮੈਨੂੰ ਬੜਾ ਘਮੰਡ ਹੋ ਗਿਆ, ਦੇਖੋ ਮੈਂ ਬਿਲਕੁਲ ਸਵਿਮਿੰਗ ਪੂਲ ਦੇ ਬਾਟਮ ਨੂੰ ਟੱਚ ਕਰ ਰਿਹਾ। ਫਿਰ ਮੈਨੂੰ ਨਾ ਜਦੋਂ ਉਹਨਾਂ ਨੇ ਅੱਗੇ ਸਿਖਾਇਆ, ਉਹਨਾਂ ਨੇ ਕਿਹਾ ਇਹ ਪਾਣੀ ਦੀ ਸਰਫੇਸ ਹੈ, ਇਹਦੇ ਇੰਝ ਕਰਕੇ ਇੰਝ ਵੀ ਨਿਕਲ ਆਈਦਾ। ਫਿਰ ਮੈਂ ਜੰਪ ਕਰਕੇ ਇੰਝ ਨਿਕਲ ਆਉਂਦਾ ਸੀ, ਪਰ ਇੰਝ ਨਿਕਲ ਆਉ ਨਾ ਤਾਂ ਸਮੁੰਦਰ ਦੇ ਰਤਨ ਜਵਾਹਰ ਨਹੀਂ ਪ੍ਰਾਪਤ ਹੁੰਦੇ ਨੇ। ਇਹ ਜਿਹੜਾ ਕੁਇਕ ਮੈਸੇਜ, ਕੁਇਕ ਸ਼ਾਰਟ, ਕ੍ਰਿਸਪ, ਕਲੀਅਰ, ਕੁਇਕ, ਜਲਦੀ 2 ਸੈਂਟੈਂਸ ਦੇ ਨਾਲ ਅਸੀਂ ਸੋਚ ਰਹੇ ਹਾਂ ਨਾ ਕਿ ਐਸੇ ਸੈਮੀਨਾਰ ਹੋਣੇ ਚਾਹੀਦੇ ਨੇ ਜੀ। ਬਹੁਤੀਆਂ ਲੰਬੀਆਂ ਗੱਲਾਂ ਨਹੀਂ ਸੁਣਨ ਦਾ ਸਾਨੂੰ ਟਾਈਮ ਹੈ ਨਾ। ਫਿਲਮਾਂ ਦੇਖਣ ਦਾ ਟਾਈਮ ਹੈ, ਸੀਰੀਅਲਸ ਦੇਖਣ ਦਾ ਟਾਈਮ ਹੈ। ਸਿਰਫ 5 ਲਾਈਨ ਸੁਣ ਕੇ ਹੱਸ ਲੈਣ ਨਾਲ ਜ਼ਿੰਦਗੀਆਂ 'ਚ ਹਾਸੇ ਨਹੀਂ ਆਉਂਦੇ ਨੇ।
है ना, जितने असी शो देखते हैं ना कॉमेडी शो, ये मारा तुमने पंच, उस पंच विच टैंपरेरी हासा आ जाता है। जिंदगी च नानक भगतां सदा विकास नहीं आंदा है, समा लगदा है। इस करके वो पता नहीं किस तरह सानू थान भ्रष्ट समझना, फिर थान भ्रष्ट नू ठीक करना, फिर उसनू मुड़ के खराब ना होण देना, कितनी मेहनत लगती है ना। हाँ जी, गुरमेल उस तो सिंह बाद जी जेड़े ਕੰਟਰੈਕਟ ਜਿਹੜਾ ਉਹ ਪੂਰਾ ਦਾ ਪੂਰਾ ਸਤਿਗੁਰੂ ਨੂੰ ਦੇ ਦੇਣਾ, ਉਹ ਵਾਲਾ गुरु point साहब नू देना। ਕੀ ਬਾਤ ਹੈ। ਹਾਂਜੀ, ਸਾਡੇ ਹਾਂਜੀ। ਨਾਲ ਗੁਰਮੇਲ ਸਿੰਘ ਜੀ ਹੈਗੇ ਨੇ, ਉਹਨਾਂ ਨੇ ਹੈਂਡ ਰੇਜ਼ ਕੀਤਾ ਹੈ। ਹਾਂਜੀ, ਆਪ ਵੀ ਅਨਮਿਊਟ ਕਰ ਲਓ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ ਹਾਂਜੀ, ਮੈਂ ਲੈਕਚਰ ਤੁਹਾਡੇ ਵਿਚਾਰ ਸੁਣ ਕੇ ਟੋਏ ਟੋਏ ਵਾਲੇ ਬਹੁਤ ਹੀ ਮਦਦ ਮਿਲ ਰਹੀ ਹੈ ਜ਼ਿੰਦਗੀ ਨੂੰ ਸੁਧਾਰਨ ਵਾਸਤੇ। ਕੱਲ ਸਹਿਜ ਪਾਠ ਕਰਦੇ ਕਰਦੇ ਨਾ ਕਬੀਰ ਦਾ ਸ਼ਬਦ ਆਇਆ, ਨਿਰਦਨ ਆਦਰ ਕੋਈ ਨਾ ਦੇ, ਲਾਗ ਜਤਨ करे ओए चित ना तरे, जो निर्धन सदन के जाए आगे बैठा पीठ फुलाए। ਹੁਣ ਦੁਨਿਆਵੀ ਦੁਨੀਆ 'ਚ ਸਮਝ ਆਉਂਦਾ ਹੈ, ਸਭ ਚੱਲਦਾ ਹੈ, ਪਰ ਆਪਣੇ ਉੱਪਰ ਕਿੱਦਾਂ ਢੁਕਾਵਾਂਗੇ ਸ਼ਬਦ ਨੂੰ? ਜੇ ਸਾਰੇ ਟੋਏ ਟਿੱਬੇ ਤਾਂ ਨਹੀਂ ਇਹਨਾਂ ਬਣਦੇ ਪਏ, ਉਹ ਕਿਸ ਤਰ੍ਹਾਂ ਠੀਕ ਹੋਏਗਾ? ਹਾਂਜੀ, ਜਦੋਂ ਆਪਣੇ ਤੇ ਢੁਕਾਵਾਂਗਾ ਨਾ, ਤੇ ਬਾਹਰਲੇ ਸੋਕਾਰਡ ਜਿੱਦਾਂ ਦਾ ਨਾਂ ਅਸੀਂ ਲੇਬਲ ਰੱਖਿਆ ਕਿ ਫਲਾਣਾ ਗਰੀਬ ਹੈ, ਫਲਾਣਾ ਨਿਰਧਨ ਹੈ, ਉਹ ਨਹੀਂ ਹੋਏਗਾ। ਜੇ ਮੇਰੇ ਕੋਲ ਚੰਗੇ ਗੁਣਾ ਦਾ ਧਨ ਨਹੀਂ ਹੈ ਨਾ, ਤਾਂ ਮੈਂ ਨਿਰਧਨ ਹਾਂ। ਤਾਂ ਜਦੋਂ ਕਹਿੰਦੇ ਨਾ ਨਾਨਕ ਤੇ ਮੁਖ ਉਜਲੇ, ਜਦੋਂ ਕਹਿੰਦੇ ਨਾ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਾ ਮਾਨ, ਮਨੂੰ ਉਹ ਆਦਰ ਪ੍ਰਾਪਤ ਨਹੀਂ ਹੁੰਦਾ। ਮੇਰੇ ਕੋਲ ਖੋਟ ਹੈ, ਮੇਰੇ ਕੋਲ ਇੰਪਿਓਰਿਟੀਜ਼ ਨੇ, ਤਾਂ ਮਨੂੰ ਖੋਟੇ ਸੱਟੀਏ ਬਾਰ-ਬਾਰ ਹੋ ਜਾਂਦਾ ਹੈ ਨਾ, ਹੈ ਨਾ। ਤੁਸੀਂ ਨਕਲੀ ਨੋਟ ਜਾਂ ਨਕਲੀ ਸਿੱਕਾ ਲੈ ਕੇ ਬੈਂਕ ਜਾਓ, ਉਹ ਨਹੀਂ ਲੈਂਦੇ ਨੇ ਨਾ, ਹੈ ਨਾ, ਉਹ ਨਹੀਂ ਚੱਲਦਾ ਨਾ। ਕੋਈ ਦੁਕਾਨਦਾਰ ਵੀ ਨਹੀਂ ਲੈਂਦਾ, ਰੇੜੀ ਵਾਲਾ ਵੀ ਨਹੀਂ ਲੈਂਦਾ, ਖੋਟਾ ਸਿੱਕਾ ਨਹੀਂ ਚੱਲਦਾ ਨਾ। ਇੰਜ ਜੇ ਮੇਰੇ ਕੋਲ ਚੰਗੇ ਗੁਣ ਨਹੀਂ ਨੇ, ਤਾਂ ਮੈਂ ਆਦਰ ਨਹੀਂ ਪ੍ਰਾਪਤ ਕਰ ਰਿਹਾ। ਕਿੱਥੇ? ਮੇਰੀ ਸੈਲਫ ਐਸਟੀਮ ਖਰਾਬ ਹੋ ਗਈ ਹੈ, ਮੈਂ ਗਿਲਟ ਫੀਲ ਕਰਦਾ ਹਾਂ। ਜਦੋਂ ਮੈਂ ਗਿਲਟ ਫੀਲ ਕਰਦਾ ਹਾਂ, ਆਪਣੀਆਂ ਨਜ਼ਰਾਂ ਚੋਂ ਗਿਰ ਜਾਂਦਾ ਨਾ, ਇਹਨੂੰ ਆਦਰ ਨਾ ਪ੍ਰਾਪਤ ਕਰਨਾ ਕਹਿੰਦੇ ਨੇ। ਲੋਕੀ ਤੇ ਬੜੇ ਆਦਰ ਦੇ ਦਿੰਦੇ ਨੇ, ਲੋਕੀ ਹਾਰ ਪਾ ਦਿੰਦੇ ਨੇ, ਫਿਰ ਲੋਕੀ ਲੈਗ ਪੁਲਿੰਗ ਕਰ ਦਿੰਦੇ ਨੇ। ਜਿਹੜੇ ਹਾਰ ਪਾਉਂਦੇ ਨੇ ਉਹ ਵੱਟੇ ਮਾਰਦੇ ਨੇ, ਉਹ ਜੁੱਤੀਆਂ ਵੀ ਮਾਰਦੇ ਨੇ। ਹੁੰਦਾ ਨਾ ਸਾਡੇ ਸਭ ਦੇ ਨਾਲ, ਹੈ ਨਾ। ਲੋਕਾਂ ਦੇ ਆਦਰ ਦੀ ਗੱਲ ਨਹੀਂ ਚੱਲ ਰਹੀ। ਮੈਂ ਅਵਗੁਣ ਵਿੱਚ ਹਾਂ ਤੇ ਮੈਂ ਨਿਜ ਘਰ ਦੇ ਮਹਿਲ ਅੰਦਰ ਐਂਟਰ ਹੀ ਨਹੀਂ ਕਰ ਪਾ ਰਿਹਾ, ਮੈਨੂੰ ਆਦਰ ਹੀ ਨਹੀਂ ਮਿਲ ਰਿਹਾ, ਕੁਆਲੀਫਾਈ ਨਹੀਂ ਨਾ ਹੋ ਰਿਹਾ। ਨਿਰਧਨ ਆਦਰ ਕੋਈ ਨਾ ਦੇ। ਪਰ ਜੇ ਮੈਂ ਕਿਸੇ ਦੇ ਘਰ ਪਾਰਟੀ ਤੇ ਜਾਵਾਂ ਔਰ ਮੈਂ ਬਹੁਤ ਅੱਛੇ ਬ੍ਰਾਂਡ ਨੇਮ ਦੇ ਕੱਪੜੇ ਪਾਏ ਹੋਣ, ਔਰ ਉਹ ਮੈਨੂੰ ਰਿਸਪੈਕਟ ਨਾਲ ਕਹਾ, ਆਓ ਆਓ ਜੀ ਭੁਪਿੰਦਰ ਸਿੰਘ ਜੀ ਬੈਠੋ, ਹੈ ਫਰੰਟ ਤੇ ਬੈਠੋ, VIP ਸੀਟ ਤੇ ਬੈਠੋ, ਇਹਨੂੰ ਆਦਰ ਨਹੀਂ ਕਹਿੰਦੇ, ਹੈ ਨਾ। ਅਸੀਂ ਇਹਦਾ ਨਾਂ ਆਦਰ ਰੱਖਿਆ ਹੋਇਆ ਕਿਉਂਕਿ ਅਸੀਂ ਬਾਹਰਲੇ ਕੱਪੜਿਆਂ ਦੇ ਨਾਲ ਅਮੀਰੀ ਗਰੀਬੀ ਦੇਖ ਰਹੇ ਹਾਂ। ਅੱਛਾ, ਜੇ ਮੈਂ ਮੈਲੇ ਕੁਚਾਲੇ ਫੱਟੇ ਕੱਪੜੇ ਪਾਏ ਹੋਣ, ਪਰ ਮੈਂ ਕਿਧਰੇ ਜਾਵਾਂ, ਉਹਨਾਂ ਨੂੰ ਮੇਰੇ ਮਿੱਠੇ ਬੋਲ ਯਾਦ ਆ ਜਾਣ, ਉਹਨਾਂ ਨੂੰ ਮੇਰਾ ਨਮਰਤਾ ਭਰਪੂਰ ਜੱਫੀ ਯਾਦ ਆ ਜਾਏ, oh this man is loving guy, oh my goodness, I love to embrace him regardless ਕਿ ਇਹਦੇ ਕੱਪੜੇ ਕੈਸੇ ਨੇ, ਹੈ ਨਾ। ਤਾਂ ਪਤਾ ਕੀ ਗੱਲ ਹੈ, ਉਹ ਜਿਹੜਾ ਆਦਰ ਹੈ ਨਾ, ਉਹ ਪਹਿਲਾਂ ਮੈਂ ਅੰਦਰੋਂ ਪ੍ਰਾਪਤ ਕੀਤਾ, ਮੈਂ ਉਹ ਗੁਣ ਜੀਵਿਆ, ਇਸ ਕਰਕੇ ਹੁਣ ਜਿਹੜਾ ਉਹ ਰੈਕਗਨਾਈਜ਼ ਹੋ ਰਿਹਾ,
ਉਹ ਗੱਲ ਹੋਰ ਹੈ। ਸੋ ਸ਼ਬਦ ਜਦੋਂ ਆਪਣੇ ਤੇ ਟੁਕੇਗਾ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰਿਓ ਚਿਤ ਨਾ ਧਰੇ। ਉਹ ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ, ਜਿੰਨੇ ਮਰਜ਼ੀ ਬ੍ਰਾਂਡ ਨੇਮ ਦੇ ਕੱਪੜੇ ਪਾ ਲੈ, ਸੋਨੇ ਮੁੰਦਰੀਆਂ ਪਾ ਲਵੇ, ਪਰਫਿਊਮ ਲਗਾ ਲਵੇ, ਮੈਚਿੰਗ ਕੱਪੜੇ ਪਾ ਲਵੇ, ਸਭ ਕੁਝ ਜੋ ਮਰਜ਼ੀ ਕਰ ਲਵੇ, ਸਟੇਬਿਲਿਟੀ ਨਹੀਂ ਆਈ। ਅਨਪਾਵਨੀ ਭਗਤ ਨਹੀਂ ਉਪਜੈ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਟੇਬਲ ਨਾ ਹੋਇਆ, ਮਨ ਸਟੇਬਲ ਨਹੀਂ ਹੈ। ਜਦੋਂ ਸਾਡਾ ਮਨ ਸਟੇਬਲ ਹੁੰਦਾ ਹੈ ਨਾ ਗੁਰਮੇਲ ਸਿੰਘ ਜੀ, ਤੁਸੀਂ ਸਾਡੀ ਰੋਜ਼ ਵੀਡੀਓਜ਼ ਦੇਖਦੇ ਹੋ, ਰੋਜ਼ ਉਹਦੇ ਤੇ ਤੁਸੀਂ ਕਮੈਂਟ ਵੀ ਕਰਦੇ ਹੋ, ਬੜੇ ਪਿਆਰ ਨਾਲ ਦੇਖ ਕੇ ਸਾਨੂੰ ਉਤਸ਼ਾਹ ਦਿੰਦੇ ਹੋ। ਜਦੋਂ ਸਾਡਾ ਮਨ ਸਟੇਬਲ ਹੁੰਦਾ ਹੈ ਨਾ, ਤਾਂ ਸਾਡਾ ਕੁਝ ਕ੍ਰੀਏਟਿਵ ਕਰਨ ਤੇ ਦਿਲ ਕਰਦਾ ਹੈ, ਤਾਂ ਸਾਡਾ ਅਨਕੰਡੀਸ਼ਨਲ ਦੁਨੀਆ ਦੇ ਭਲੇ ਵਾਸਤੇ ਮੈਂ ਕੁਝ ਸਿੱਖਾਂ ਤੇ ਮੈਂ ਆਪਣਾ ਸੁਧਾਰ ਕਰਾਂ, ਲੋਕਾਂ ਦੇ ਭਲਾ ਵਾਸਤੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਵਾਲਾ ਮੈਂ ਜੀਵਨ ਸਿੱਖਾਂ। ਲੇਕਿਨ ਜੇ ਮਨ ਸਟੇਬਲ ਨਹੀਂ ਹੈ ਨਾ, ਤਾਂ ਮੈਂ ਪ੍ਰੋਬਲਮਸ ਵਾਲੀਆਂ ਗੱਲਾਂ ਕਰਦਾ ਰਵਾਂਗਾ, ਪ੍ਰੋਬਲਮਸ ਵਾਲੀਆਂ ਗੱਲਾਂ ਸੋਚਦਾ ਰਵਾਂਗਾ, ਹੈ ਨਾ। ਲੱਖ ਯਤਨ ਕਰੇ ਉਹ ਚਿਤ ਨਾ ਧਰੇ, ਮਨ ਸਟੇਬਲ ਨਹੀਂ ਹੈ ਨਾ, that's why you are indulged 24 hours thinking about problems, problems, problems. ਮੇਰੇ ਬ੍ਰਦਰ ਜੋਗੀ ਆਪਣੇ ਸਨੀਡੇਲ ਸਟੋਰ ਤੇ ਨਾ ਸੁਪਰ ਮਾਰਕੀਟ ਵਿੱਚ ਰੋਜ਼ ਇੱਕ ਸਲੋਗਨ ਚੇਂਜ ਕਰ ਦਿੰਦੇ ਸੀ। ਤਾਂ ਮੈਂ ਉਹਨੂੰ ਜਦੋਂ ਵੀ ਜਾਵਾਂ ਤੇ ਮੈਂ ਸਟੋਰ ਤੇ ਕਹਾਂ ਜੋਗੀ ਇਹ ਚੇਂਜ ਕਰ ਦਿੰਦੇ ਹੋ, ਪਰ ਇਹ ਉੱਪਰ ਇੰਨਾ ਸਾਲ ਪੁਰਾਣਾ ਲਿਖਿਆ ਹੋਇਆ ਹੈ, ਇਹ ਕਦੋਂ ਦਾ ਲਿਖਿਆ ਹੈ? ਉਹਨੇ ਉਹਦੇ ਤੇ ਲਿਖਿਆ ਹੋਇਆ ਸੀ 1978। ਮੈਂ ਕਿਹਾ ਜੋਗੀ ਇਹ 78 ਦਾ ਹੁਣ ਤੱਕ ਲਿਖਿਆ ਹੋਇਆ, ਹੁਣ ਤਾਂ 90 ਹੋ ਗਿਆ, ਹੁਣ ਕਿਉਂ ਨਹੀਂ ਚੇਂਜ ਕਰਦੇ? ਕਹਿੰਦਾ ਇਹ ਚੇਂਜ ਨਹੀਂ ਮੈਂ ਕਰਨਾ। ਮੈਂ ਕਿਹਾ ਇਹ ਸੈਂਟੈਂਸ ਜੋਗੀ ਜੀ ਜਰਾ ਦੁਬਾਰਾ ਮੈਨੂੰ ਸਮਝਾਓ। ਉਹਨੇ ਸੈਂਟੈਂਸ ਲਿਖਿਆ ਹੋਇਆ ਸੀ ਕਿ ਮੈਂ ਪਾਰਟ ਆਫ ਪ੍ਰੋਬਲਮ ਨਹੀਂ ਹਾਂ, ਮੈਂ ਪਾਰਟ ਆਫ ਸੋਲੂਸ਼ਨਸ ਹਾਂ। ਪਾਰਟ ਆਫ ਪ੍ਰੋਬਲਮ ਹੋਵੋ ਨਾ, ਹਰ ਵੇਲੇ ਆਪਣੀ ਪ੍ਰੋਬਲਮ ਦੇ ਹੀ ਰੋਣੇ ਰੋਂਦੇ ਰਹਿੰਦੇ ਆ। ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, है ना। रोगी के पाने सब रोगी। अजी प्रॉब्लम से ऊपर उठो, कुछ क्रिएटिव भी सोचा करो, कुछ अपने सुधार का सोचा करो, कुछ दुनिया का भला सोचा करो। बी ए पार्ट ऑफ सॉल्यूशंस, नॉट प्रॉब्लम्स। ਜਿਹੜੇ ਪ੍ਰੋਬਲਮਸ ਨੂੰ ਸੋਚਦੇ ਰਹਿੰਦੇ ਨੇ, ਪ੍ਰੋਬਲਮਸ ਦੇ ਹੀ ਰੋਣੇ ਰੋਂਦੇ ਰਹਿੰਦੇ ਨੇ, ਉਹ ਪ੍ਰੋਬਲਮ ਕ੍ਰੀਏਟ ਕਰਦੇ ਨੇ। ਉਹ ਜੋਗੀ ਭਾਵੇਂ 24/7 ਆਪਣੇ ਬਿਜ਼ਨਸ ਵਿੱਚ ਬਿਜ਼ੀ ਰਹਿੰਦੇ ਸੀ, ਸਵੇਰੇ 5 ਵਜੇ ਦੇ ਕੇ ਰਾਤੀ 11 ਵਜੇ ਆਉਂਦੇ ਸੀ, ਪਰ ਉਹ ਕਹਿੰਦਾ ਮੈਂ 7 ਦਿਨਾਂ ਚੋਂ ਇੱਕ ਦਿਨ ਤੇ 100% ਲੋਕਾਂ ਵਾਸਤੇ ਰੱਖਿਆ ਹੋਇਆ। ਪਰ ਆਪਣੇ ਬਿਜ਼ਨਸ ਆਵਰਸ ਵਿੱਚ ਵੀ he used to say I am part of solutions, not problems। ਇਹ ਸੈਂਟੈਂਸ ਉਹਨੇ ਕਦੀ ਚੇਂਜ ਹੀ ਨਹੀਂ ਕੀਤਾ। 78 ਦਾ ਲਿਖਿਆ ਹੈ 90 ਤੱਕ। ਮੈਂ ਕਿਹਾ ਜੋ ਕਿ ਇਹ ਪੁਰਾਣਾ ਹੋ ਗਿਆ, ਬੜਾ ਪੀਲਾ ਪੈ ਗਿਆ, ਬਟ ਹੀ ਡਿਡ ਚੇਂਜ ਇਟ। ਕਹਿੰਦਾ ਹੈ ਮੈਨੂੰ ਰੋਜ਼ ਰਿਮਾਈਂਡ ਕਰਾਂਦਾ, ਪ੍ਰੋਬਲਮ ਨਹੀਂ ਰੱਖਣੀਆਂ ਦੂਜਿਆਂ ਅੱਗੇ, ਸੋਲੂਸ਼ਨ ਰੱਖਣੇ, ਦੂਜਿਆਂ ਦੇ ਸੋਲੂਸ਼ਨ ਵੀ ਕੱਢਣੇ ਨੇ। ਹਾਂ ਮੇਰੇ ਪੈਰ ਚਿੱਕੜ ਹੀ ਹਨ, ਨੋ ਡਾਊਟ, ਮੈਂ ਤੇ ਆਪਣੇ ਚਿੱਕੜ ਔਰ ਦਲਦਲ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ, ਬਟ ਬੀ ਅ ਪਾਰਟ ਆਫ ਸੋਲੂਸ਼ਨਸ, not complaints, not शिकवे शिकायत, है ना। निर्धन आदर कोई ना दे, लाख जतन करो चित ना करे। once you are thinking solutions ता फिर टिक जाएंगे, है ना। ਇਹ ਸ਼ਬਦ ਨੂੰ ਅਸੀਂ ਮੇਰੇ ਖਿਆਲ ਨਾਲ C4 ਜਨਕਪੁਰੀ 8-10 ਸਾਲ ਪਹਿਲਾਂ ਗਾਇਆ ਹੋਇਆ। ਹਾਂਜੀ, ਤੁਹਾਨੂੰ ਲਿਵਿੰਗ ਟ੍ਰੇਜਰ ਦੀ ਵੀਡੀਓ ਮਿਲ ਜਾਏਗੀ। ਹਾਂਜੀ, ਅਸੀਂ ਥੈਂਕਸ ਫॉर ਚੈਟ ਬਾਕਸ ਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਇਹਦਾ ਲਿੰਕ ਵੀ ਹੈ, YouTube ਦਾ ਲਿੰਕ ਹੈ, ਉੱਥੇ ਤੁਸੀਂ ਕਲਿੱਕ ਕਰਕੇ ਤੇ ਪੂਰੇ ਦਾ ਪੂਰਾ ਪ੍ਰੋਗਰਾਮ ਸ਼ਬਦ ਦੇ ਵਿਚਾਰ ਆਪ ਜੀ ਦੁਬਾਰਾ ਸੁਣ ਸਕਦੇ ਹੋ। ਜੀ ਥੈਂਕਸ ਅ ਲੋਟ। ਥੈਂਕ ਯੂ ਗੁਰਮੇਲ ਜੀ, ਥੈਂਕ ਯੂ ਜੀ।
ਤੇ ਇੱਕ ਗੁਰਬੀਰ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ। ਅਸੀਂ हेलो हेलो जी गुरबीर, मेरी आवाज आ रही है जी? हाँ जी, फर्स्ट क्लास। ਤੁਸੀਂ वाहिगुरु ਪੂਰੇ जी का ਸਮਾਰਟ खालसा, ਨਜ਼ਰ ਆ ਰਹੇ वाहिगुरु जी की फतेह। थैंक यू वीर, ਹੋ। थैंक यू ਆਡੀਓ ਵੀ ਵੀਡੀਓ ਦੋਨੋਂ ਕਲੀਅਰ ਨੇ। जी वीर। ਵੀਰ ਮੇਰਾ ਨਾ ਇੱਕ ਕੁਐਸਚਨ ਕਾਫੀ ਲੰਬੇ ਸਮੇਂ ਦਾ ਮੇਰੇ ਦਿਮਾਗ ਵਿੱਚ ਘੁੰਮਦਾ ਰਹਿੰਦਾ ਹੈ ਮਨ ਦੇ ਉੱਤੇ ਨਾ, ਤੇ ਮੈਂ ਚਾਹ ਰਿਹਾ ਸੀ ਆਪ ਜੀ ਨਾਲ ਸ਼ੇਅਰ ਕਰਾਂ ਅੱਜ। ਮੰਨ ਲਓ ਮੈਂ ਕੋਈ ਗਲਤ ਕੰਮ ਕੀਤਾ ਤੇ ਫਿਰ ਮੇਰਾ ਮਨ ਹੀ ਮੈਨੂੰ ਸਮਝਾਉਂਦਾ ਹੈ ਕਿ ਤੂੰ ਇਹ ਗਲਤ ਕੰਮ ਕੀਤਾ ਹੈ, ਰਾਈਟ? ਉਹ ਮਨ ਕਿਹੜਾ ਹੈ? ਮਤਲਬ ਮਨ ਦੇ ਦੋ ਪਾਰਟ ਹਨ ਜਾਂ ਦੋ ਤਰ੍ਹਾਂ ਦਾ ਮਨ ਹੈ? ਕਿਸ ਤਰ੍ਹਾਂ ਇੱਕ ਮਨ ਦੂਜੇ ਮਨ ਨੂੰ ਸਮਝਾਉਂਦਾ ਹੈ? ਉਹ ਕੌਣ ਚੀਜ਼ ਸਮਝਾਦੀ ਮੈਨੂੰ ਵੀ ਤੂੰ ਗਲਤ ਕੰਮ ਕੀਤਾ ਹੈ, ਇਹਨੂੰ ਠੀਕ ਕਰ? ਮੈਂ ਇਸ ਨੂੰ ਨਹੀਂ ਸਮਝ ਪਾ ਰਿਹਾ। ਕੈਨ ਯੂ ਸੋਲਵ? ਹਾਂਜੀ, ਜਦੋਂ ਮੇਰਾ ਮਨ ਕਹਿੰਦਾ ਹੈ ਕਿ ਤੂੰ ਗਲਤ ਕੰਮ ਕੀਤਾ ਹੈ, ਉਹ ਮਨ ਜਿਹੜਾ ਕਹਿੰਦਾ ਹੈ ਨਾ, ਉਹਨੂੰ ਗੋਡਸ ਵਾਇਸ, ਇਨਰ ਵਾਇਸ 2 ਅਕਤੂਬਰ ਦਾ ਸੈਮੀਨਾਰ, ਉਹ ਰੱਬ ਦੀ ਆਵਾਜ਼ ਹੈ। ਰੱਬ ਜੀ ਦੀ ਆਵਾਜ਼ ਵੀ ਤਾਂ ਮੇਰੇ ਮਨ ਚੋਂ ਹੀ ਆਉਂਦੀ ਹੈ ਨਾ। ਹਾਂਜੀ, ਹੁਣੇ ਤੁਸੀਂ ਜਿਸ ਤਰ੍ਹਾਂ ਕੁਐਸਚਨ ਮੈਨੂੰ ਪੁੱਛਿਆ, ਤੁਸੀਂ ਕੁਐਸਚਨ ਕਿਹਾ ਮੈਂ ਗਲਤ ਕੰਮ ਕੀਤਾ, ਫਿਰ ਮੇਰਾ ਮਨ ਮੈਨੂੰ ਕਹਿੰਦਾ ਹੈ, ਉਹ ਜਿਹੜਾ ਮਨ ਹੈ ਨਾ, ਉਹ ਰੱਬ ਦੀ ਆਵਾਜ਼ ਹੈ, ਸਤਿਗੁਰ ਦੀ ਆਵਾਜ਼ ਹੈ ਨਾ। ਹੁਣ ਉਹ ਮੈਨੂੰ ਕਹਿ ਰਿਹਾ, ਦੇਖ ਇਹ ਕਰਕੇ ਤੂੰ ਪਛਤਾ ਰਿਹਾ ਨਾ, ਇਹ ਕਰਕੇ ਅਪਸੈਟ ਹੋ ਰਿਹਾ ਨਾ, ਉਹ ਫਿਰ ਮੈਨੂੰ ਕਹਿੰਦਾ ਅੱਗੋਂ ਦੇ ਜੇ ਚੇਤੀ ਹੈ, ਕਾਇਤ ਮਿਲੇ ਸਜਾਏ, ਡੋਂਟ ਰਿਪੀਟ ਇਟ, है ना। मेरी किसी दे नाल रिलेशनशिप इस करके खराब हो गई क्योंकि मैं ਉਹਦੇ ਤੇ ਬੜੀਆਂ ਐਕਸਪੈਕਟੇਸ਼ਨਸ ਰੱਖ ਲਈਆਂ। ਤਾਂ ਮੇਰਾ ਮਨ ਕਹਿ ਰਿਹਾ, ਸਤਿਗੁਰ ਕਹਿ ਰਿਹਾ, ਅੰਦਰ ਦੀ ਆਵਾਜ਼ ਕਹਿ ਰਹੀ ਹੈ, ਗॉड्स वॉइस ਕਹਿ ਰਹੀ ਹੈ, ਆਕਾਸ਼ਵਾਣੀ ਕਹਿ ਰਹੀ ਹੈ, ਧੁਰ ਕੀ ਬਾਣੀ ਕਹਿ ਰਹੀ ਹੈ, ਅੱਗੋਂ ਦੇ ਜੇ ਚੇਤੀ ਕਾਇਤ ਮਿਲੇ ਸਜਾਏ, ਤੇ ਮੈਂ ਅੱਗੋਂ ਤੋਂ ਐਕਸਪੈਕਟੇਸ਼ਨ ਨਹੀਂ ਕਰਾਂਗਾ, ਹੈ ਨਾ। ਇਹ ਸਾਡੇ ਹੰਬੀ ਵੰਜਾ ਡੂਮਣੀ ਰੋਵਾਂ ਚ ਨਹੀਂ ਪਾਣ। ਜਦੋਂ ਮਨ ਡੁਐਲਿਟੀ ਚ ਹੁੰਦਾ ਹੈ ਨਾ, ਤਾਂ ਇਹਨਾਂ ਦੋਵਾਂ ਚੋਂ ਚੰਗੇ ਵਾਲੇ ਮੈਸੇਜ ਨੂੰ ਲੈਂਦਾ ਨਹੀਂ ਹੈ। ਚੰਗੇ ਵਾਲਾ ਮੈਸੇਜ ਗॉड्स वॉइस ਹੁੰਦੀ ਹੈ, ਇਹ ਮੇਰੇ ਮਨ ਦੀ ਇਹ ਡੁਐਲਿਟੀ ਹੈ। ਡੁਐਲਿਟੀ ਚੋਂ ਚੰਗੇ ਵਾਲੇ ਮੈਸੇਜ ਨੂੰ ਮੈਂ ਇਗਨੋਰ ਕਰ ਦਿੰਦਾ, ਆਲਵੇਜ਼ ਮੈਂ ਈਵਲ ਵਾਲਾ ਨੈਗੇਟਿਵ ਮੈਸੇਜ ਪਕੜ ਲੈਂਦਾ। ਤੇ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਜੇ ਤੁਹਾਡੇ ਕੁਐਸਚਨ ਨੂੰ ਹੁਣੇ ਕੰਟੀਨਿਊ ਰੱਖਦਾ, ਯੂ ਸਟੇ ਔਨ ਦਾ ਲਾਈਨ, ਤੇ ਅਸੀਂ ਵਿੰਦਰੀ ਭੂਆ ਜੀ ਨੂੰ ਪੁੱਛਦੇ ਹਾਂ। ਵਿੰਦਰੀ ਭੂਆ ਜੀ ਸਾਨੂੰ ਇਹਦਾ ਹੋਰ ਸੋਹਣਾ ਜਵਾਬ ਦੇਣਗੇ ਜੀ। ਹਾਂਜੀ, ਵਿੰਦਰੀ ਭੂਆ ਜੀ ਆਏ ਹੋਏ ਨੇ। ਵਿੰਦਰੀ ਭੂਆ ਜੀ, ਹਾਂਜੀ ਹਾਂਜੀ, ਵਿੰਦਰੀ ਭੂਆ ਜੀ ਆਪ ਜੀ। ਹਾਂਜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। The one which he has said about the ਦੋ ਮਨ, ਅਸੀਂ ਲੋਕ ਇਹਦੇ 4 ਫੈਕਲਟੀਜ਼ ਕੱਢਦੇ ਹਾਂ। ਮਨ ਦੇ ਅਸੀਂ 4 ਫੈਕਲਟੀਜ਼ ਕੱਢਦੇ ਹਾਂ: ਕੌਨਸ਼ੀਅਸ, ਅਨਕੌਨਸ਼ੀਅਸ, subconscious and the superconscious mind. There are 4. The conscious mind is the ਮਨ ਜਿਹੜਾ ਅਸੀਂ ਬੋਲਦੇ, ਜੋ ਅਸੀਂ ਮਤ ਲੈਂਦੇ ਹਾਂ, ਅਸੀਂ ਉਹਦੇ ਨਾਲ ਬੋਲਦੇ ਹਾਂ। ਜਿਹੜੀ ਸੈਕੰਡ ਵੌਇਸ ਹੁੰਦੀ ਹੈ, that is the superconscious mind. ਹੈ ਫੈਕਲਟੀ ਇੱਕ ਹੀ, but they are in 4 forms. ਮਨ ਬੋਲਦਾ ਹੈ ਕਿ ਮੈਂ ਇਹ ਕਰਨਾ ਹੈ, ਫਿਰ ਇੱਕ ਆਵਾਜ਼ ਆਉਂਦੀ ਹੈ ਕਿ ਤੂੰ ਜੋ ਕੀਤਾ ਉਹ ਗਲਤ ਹੈ, that is the superconscious mind, ਜਿਸ ਨੂੰ ਅਸੀਂ ਕਹਿੰਦੇ the inner voice. That is the inner voice. Inner voice will never be negative, is always positive. But ਸਾਡਾ ਜਿਹੜਾ ਆਪਣਾ ਮਨ ਹੈ ਨਾ, conscious mind, ਉਹ ਇਤਨਾ ਗੰਦ ਵਿੱਚ ਫੈਲਿਆ ਹੋਇਆ, ਇਤਨਾ ਗੰਦ ਆਇਆ ਹੋਇਆ ਵੇ, ਉਹ ਹਾਵੀ ਹੋ ਜਾਂਦਾ ਹੈ, ਉਸ ਨੂੰ ਚੁੱਪ ਕਰਾ ਦਿੰਦਾ ਹੈ। ਅਗਰ ਸਾਡਾ ਮਨ ਜਿਹੜਾ ਹੈਗਾ ਸੁਪਰ ਕੌਨਸ਼ੀਅਸ ਮਾਈਂਡ, ਇਨਰ ਵੌਇਸ ਕਹਿੰਦੇ ਕਿ ਜੋ ਤੂੰ ਕਰ ਰਿਹਾ ਗਲਤ ਹੈਗਾ, ਪਰ ਅਗਰ ਮੇਰੇ ਮਨ ਦੇ ਅੰਦਰ ਇਤਨਾ ਕੂੜ ਹੋਵੇ, ਫਿਰ ਮੇਰਾ ਕੌਨਸ਼ੀਅਸ ਮਾਈਂਡ ਉਸ ਨੂੰ ਚੁੱਪ ਕਰਾ ਦੇਗਾ। No, you don't know. People can take us for a ride. So there is a dialogue between the two. ਜਿੱਤੇਗਾ ਉਹੀ ਜਿਹੜਾ ਜ਼ਿਆਦਾ ਹਾਵੀ, ਪਰ ਤਕਰੀਬਨ ਸਾਡੇ ਮਨ ਦੇ ਅੰਦਰ ਇਤਨਾ ਕੁਝ ਕੂੜ, ਇਤਨੀ ਫੈਂਟਸੀ ਲੈਂਡ, ਇਤਨਾ ਕੁਝ ਅਸੀਂ ਲੋਕਾਂ ਨੇ ਆਪਣੇ ਅਜ਼ੰਪਸ਼ਨਸ ਪਾਏ ਹੋਏ ਹਨ ਕਿ ਅਸੀਂ ਹਮੇਸ਼ਾ ਜਿੱਤ ਪਾ ਲੈਂਦੇ ਹਾਂ। So we get confused which is the inner voice and which is our own mind. ਇਹੀ ਪਰਮ ਹੈ ਨਾ, ਇਹੀ ਪਰਮ ਹੈ। ਬਸ this is where ਵਿਵੇਕ ਬੁੱਧੀ ਚਾਹੀਦੀ to differentiate ਕਿ ਇਹ ਕਿਹੜੀ ਆਵਾਜ਼ ਹੈਗੀ ਹੈ।
inner voice will never make it negative. 100% positive. 100% positive ਹੋਏਗਾ। ਹੁਣ ਇਸ ਨੂੰ ਲੈ ਕੇ ਚੱਲੋ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ, ਕੋਈ ਚੀਜ਼ ਸੋਚਦੇ ਹਾਂ, ਕੋਈ ਗਲਤ ਹੁੰਦਾ ਹੈ, ਔਰ ਅਗਰ ਇੱਕ ਆਵਾਜ਼ ਸਾਨੂੰ ਕਹਿੰਦੀ no you're wrong, now label it, this is my inner voice, this is the voice of the God, he can never be wrong. Blindly follow it. Just immediately follow it. So this is, we cannot be big buddhi hove, they use this and introspect. I hope you are getting the answer. Definitely marvelous. ਕਹਿੰਦੇ ਮੈਂ ਚੀਕ ਗਾਠੜੀ ਬੰਦਾ ਇੱਕਦਮ ਪਕੜ ਲਿਆ ਔਰ ਗੱਡ ਬਨ ਕੇ ਪਾਕਟ ਹੀ ਰੱਖ ਲਿਆ ਔਰ ਵਰਤਣਾ ਸ਼ੁਰੂ ਕਰ। ਲੇਕਿਨ ਮੈਨੂੰ ਲੱਗਦਾ ਅਗਰ ਇਨਰ ਵੌਇਸ ਨੂੰ ਅਸੀਂ ਇਗਨੋਰ ਕਰਦੇ ਜਾਈਏ ਤੇ ਇੱਕ ਸਟੇਜ ਐਸੀ ਆਏਗੀ ਕਿ ਉਹ ਆਲਰੇਡੀ ਸਪਰੈਸਡ ਹੋ ਜਾਏਗੀ। Yes, it's already suppressed. Absolutely right. I would like to talk on two more points. Ik Harvinder had already told about the maids, how we talk to the maids and all. ਆਪਣੇ ਬੰਦਿਆਂ ਨਾਲ ਅਸੀਂ ਬੜਾ ਮਿੱਠਾ ਬੋਲਦੇ ਹਾਂ ਸਭ ਨੂੰ। Now this is somewhere ਬੜੇ ਭੁਲੇਖੇ ਪਾ ਲੈਂਦੇ ਸੀ ਅੰਦਰ। Concepts are not being very clear. ਜਦੋਂ ਅਸੀਂ ਆਪਣੇ relationship ਦੇ ਵਿੱਚ, family ਦੇ ਵਿੱਚ, as we are trying to talk nicely and very good flowery words, but with the maids we don't talk properly. ਸਾਨੂੰ ਹੁਣ ਇਹ introspect ਕਰਨਾ ਪਏਗਾ, dialogue to ourselves ਕਿ why two behaviors? ਇਹਦਾ ਮਤਲਬ ਕਿ ਜਿੱਥੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਅੱਛਾ ਬੋਲ ਰਹੇ ਹਾਂ, it shows that there is another intent behind it. Definitely ਅਗਰ ਅਸੀਂ ਨੌਕਰ ਮਾਈਆਂ ਦੇ ਨਾਲ ਗਾਲੀ ਗਲੋਚ ਕਰਦੇ ਹਾਂ, ਗੁੱਸੇ ਨਾਲ ਬੋਲ ਜਾਂਦੇ ਹਾਂ, ਪਰ ਆਪਣੇ ਰਿਸ਼ਤੇ ਦੇ ਨਾਲ ਅਸੀਂ ਠੀਕ ਬੋਲਦੇ ਹਾਂ, ਇਹਦਾ ਮਤਲਬ ਸਾਡਾ ਕੋਈ ਨਾ ਕੋਈ ਹੋਰ ਕੋਈ ਮਕਸਦ ਹੈਗਾ। There is some expectation behind it. That is why we are using the flowery language, loving them every. Under 90 problem, no problem, and we or ਇੱਕ ਬੰਦੇ ਦੇ ਨਾਲ ਕਿ the 99 people that you are loving is all hypocrisy. It's all hypocrisy. So this is an introspection which we people have to do. Third thing, ਅਗਰ ਅਸੀਂ ਕਹਿੰਦੇ ਹਾਂ विनरी बुआ जी, आप जी तो शायद कनेक्शन जी ऊट पहाड़ के नीचे आ गया, लताड़ के चले जा सन, many things study, this all are assumptions in our fairy land, we call it, this is the fantasy world, is sada man jera assumptions which aanda hai. These assumptions show कि ਅਸੀਂ ਹਲੀ ਇਸ ਨਾਮ ਸਿਮਰਨ ਦੇ ਮਾਰਗ ਤੇ ਹਲੀ ਚੱਲੇ ਹੀ ਨਹੀਂ, because ਸਾਡਾ ਫੋਕਸ ਬਾਹਰ ਹੈਗਾ। Are we practicing ਉਹਦੇ ਗੁਣਾਂ ਨੂੰ and following the law of nature ਕਿ ਅਸੀਂ ਆਪਣੇ ਆਪ ਨੂੰ ਇਵੋਲਵ ਕਰਨਾ ਹੈ ਔਰ ਸੱਚਿਆਰ ਹੋਣਾ ਹੈ, or are we practicing so that we should be accepted by the people? Usually ਸਾਡਾ ਫੋਕਸ ਬਾਹਰ ਹੀ ਹੁੰਦਾ ਹੈ ਕਿ ਮੈਂ ਕੀਤਾ ਵੇ, ਕੱਲ ਉਹ ਮੈਨੂੰ ਠੀਕ ਸਮਝੇਗੀ, ਕੱਲ ਮੇਰਾ ਰਿਲੇਸ਼ਨਸ਼ਿਪ ਬੈਟਰ ਹੋ ਜਾਏਗਾ, ਕੱਲ ਮੈਨੂੰ ਅੱਛਾ ਸਮਝੇਗੀ, ਕੱਲ ਮੇਰੀ ਗਲਤ ਗੱਲਾਂ ਨਹੀਂ ਕਰੇਗੀ, ਕੱਲ backbiting ਨਹੀਂ ਕਰੇਗੀ. This is usually what we are practicing, and always the focus is there कि बाहर दे बंदे सानू ठीक समझन. That means साडी practice is going wrong. असी गलत रास्ते टुर पए because there is a big expectations. नाम सिमरन दे विच when we are walking on the path of truthful living, then there should be no expectation. Expectation should be zero. बाहर जो मर्जी हो जाए, जो मर्जी कह लन, but we should be having no expectation, because where expectation come उते हमें आ गई. Expectations equal to हमें. पूरी जिंदगी देख लो we are under expectations. ते ये टिब्बियां ते चढ़दा है, तो वो जिहड़ी ज़मीन नूं असीं एकदम level करना है ना, we'll have to have a dialogue to ourselves, introspect करना पड़ेगा, because there's a thin line, you know, of duality, thin line parma vich assi phasse hoye, illusions are ali. So we have to check any expectation.
थोड़ा मात्र भी एक्सपेक्टेशन है समझो हौमे है और हौमे दीर्घ रोग है. So to level the ground, we have to do we have to do lot of introspection, putting a dialogue to ourselves, understanding the inner voice. ये सारे concepts नु clear करना पड़ेगा. But you have to have expectations zero, absolutely zero. Very good. Expectations mean ego. Ego means body conscious. We are supposed to rise from the body conscious. We are supposed to reach the soul conscious. ਅਸੀਂ ਸਚਿਆਰ ਹੋਣਾ ਹੈ, ਅਸੀਂ ਉਸ truthful living ਵਿੱਚ ਜਾਣਾ ਹੈ, ਅਸੀਂ evolution ਚਾਹੀਦੀ ਹੈ. We cannot stand this. ਅਸੀਂ ਅਨੂ soul conscious ਵਿੱਚ ਜਾਣਾ ਹੀ ਜਾਣਾ ਪਏਗਾ, ਨਹੀਂ ਤਾਂ there is no way of entering into the realm of the oneness. ਅਸੀਂ ਇਕਮਤ ਨਹੀਂ ਹੋ ਸਕਦੇ, ਕਿਸੇ ਕੀਮਤ ਨਹੀਂ ਹੋ ਸਕਦੇ. So these are the concepts which have to be clear. Have to be clear. ਹਾਂਜੀ. ਹਾਂਜੀ ਭੂਆ ਜੀ ਆਪ ਜੀ ਨੇ ਬਹੁਤ ਅੱਛਾ ਐਕਸਪਲੇਨ ਕੀਤਾ. ਜਿਹੜਾ realm of oneness ਹੈ ਔਰ ਜਿਹੜੀ ਮਨ ਦੀ ਫੈਂਟੈਸੀ ਲੈਂਡ ਹੈ, these are two very very important points. ਔਰ ਜਿਹੜੀ ਆਪ ਜੀ ਨੇ conscious, unconscious, subconscious ਔਰ super conscious ਦੀ ਗੱਲ ਕੀਤੀ, these faculties, these four faculties, these all together handle our whole human body and man. Yes. ਤੇ ਗੁਰਬੀਰ ਸਿੰਘ ਜੀ ਆਪ ਜੀ ਦਾ ਆਪ ਜੀ ਕੁਝ ਬੋਲਣਾ ਚਾਹੋਗੇ, ਕੁਝ ਸ਼ੇਅਰ ਕਰਨਾ ਚਾਹੋਗੇ? ਔਰ ਵੀਰ ਮੈਂ ਤੇ ਸ਼ੇਅਰ ਕਿ ਮੈਂ ਤੇ ਸਪੀਚਲੈਸ ਹੋ ਗਿਆ ਭੂਆ ਜੀ ਦੀ ਗੱਲ ਸੁਣ ਕੇ, ਟੋਟਲੀ ਸਪੀਚਲੈਸ ਸੀ ਮੈਂ. ਮੇਰੇ ਜਿਹੜੇ ਡਾਊਟ ਸਨ ਉਹ ਆਲਮੋਸਟ ਸਾਰੇ ਕਲੀਅਰ ਹੋ ਗਏ. ਲੇਕਿਨ ਮੈਂ ਆਪਣੀ ਦਿਲ ਦੀ ਗੱਲ ਵੀ ਕਰਨਾ ਚਾਹਨਾ ਕਿ ਮੈਂ ਨਾ ਬਚਪਨ ਤੋਂ ਹੀ ਮੇਰੀ ਨੇਚਰ ਸੀ ਕਿ ਮੈਂ ਗੁਰਬਾਣੀ ਨੂੰ ਖੋਜਣ ਦੀ ਕੋਸ਼ਿਸ਼ ਕਰਦਾ ਸੀ, ਲੇਕਿਨ ਮੈਨੂੰ ਕੋਈ ਐਸਾ ਪਲੇਟਫਾਰਮ ਨਹੀਂ ਮਿਲਿਆ. ਲੇਕਿਨ ਲਿਵਿੰਗ ਟ੍ਰੇਜ਼ਰ ਦੇ ਥਰੂ ਮੈਂ ਬਹੁਤ ਕੁਝ ਪਾਇਆ ਔਰ ਡੈਫੀਨੇਟਲੀ ਬਹੁਤ ਕੁਝ ਪਾਇਆ. ਇਹਦੇ 'ਚ ਕੋਈ ਐਸਾ ਲਾਗ ਲਪੇਟ ਨਹੀਂ ਹੈ. ਮੈਨੂੰ ਹਲੇ ਵੀ ਐਸਾ ਕੋਈ ਪਲੇਟਫਾਰਮ ਹੋਰ ਵੀ ਨਜ਼ਰ ਨਹੀਂ ਆਉਂਦਾ ਜਿੱਥੇ ਸਾਨੂੰ ਇਸ ਤਰ੍ਹਾਂ ਦੀ ਕੋਈ ਗਾਈਡੈਂਸ, ਇਸ ਤਰ੍ਹਾਂ ਦੀ ਕੋਈ ਗੁਰਬਾਣੀ ਦੇ ਵਿਚਾਰ ਮਿਲਦੀ ਹੋਵੇ. ਸੋ ਨਾਈਸ ਆਫ ਯੂ. ਮੈਂ ਆਪ ਜੀ ਸਭ ਦਾ ਥੈਂਕ ਯੂ ਕਰਨਾ. ਥੈਂਕ ਯੂ ਵੈਰੀ ਮਚ. Thank you. ਜੀ ਅਗਰ ਹੋਰ ਕਿਸੇ ਦਾ ਵੀ ਕੋਈ ਸਵਾਲ ਹੈ ਤਾਂ ਆਪ ਜੀ ਜ਼ਰੂਰ ਹੈਂਡ ਰੇਜ਼ ਕਰ ਸਕਦੇ ਹੋ ਜਾਂ ਪੁੱਛ ਸਕਦੇ ਹੋ ਜੀ. ਉਹ ਰਹਿੰਦੀ ਸਹਿੰਦੀ ਕਸਰ ਭੂਆ ਜੀ ਪੂਰੀ ਲਾ ਦਿੰਦੇ ਨੇ ਨਾ, ਪੂਰਾ ਐਕਸਪਰਟ ਕਮੈਂਟ ਦੇ ਨਾਲ. ਬਿਲਕੁਲ. ਹਾਂਜੀ ਹਾਂਜੀ. ਜਦੋਂ 1 ਕਰੋੜ ਜਾਂ 7 ਕਰੋੜ ਦਾ ਕੁਐਸਚਨ ਆਉਂਦਾ ਤਾਂ ਫਿਰ ਉਹ ਪੂਰਾ ਐਕਸਪਰਟ ਕਮੈਂਟ ਆ ਜਾਂਦਾ. ਅਮਿਤਾਭ ਬੱਚਨ ਵੀ ਚੁੱਪ ਰਹਿ ਜਾਂਦਾ ਤੇ ਸੰਗਤ ਵੀ ਚੁੱਪ ਰਹਿ ਜਾਂਦੀ ਹੈ ਨਾ. ਥੈਂਕ ਯੂ ਭੂਆ ਜੀ. ਹਾਂਜੀ ਨੈਕਸਟ. ਜਾਂ ਤੇ ਤੁਸੀਂ ਸ਼ੇਅਰਿੰਗ ਲਵੋਗੇ, ਨਹੀਂ ਤੇ ਫਿਰ ਇਸੀ ਨੂੰ ਕਨਕਲੂਡ ਕਰਨ ਵਾਸਤੇ ਸਤ ਭੈਣ ਜੀ ਪੜਨਗੇ ਜਾਂ ਤੁਸੀਂ ਪੜੋਗੇ ਤੇ ਅਸੀਂ ਫਿਰ ਅੱਗੇ ਚੱਲਾਂਗੇ, ਜਾਂ ਕੁਐਸਚਨਸ, ਜਾਂ ਫਿਰ ਭੂਆ ਜੀ ਇਸੀ ਚੈਪਟਰ ਨੂੰ ਕਨਕਲੂਡ ਕਰਨਗੇ. ਵੈਸੇ ਭੂਆ ਜੀ ਆਪ ਜੀ ਨੇ ਜਿਹੜਾ ਟੌਪਿਕ ਚੱਲ ਰਿਹਾ ਸੀਗਾ ਟੋਏ ਟਿੱਬੇ ਦਾ, ਅਗਰ ਇਹਦੇ ਬਾਰੇ ਆਪ ਜੀ ਕੁਝ ਅਗਰ ਐਡ ਆਨ ਕਰਨਾ ਚਾਹੁੰਦੇ ਹੋ, ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਯੂ ਆਰ ਮੋਸਟ ਵੈਲਕਮ. ਅਦਰਵਾਈਜ਼ ਅਸੀਂ ਅਗਰ ਕੋਈ ਕੁਐਸਚਨ ਵਿੱਚ ਆਏਗਾ ਤਾਂ ਅਸੀਂ ਕੁਐਸਚਨ ਵੀ ਲੈ ਸਕਦੇ ਹਾਂ. I think Bhupinder Singh has done excellent. Nothing to be added. टोए टिब्बे पता है, very simple. ਹਾਂਜੀ. जितने भी वाइसेस आ गए ते रोड़े पै गए, जितने रोड़े पै गए तो ठोकरा खाएंगे ही खाएंगे, मुँहे पार गिरांगे ही गिरांगे, दुख होएगा ही होएगा, शरीर गलेगा ही गलेगा, ते नाल ही साडा अंदर नरक पैदा होएगा ही होएगा. ਤੇ ਇਸ ਕਰਕੇ ਅਗਰ ਵਾਇਸਸ ਨੂੰ ਅਸੀਂ ਸਾਰੇ ਰੋੜਿਆਂ ਨੂੰ ਕੱਢ ਦਈਏ ਔਰ ਉਸ ਨੂੰ ਇੱਕਦਮ ਫਲੈਟ ਕਰ ਦਈਏ ਵਿਦ ਆਲ ਆਰ ਵਰਚੂਸ, this becomes the heaven. ਫਿਰ ਤੇ ਅਸੀਂ ਕਹਿ ਦਿੰਦੇ ਕਿ ਹਾਂਜੀ ਸਾਡਾ ਜ਼ਮੀਨ is absolutely plain. ਹੁਣ ਅਸੀਂ ਆਪਣੇ ਬੀਜ ਪਾਉਂਦੇ ਹਾਂ. So he has made it very clear. Bhupinder Singh has cleared it very well. Very well he's cleared it. Exactly. I'll tell you very frankly, Bhupinder Singh, you are on the thing. I am absolutely 0/0. मैं एकदम अनपढ़ है, यानी कुछ भी नहीं किया. Coming from a very big background of English, I am 0/0. But I love to be here. I love to be with you people. Love to be, because I'm learning a lot from you people. Learning a lot. वो जी 0 बिना कोई फिगर होती ही नहीं है, तो 0 is very important.
ਭੂਆ ਜੀ ਮੈਂ ਨਹੀਂ ਕਿਸੇ ਨੂੰ ਇਹ ਸਿਖਾ ਸਕਦਾ, ਇਹ ਤੇ ਤੁਹਾਡੀ ਆਪਣੀ ਇਵੋਲਵਮੈਂਟ ਹੈ ਕਿ ਤੁਸੀਂ ਇਵੋਲਵ ਕਿਸ ਤਰ੍ਹਾਂ ਹੁੰਦੇ ਹੋ, ਕਿਸ ਤਰ੍ਹਾਂ ਆਪਣੇ ਆਪ ਨੂੰ ਕਰਦੇ ਹੋ, ਤੇ ਦੂਜਿਆਂ ਨੂੰ ਵੀ ਇੰਨਾ ਸਿੰਪਲ ਸਮਝਾਉਣ ਵਾਸਤੇ ਤੁਹਾਡੇ ਕੋਲ ਹੈ ਵਿਜ਼ਡਮ ਹੈ। ਥੈਂਕਸ ਅ ਲੋਟ, ਕੈਰੀ ਔਨ ਸ਼ੇਅਰਿੰਗ ਨਾ। ਹਾਂਜੀ, ਸੋ ਸਾਡੇ ਨਾਲ ਮਨਜੀਤ ਕੌਰ ਜੀ ਹੈਗੇ ਨੇ, ਉਹਨਾਂ ਨੇ ਹੈਂਡ ਰੇਜ਼ ਕੀਤਾ ਹੈ। ਚਾਂਦ ਸਿੰਘ ਜੀ ਹੈਗੇ ਨੇ, ਉਹ ਤੇਜਵੀਰ ਵੀਰ ਜੀ ਹੈਗੇ ਨੇ। ਤੇ ਜੁਝਾਰ ਵੀਰ ਤੁਸੀਂ ਕੁਝ ਕਹਿ ਰਹੇ ਸੀਗੇ? ਹਰਪ੍ਰੀਤ ਜੀ ਨੇ ਹੈਂਡ ਰੇਜ਼ ਕੀਤਾ ਸੀ, ਸੋ ਆਈ ਅਨਮਿਊਟਡ ਹਿਮ, ਉਸ ਤੋਂ ਬਾਅਦ ਮਨਜੀਤ ਕੌਰ ਜੀ। ਠੀਕ ਹੈ ਜੀ, ਮਨਜੀਤ ਭੈਣ ਜੀ ਆਪ ਜੀ ਥੋੜਾ ਜਿਹਾ ਵੇਟ ਕਰੋ, ਸਾਡੇ ਨਾਲ ਹਰਪ੍ਰੀਤ ਜੀ ਹੈਗੇ ਨੇ, ਦੈਨ ਵੀ ਕੈਨ ਕਮ ਟੂ ਯੂ। ਹਰਪ੍ਰੀਤ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ। ਪੁਸ਼ਪਿੰਦਰ ਜੀ ਤੁਹਾਨੂੰ ਆ ਰਹੀ? ਨਹੀਂ ਜੀ, ਆਈ ਥਿੰਕ ਮਨਜੀਤ ਭੈਣ ਜੀ ਨੂੰ ਲੈ ਲੈਂਦੇ ਆ, ਫਿਰ ਹਰਪ੍ਰੀਤ ਜੀ ਨੂੰ ਲੈ ਲੈਂਦੇ ਆ। ਇਹ ਚੈੱਕ ਕਰੋ। ਹਾਂਜੀ, ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿੰਦਰੀ ਭੂਆ ਜੀ, ਮੈਂ ਤੇ ਕੁਛ ਨਹੀਂ ਕਹਿ ਰਹੀ ਸੀ, ਮੈਂ ਉਹ ਕੀ ਕਹਾਂ ਹੁਣ। ਭੁਪਿੰਦਰ ਵੀਰ ਜੀ ਤੇ ਵਿੰਦਰੀ ਭੂਆ ਜੀ ਦੋਵੇਂ ਜਿਮ ਰੱਬ ਦਾ ਕੋਈ ਵਰਦਾਨ ਹੁੰਦੇ ਨੇ, ਉਸ ਤਰ੍ਹਾਂ ਨੇ। ਤੇ ਬਹੁਤ ਸਾਰੇ ਡਾਊਟ ਹੋਵੇ ਉਹ ਸਭ ਕਲੀਅਰ ਹੋ ਜਾਂਦੇ ਨੇ, ਤੇ ਬਹੁਤ ਹੀ ਸਿੰਪਲ ਤਰੀਕੇ ਨਾਲ। ਈਵਨ ਵਿੰਦਰੀ ਭੂਆ ਜੀ ਕਲਾਸਿਸ ਸੈਸ਼ਨਸ ਕਰਦੇ ਰਹੇ ਨੇ, ਅਸੀਂ ਸੁਣਦੇ ਰਹੇ ਹਾਂ। ਉਹਨਾਂ ਤੇ ਵਾਈਡ ਫੀਲਡ ਵਿੱਚ ਉਹਨਾਂ ਦਾ ਸਾਰੇ ਡਿਫਰੈਂਟ ਐਸਪੈਕਟਸ ਵਿੱਚ ਉਹਨਾਂ ਦਾ ਕਾਫੀ ਨੌਲੇਜ ਹੈ ਉਹਨਾਂ ਨੂੰ, ਤੇ ਬਹੁਤ ਡਾਊਟਸ ਸਾਡੇ ਕਲੀਅਰ ਹੋ ਜਾਂਦੇ ਨੇ। ਪਰ ਜੇ ਮੈਂ ਕੁਝ ਹੋਰ ਵੀ ਕਹਿਣਾ ਚਾਹੁੰਦੀ ਸੀਗੀ ਕਿ ਅਸੀਂ ਇਸ ਸੈਸ਼ਨ ਵਿੱਚ ਵੀ ਤੇ ਪਿਛਲੇ ਸੈਸ਼ਨ ਵਿੱਚ ਵੀ ਇਹ ਜ਼ਿਕਰ ਆਇਆ ਕਿ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਸਫਾਈ ਕਰਨ ਵਾਲਾ ਹੋਵੇ ਜਾਂ ਕੰਮ ਕਰਨ ਵਾਲਾ ਬੰਦਾ ਆ, ਜਾਂ ਸਬਜ਼ੀ ਵੇਚਣ ਵਾਲਾ ਆ, ਉਹਨਾਂ ਨੂੰ ਸਭ ਨੂੰ ਰਿਸਪੈਕਟ ਮਿਲਣੀ ਚਾਹੀਦੀ, ਉਹ ਰਿਸਪੈਕਟ ਦੇ ਹੱਕਦਾਰ ਨੇ। ਉਹਨਾਂ ਦੀ ਰਿਸਪੈਕਟ ਕਰਨੀ ਹੀ ਚਾਹੀਦੀ ਆ, ਜਿਹਨੂੰ ਅਸੀਂ ਡਿਗਨਿਟੀ ਆਫ ਲੇਬਰ ਕਹਿੰਦੇ ਆ। ਤੇ ਮੈਨੂੰ ਇਹਦੇ ਨਾਲ ਰਿਲੇਟਡ ਇੱਕ ਫਿਲਮ ਦਾ ਕੋਈ ਸੀਨ ਯਾਦ ਆਇਆ। ਕਾਫੀ ਸਾਲ ਪਹਿਲਾਂ ਇੱਕ ਫਿਲਮ ਆਈ ਸੀਗੀ, ਮੁੰਨਾ ਭਾਈ MBBS, ਤੇ ਉਹਦੇ ਵਿੱਚ ਇੱਕ ਆਦਮੀ ਕਲੀਨ ਕਰ ਰਿਹਾ ਆ, ਕਾਲਜ ਫਲੋਰਸ ਕਲੀਨ ਕਰ ਰਿਹਾ ਆ, ਤੇ ਬਹੁਤ ਖਿਜ ਰਿਹਾ ਆ ਕਿ ਲੋਕੀ ਆਂਦੇ ਜਾਂਦੇ ਆ, ਤੇ ਮੈਂ ਸਫਾਈ ਕਰ ਰਿਹਾ ਆ ਤੇ ਇਹ ਸਾਰੇ ਮੇਰਾ ਫਿਰ ਗੰਦਾ ਕਰੀ ਜਾਂਦੇ ਆ ਫਰਸ਼ ਕਰਕੇ, ਤੇ ਬਹੁਤ ਖਿਜਦਾ ਹੁੰਦਾ ਆ। ਤੇ ਹੀਰੋ ਸੀ ਸੰਜੇ ਦੱਤ, ਉਹ ਦੇਖਦਾ ਹੁੰਦਾ ਹੈ ਤੇ ਫਿਰ ਉਹ ਨੇੜੇ ਆਉਂਦਾ ਹੈ ਤੇ ਉਹਨੂੰ ਜੱਫੀ ਪਾ ਲੈਂਦਾ ਹੈ, ਤੇ ਪਤਾ ਨਹੀਂ ਉਹਦਾ ਕ੍ਰੋਧ ਪੂਰਾ ਇੱਕਦਮ ਗੁੱਸਾ ਇੱਕਦਮ ਸ਼ਾਂਤ ਹੋ ਜਾਂਦਾ ਆ, ਤੇ ਅਗਲੇ ਹੀ ਪਲ ਕਹਿੰਦਾ ਹੈ ਕੋਈ ਗੱਲ ਨਹੀਂ ਜੀ, ਮੈਂ ਇੱਕ ਵਾਰੀ ਹੋਰ ਕਲੀਨ ਕਰ ਦੂੰਗਾ। ਤੇ ਉਸ ਫਿਲਮ ਵਿੱਚ ਵਰਡ ਯੂਜ਼ ਕੀਤਾ ਗਿਆ ਸੀ ਜਾਦੂ ਦੀ ਝੱਪੀ, ਜਾਦੂ ਕੀ ਝੱਪੀ। ਤੇ ਜੱਫੀ ਹੈ ਜਿਹੜੀ, ਉਹ ਜਾਦੂ ਦਾ ਕੰਮ ਜ਼ਰੂਰ ਕਰਦੀ ਹੈ। ਵਿੰਦਰੀ ਭੂਆ ਜੀ ਵੀ ਬਹੁਤ ਵਾਰੀ ਇਹਨੂੰ ਐਕਸਪਲੇਨ ਵੀ ਕਰਦੇ ਨੇ, ਇਹਦਾ ਜ਼ਿਕਰ ਵੀ ਕਰਦੇ ਨੇ। ਤੇ ਉਹਦੇ ਬਾਅਦ ਇੱਕ ਹੋਰ ਜਿਹੜਾ ਮੈਂ ਪਿਛਲੇ ਹਫਤੇ ਵੀ ਕੁਝ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਸਾਡੇ ਮਨ ਦੇ ਖਿਆਲ ਜਿਹੜਾ ਬਾਰ-ਬਾਰ ਜ਼ਿਕਰ ਆਉਂਦਾ ਆ, ਤੇ ਇਹ ਸਾਡਾ ਕਾਮਨ ਸੈਂਸ ਵੀ ਜਿੱਦਾਂ ਕਹਿੰਦਾ ਹੈ ਕਿ ਜਿਹੜੇ ਮੰਦੇ ਤੇ ਭੈੜੇ ਖਿਆਲ ਨੇ, ਉਹ ਫਿਰ ਸਾਡੇ ਬੋਲ ਵੀ ਉਸ ਤਰ੍ਹਾਂ ਦੇ ਹੋ ਜਾਂਦੇ ਨੇ, ਤੇ ਈਵਨ ਸਾਡੇ ਐਕਸ਼ਨਸ ਵੀ ਉਸ ਤਰ੍ਹਾਂ ਦੇ ਹੋ ਜਾਂਦੇ ਨੇ ਜਿੱਦਾਂ ਦੇ ਸਾਡੇ ਖਿਆਲ ਹੁੰਦੇ ਨੇ, ਤੇ ਸਾਡਾ ਜੀਵਨ ਵੀ ਨਰਕ ਜਾਂ ਸਵਰਗ ਉਸ ਹਿਸਾਬ ਨਾਲ ਬਣ ਜਾਂਦਾ ਆ। ਤੇ ਮੈਂ ਕੁਝ ਕੋਸ਼ਿਸ਼ ਕੀਤੀ ਹੈ ਲਿਖਣ ਦੀ ਇਸ ਬਾਰੇ, ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੂੰਗੀ। ਸੁਣੋ ਜੀ। ਇਹ ਸ਼ੀਰਸ਼ਕ ਮੈਂ ਰੱਖਿਆ ਆ, ਸਿਰਲੇਖ ਰੱਖਿਆ ਆ, पल और कर्म। पल पल करके गुजर जाती है जिंदगी, पल पल करके गुजर जाती है जिंदगी, रेत फिसल जाती है जैसे हाथों से, बदल जाती है दुनिया पल में, बदल जाता है जीवन पल में, बदल जाती है दुनिया पल में, बदल जाता है जीवन पल में, सद्विचार कराता अच्छे कर्म पल में, कुविचार कराता बुरे कर्म पल में, जैसा विचार आए जिस पल में वैसे ही हो हमारे कर्म, जिस पल आए अधम ख्याल बन जाता है स्वर्ग नरक, जिस पल आए अधम ख्याल बन जाता है स्वर्ग नरक, जिस पल आए निर्मल ख्याल बन जाता है नरक स्वर्ग, एक पल बनाता है मानव, एक पल बनाता है दानव, एक पल बनाता है मानव, एक पल बनाता है दानव, बदल जाता है नजारा पल में, बने राजा से रंग, रंग से राजा पल में, कुछ करने से पहले विचार लें, हर पल को सवार लें,
कुछ करने से पहले विचार लें, हर पल को सवार लें। बीता लम्हा बन जाता है याद, लम्हा लम्हा जीना और खुश रहना। जाते हुए पल, हर छूटती सांस, कैसे भी हो पल गुजर जाते हैं। कर्म बनाते हैं, सबक सिखाते हैं, बलवान और ताकतवर है हर पल। न गवाएं इन पलों को, भरपूर जिए हम हर पल को। न गवाएं इन पलों को, भरपूर जिए हम हर पल को। पल पल करके जीवन गुजर गया, पल पल करके जीवन गुजर गया। पहुंच गए हम मृत्यु के पल में। सोचा ये कैसा पल, क्या होगा इस पल के बाद। क्या किए थे कर्म हमने, क्या पूरे किए फर्ज हमने। क्या किए थे कर्म हमने, क्या पूरे किए फर्ज हमने। जान ले हम यह सच, खुश रहे हम हर पल। ईश्वर को न भूलें कभी, ईश्वर को न भूलें कभी। जीवन ध्येय को न भूलें कभी, जीवन ध्येय को न भूलें कभी। जीवन का सम्मान करें, जीवन का सम्मान करें, जीवन का सम्मान करें। वाहिगुरु जी का खालसा, वाहिगुरु जी की फतेह। सारा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜਿਹੜਾ ਪੋਇਟਿਕ ਵੇ ਨਾਲ ਪੂਰੇ ਦੇ ਪੂਰੇ ਪ੍ਰੋਗਰਾਮ ਨੂੰ ਔਰ ਮਤਲਬ ਇੱਕ ਜਿਹੜੀ ਵੈਲਿਊਜ਼ ਅਸੀਂ ਸਿੱਖਦੇ ਹਾਂ ਉਹਨੂੰ ਆਪ ਜੀ ਨੇ ਪੂਰਾ ਪੋਇਟਿਕ ਵੇ ਨਾਲ ਜਿਵੇਂ ਢਾਲਿਆ ਹੈ ਔਰ ਸ਼ੇਅਰ ਕੀਤਾ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਕਿਵੇਂ ਅਸੀਂ ਮਾਨਵ ਬਣਦੇ ਹਾਂ ਤੇ ਕਿਵੇਂ ਅਸੀਂ ਦਾਨਵ ਬਣ ਜਾਂਦੇ ਹਾਂ। ਪਲ ਦੇ ਵਿੱਚ ਹੀ ਸਾਡਾ ਜਿਹੜਾ ਹੈ ਕਰੈਕਟਰ ਚੇਂਜ ਹੋ ਜਾਂਦਾ ਹੈ। ਸੋ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਇੱਕ ਵਾਰੀ ਫਿਰ। ਤੇ ਅਸੀਂ ਅਗਲੇ ਹੁਣ ਸਾਡਾ ਚਾਂਦ ਸਿੰਘ ਜੀ ਨੇ ਹੈਂਡ ਰੇਜ਼ ਕੀਤਾ ਹੋਇਆ, ਉਹਨਾਂ ਨੂੰ ਲੈ ਲੈਂਦੇ ਹਾਂ ਜੀ। ਹਾਂਜੀ ਚਾਂਦ ਸਿੰਘ ਜੀ, ਆਪ ਜੀ ਅਨਮਿਊਟ ਕਰੋ ਜੀ। ਹੈਲੋ ਜੀ ਆਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਹੁਤ ਕੁਝ ਅੱਛਾ ਕਹਿ ਲਿਆ, ਮੈਨੂੰ ਥੋੜਾ ਸੰਕੋਚ ਹੋ ਰਿਹਾ ਵੀ ਕੁਝ ਸ਼ੇਅਰ ਕਰਾਂ, ਪਰ ਫਿਰ ਵੀ ਕੁਝ ਪ੍ਰੈਕਟੀਕਲ ਐਂਗਲ ਤੋਂ ਗੱਲ ਜਾਂ ਜਿਹੜੀ ਸਾਹਮਣੇ ਆਈ ਉਹ ਕਰਨਾ ਚਾਹਾਂਗਾ ਜੀ। ਜ਼ਰੂਰ। ਦੋ ਤਿੰਨ ਗੱਲਾਂ ਛੋਟੀਆਂ ਛੋਟੀਆਂ ਸ਼ੇਅਰ ਕਰਾਂਗਾ। ਆਮ ਤੌਰ ਤੇ ਵਿਚਾਰ ਚੱਲਦੀ ਰਹਿੰਦੀ ਹੈ, ਆਪਾਂ ਪੜ੍ਹਦੇ ਵੀ ਰਹਿੰਦੇ ਹਾਂ ਵੀ ਸਵਰਗ ਨਰਕ ਦੀ ਗੱਲ ਚੱਲਦੀ ਜਦੋਂ ਕਿਤੇ ਵਿਚਾਰ ਹੁੰਦੀ ਹੈ। ਤੇ ਕਿਸੇ ਸੱਜਣ ਨੇ ਬਹੁਤ ਸਾਲ ਪਹਿਲਾਂ ਲਿਖਿਆ ਸੀ, ਪੜ੍ਹਿਆ, ਉਹਨੇ ਸ਼ਾਰਟ 'ਚ ਗੱਲ ਕਰੀ ਕਿ ਸਵਰਗ ਨਰਕ ਕੀ ਹੈ। ਤਾਂ ਉਹਨੇ ਲਿਖਿਆ ਸੀਗਾ ਕਿ ਜਿਹੜੇ ਘਰ ਦੀ ਆਵਾਜ਼ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਂਦੀ ਉਹ ਸਵਰਗ ਹੈ, ਤੇ ਦੂਜਾ ਤੁਸੀਂ ਆਪੇ ਸਮਝ ਲਓ। ਕਿਆ ਬਾਤ ਹੈ। ਤੇ ਉਸੇ ਗੱਲ ਦੀ ਲੜੀ ਨੂੰ ਮਿਲਾਉਂਦਿਆਂ ਹੋਇਆ ਅੱਜ ਜਦੋਂ ਭੁਪਿੰਦਰ ਜੀ ਨੇ ਗੱਲ ਕਰ ਰਹੇ ਸੀ ਇੰਨੇ ਅੱਛੇ ਤਰੀਕੇ ਨਾਲ, ਬੜੇ ਉਹ ਇੱਕ ਬਹੁਤ ਨੈਚੁਰਲ ਫਲੋ 'ਚ ਆਪਣੀ ਗੱਲ ਕਹਿ ਰਹੇ ਸੀ, ਬੜਾ ਮਜ਼ਾ ਆ ਰਿਹਾ ਸੀ ਸੁਣ ਕੇ। ਤੇ ਜਦੋਂ ਉਹ ਕਹਿੰਦੇ ਕਿ ਚਾਰ ਦੀਵਾਰੀ ਨੂੰ ਮੈਂ ਹੁਣ ਲਿੰਕ ਕਰ ਰਿਹਾ ਸੀ ਉਸੇ ਨੂੰ ਕਿ ਚਾਰ ਦੀਵਾਰੀ ਦੇ ਅੰਦਰ ਕੀ ਹੈ, ਸਾਡਾ ਪਲਾਟ ਹੈ। ਵਾਹ ਜੀ ਵਾਹ, ਬਿਲਕੁਲ। ਤੇ ਪਲਾਟ ਦੇ ਬਾਰੇ ਇਹਨਾਂ ਨੇ ਵਿਚਾਰ ਕੀਤਾ ਵੀ ਪਲਾਟ ਤਾਂ ਮੈਨੂੰ ਪਛਾਣਨ 'ਚ ਹੀ ਬੜੀ ਦੇਰ ਲੱਗ ਜਾਂਦੀ ਹੈ, ਕਿੱਥੇ ਹੈਗਾ ਉਹਦੀ ਆਇਡੈਂਟੀਫਿਕੇਸ਼ਨ ਕਰਨੀ ਮੁਸ਼ਕਿਲ ਹੋ ਜਾਂਦੀ ਜਾਂ ਦੇਰ ਲੱਗਦੀ ਹੈ। ਫਿਰ ਉਹਨੂੰ ਸਮਤਲ ਕਰਨਾ ਤੇ ਕਈ ਦੇਰ ਲੱਗਦੀ ਹੈ, ਈਜ਼ੀ ਨਹੀਂ ਹੈਗਾ ਕਿ ਇੰਸਟੈਂਟ ਅਸੀਂ ਮੈਸੇਜ ਕਰਿਆ ਤੇ ਹੋ ਗਿਆ। ਮੈਂ ਉਹ ਫਿਰ ਆਂਦੀ ਗੱਲ ਵੀ ਜਿਹੜੀ ਪਲਾਟ ਦੀ ਸਮਤਲ ਕਰਨਾ ਮਤਲਬ ਵਾਤਾਵਰਨ ਤੁਸੀਂ ਬਣਾਉਣਾ ਹੈ, এনवायरमेंट ਕ੍ਰੀਏਟ ਕਰਨਾ ਹੈ ਕਿ ਉਹ ਫਰਟਾਈਲ ਹੋਏਗਾ। ਇਹ ਕਹਿੰਦਾ ਹੀ ਮੈਂ ਆਪਣੀ ਸਰਵਿਸ ਦੌਰਾਨ ਕਰਦਿਆਂ ਸੀ ਕਿ ਆਪਣਾ ਆਫਿਸ ਬੜਾ ਅੱਛਾ ਬਣਾਇਆ ਤੇ ਮੈਂ ਆਪਣੇ ਸਟਾਫ ਨੂੰ ਕਹਿ ਰਿਹਾ ਸੀ ਕਿ ਇੱਥੇ ਜਿਹੜਾ ਬੰਦਾ ਐਂਟਰ ਕਰੇਗਾ ਨਾ ਦਫ਼ਤਰ ਦੇ ਵਿੱਚ, ਉਹਦੀ ਆਵਾਜ਼ ਉੱਚੀ ਨਹੀਂ ਹੋ ਸਕਦੀ। ਅੱਛਾ ਜੀ। ਉਹਨੂੰ ਨੀਵਾ ਮਤਲਬ ਆਪਣੀ ਆਵਾਜ਼ ਉਹਨੂੰ ਬਿਨਾਂ ਕਿਸੇ ਕਹੇ ਤੋਂ ਘੱਟ ਕਰਨੀ ਪਏਗੀ। ਉਹ ਜੇ ਉਹਦੇ ਪੈਰਾਂ ਦੀ ਖੜਕਣ ਦੀ ਆਵਾਜ਼ ਆਉਂਦੀ ਤਾਂ ਉਹਨੂੰ ਆਪਣੇ ਪੈਰ ਬੜੇ ਮਤਲਬ ਚਾਲ ਮੱਧਮ ਕਰਨੀ ਪਏਗੀ, ਮਤਲਬ ਇੰਨਾ ਉਹਦਾ ਅਸਰ ਹੋਏਗਾ। ਇਟ ਹੈਪਨਡ ਲਾਈਕ ਦੈਟ। ਵਾਤਾਵਰਨ ਦਫ਼ਤਰ 'ਚ ਹੈ, ਘਰ 'ਚ ਹੈ, ਸਾਡੇ ਮਨ ਦੀ ਚਾਰ ਦੀਵਾਰੀ ਦਾ ਜਿਹੜਾ ਪਲਾਟ ਹੈ ਉਹਦੇ ਵਿੱਚ ਹੈ, ਉਹ ਸਾਰਾ ਕੁਝ। ਮੈਂ ਇੱਥੇ ਸਿਆਟਲ 'ਚ ਰਹਿੰਦਾ ਅੱਜ ਕੱਲ੍ਹ, ਤੇ ਜਾਣਾ ਪੈਂਦਾ ਮੈਨੂੰ ਅਕਸਰ ਆਪਣੇ ਕੰਮ ਦੀ ਖਾਤਰ ਡਿਫਰੈਂਟ ਲੋਕੇਸ਼ਨ ਤੇ, ਆਪਣੇ ਹਸਪੀਟਲ ਵਗੈਰਾ। ਇੱਕ ਡਾਕਟਰ ਉਹ ਬੜੇ ਐਕਸਪਰਟ ਨੇ ਇੱਥੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਹਸਪੀਟਲ 'ਚ, ਉਹ ਕੰਨਾਂ ਦੇ ਕਿਸੇ ਮਰੀਜ਼ ਨੂੰ ਚੈੱਕ ਕਰ ਰਹੇ ਸੀ। ਤੇ ਮੈਂ ਉਹਨੂੰ ਪੁੱਛਿਆ ਡਾਕਟਰ ਸਾਹਿਬ ਨੂੰ
ਮੈਂ ਤੁਸੀਂ ਕੰਨ ਤਾਂ ਦੇਖਦੇ ਹੋ ਤੇ ਕੋਈ ਇਹੋ ਜਿਹਾ ਟੈਸਟ ਹੈਗਾ ਕੋਈ ਯੂਨੀਵਰਸਿਟੀ ਦਿੰਦੀ ਹੋਵੇ ਐਗਜ਼ਾਮ ਹੋਵੇ ਵੀ ਸੁਣਨ ਦੀ ਕਲਾ ਦਾ ਐਗਜ਼ਾਮ ਹੋਵੇ ਅਸੀਂ ਪਾਸ ਕਰ ਲਈਏ ਕੋਈ ਸਰਟੀਫਿਕੇਟ ਮਿਲਦਾ ਹੋਵੇ। ਉਹ ਕਹਿੰਦੇ ਜੀ ਸੁਣਨ ਦੀ ਕਲਾ ਦਾ ਮੈਨੂੰ ਨਹੀਂ ਪਤਾ ਹੈ, ਮੈਂ ਤਾਂ ਡਾਕਟਰ ਹੈਗਾ ਤੇ ਮੈਂ ਤਾਂ ਇਹਦੀ ਫਿਜ਼ੀਓਲੋਜੀਕਲ ਜਾਂ ਐਨਾਟੋਮੀਕਲ ਜਿਹੜੀ ਚੀਜ਼ ਦੇਖਦਾ, ਮੈਂ ਬੰਦੇ ਨੂੰ ਸੁਣ ਸਾਊਂਡ ਮਨ ਤੱਕ ਪਹੁੰਚ ਜਾਵੇ, ਸਾਊਂਡ ਪਹੁੰਚਾਉਣ ਦਾ ਮੈਂ ਡਾਕਟਰ ਹਾਂ, ਹੀ ਕੈਨ ਹੀਅਰ ਸਮਥਿੰਗ। ਤੇ ਮੈਂ ਲਿਸਨਿੰਗ ਦੇ ਬਾਰੇ ਨਹੀਂ ਕਹਿ ਸਕਦਾ ਕਿ ਉਹਨੇ ਕੀ ਸੁਣਨਾ ਹੈ, ਕਦੋਂ ਸੁਣਨਾ ਹੈ, ਕਿਵੇਂ ਸੁਣਨਾ ਹੈ, ਇਹ ਮੈਨੂੰ ਨਹੀਂ ਪਤਾ, ਇਹਦਾ ਐਗਜ਼ਾਮ ਕੋਈ ਹੈ ਕਿ ਨਹੀਂ ਹੈ ਜੀ। ਤੇ ਹੁਣ ਜਦੋਂ ਮੈਂ ਬਿੰਦਰੀ ਭੂਆ ਜੀ ਜਦੋਂ ਇਹਨੂੰ ਗੱਲ ਕਰ ਰਹੇ ਸੀ ਸਪਲੀਮੈਂਟ, ਉਹਨਾਂ ਨੇ ਬਾਖੂਬੀ ਕਰਿਆ ਇਸ ਗੱਲ ਨੂੰ ਕਿ ਜਦੋਂ ਸਰਾਜ ਜੀ ਨੇ ਇੱਕ ਕੁਐਸਚਨ ਰੇਜ ਕੀਤਾ ਜਿਹਦੇ ਚ ਬਿੰਦਰੀ ਭੂਆ ਜੀ ਨੇ ਆਨਸਰ ਕਰਿਆ, ਉਹ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਮਤਲਬ ਸਾਡੇ ਮਨ ਦੀ ਸਥਿਤੀ ਨੂੰ, ਇੱਕ ਤਾਂ ਕੰਨ ਹੈਗਾ, ਕੰਨ ਨੇ ਤਾਂ ਸੁਣਨੇ ਦਾ ਕੰਮ ਕਰਦਾ, ਹੁਣ ਮਨ ਨੇ ਕੀ ਸੁਣਾਣਾ ਹੈ ਕੀ ਨਹੀਂ ਸੁਣਾਣਾ, ਮਨ ਨੂੰ ਬੜੇ ਤਰੀਕੇ ਨਾਲ ਉਹਨਾਂ ਨੇ ਮਤਲਬ ਕੌਨਸ਼ੀਅਸ ਮਾਈਂਡ ਤੇ ਸੁਪਰ ਕੌਨਸ਼ੀਅਸ ਦਾ ਉਹਨਾਂ ਨੇ ਜਦੋਂ ਡਿਫਰੈਂਸ ਦੱਸਿਆ ਕਿ ਜੋ ਅਸੀਂ ਬੋਲਦੇ ਹਾਂ ਸਾਡੀ ਆਪਣੀ ਆਵਾਜ਼ ਹੈ, ਤੇ ਜਦੋਂ ਸਾਨੂੰ ਕੋਈ ਕਹਿੰਦਾ ਹੈ ਕਿ ਅੰਦਰੋਂ ਆਵਾਜ਼ ਆਉਂਦੀ ਹੈ ਵੀ ਗਲਤ ਹੋ ਗਿਆ, ਤੇ ਇਨਰ ਆਵਾਜ਼ ਆ ਜਾਂਦੀ ਹੈ, ਉਹ ਰੱਬੀ ਬਾਣੀ ਕਹਿ ਲਓ, ਭੁਪਿੰਦਰ ਜੀ ਕਹਿ ਰਹੇ ਸੀ ਤੁਰਕੀ ਬਾਣੀ ਤੋਂ ਤੁਹਾਨੂੰ ਆਵਾਜ਼ ਆਉਂਦੀ ਹੈ, ਉਹ ਤੁਸੀਂ ਗਲਤ ਕਰ ਰਹੇ ਹੋ। ਹੁਣ ਇਹੀ ਚੀਜ਼ ਦੀ ਕੰਦੀ ਗੱਲ ਵੀ ਦੋਨਾਂ ਦਾ ਤਾਲਮੇਲ ਬਿਠਾਣਾ, ਜਾਂ ਬਿੰਦਰੀ ਜੀ ਨੇ ਜਿਵੇਂ ਕਿਹਾ ਬਹੁਤ ਬਾਖੂਬੀ ਕਿਹਾ, ਉਹਨਾਂ ਨੇ ਬਹੁਤ ਉੱਚੀ ਗੱਲ ਆ, ਉਹ ਛੇਤੀ ਕੀਤਿਆਂ ਸ਼ਾਇਦ ਸਾਡੇ ਦਿਮਾਗ 'ਚ ਨਹੀਂ ਆਉਂਦੀ ਗੱਲ, ਲੇਕਿਨ ਉਹਨਾਂ ਦੀ ਲੱਗਦਾ ਹੈ ਇਸਨੂੰ ਉਹਨਾਂ ਨੇ ਪੜ੍ਹਿਆ ਲਿਖਿਆ ਹੰਡਾਇਆ ਇਹਨੂੰ, ਉਹ ਆਪਣੇ ਆਪ ਨੂੰ ਤਾਂ ਬੜਾ ਨਿਮਾਣਾ ਦੱਸ ਰਹੇ ਨੇ ਕਿ ਮੈਨੂੰ ਨਹੀਂ ਇੰਨੀ ਜਾਣਕਾਰੀ, ਪਰ ਇਹ ਬਹੁਤ ਉੱਚੀ ਗੱਲ ਕਹੀ ਉਹਨਾਂ ਨੇ ਕਿ ਇਹ ਸਾਡੀ ਵਿਜ਼ਡਮ ਚਾਹੀਦੀ, ਸਾਨੂੰ ਵਿਵੇਕ ਬੁੱਧੀ ਚਾਹੀਦੀ ਹੈ ਕਿ ਟੂ ਡਿਸਟਿੰਗੁਇਸ਼ ਬਿਟਵੀਨ ਦਾ ਟੂ, ਕਿ ਸਾਡੇ ਤੇ ਭਾਰੂ ਕੌਣ ਹੋ ਜਾਏ। ਤੇ ਹਮੇਸ਼ਾ ਭੁਪਿੰਦਰ ਜੀ ਇਹ ਗੱਲ ਨੂੰ ਜੋੜਦੇ ਆ ਕਿ ਅਸੀਂ ਆਪਣੇ ਆਪ 'ਚ ਰੱਬੀ ਗੁਣ ਪੈਦਾ ਕਰਨੇ ਆ, ਆਪਣੀ ਇਨਰ ਵਾਇਸ ਨੂੰ ਸਟਰੋਂਗ ਕਰਨਾ ਹੈ, ਉਹਨੂੰ ਬਾਰ-ਬਾਰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਾਡਾ ਜਿਹੜੀ ਚਾਰ ਦੀਵਾਰੀ ਦਾ ਪਲਾਟ ਹੈ ਉਹ ਸਮਤਲ ਹੋ ਜਾਵੇ, ਤਾਂ ਫਿਰ ਸ਼ਾਇਦ ਬਿੰਦਰੀ ਭੂਆ ਜੀ ਜਿਹੜੀ ਗੱਲ ਕਹਿ ਰਹੇ ਆ, ਉਹ ਦੋਨਾਂ ਨੂੰ ਜੇ ਅਸੀਂ ਜੋੜ ਲਈਏ ਗੱਲਾਂ ਨੂੰ ਸਮਝ ਕੇ, ਤਾਂ ਫਿਰ ਸ਼ਾਇਦ ਅਸੀਂ ਜਿਹੜੀ ਸੁਪਰ ਕੌਨਸ਼ੀਅਸ ਸਾਡੀ ਹੈਗੀ ਹੈ ਮਨ ਦੀ ਸਥਿਤੀ, ਉਹਨੂੰ ਅਸੀਂ ਸਟਰੋਂਗ ਕਰ ਲੈਂਦੇ ਹਾਂ। ਤੇ ਬਿੰਦਰੀ ਜੀ ਨੇ ਕਨਕਲੂਡ ਕਰਦੇ ਇਹੀ ਕਿਹਾ ਸੀ ਕਿ ਜਿੱਤੇਗਾ ਉਹੀ ਕਿ ਜਿਹਦਾ ਭਾਰ ਜ਼ਿਆਦਾ ਹੋਏਗਾ, ਕੌਨਸ਼ੀਅਸ ਮਾਈਂਡ ਦਾ ਭਾਰ ਜ਼ਿਆਦਾ ਹੈ ਜਾਂ ਕਿ ਸੁਪਰ ਕੌਨਸ਼ੀਅਸ ਦਾ ਜ਼ਿਆਦਾ ਹੈ। ਤਾਂ ਜਦੋਂ ਅਸੀਂ ਜਿੰਨੀਆਂ ਗੱਲਾਂ ਲਿਵਿੰਗ ਟ੍ਰੇਸ ਕਰਦੇ ਹਾਂ, ਸ਼ਾਇਦ ਅਸੀਂ ਸੁਪਰ ਕੌਨਸ਼ੀਅਸ ਮਾਈਂਡ ਨੂੰ ਸਟਰੋਂਗ ਕਰਨ ਦੀ ਗੱਲ ਹੀ ਕਰਦੇ ਹਾਂ। ਤੇ ਜਦੋਂ ਸਾਡਾ ਮਨ ਜਿਹੜੀ ਚਾਰ ਦੀਵਾਰੀ ਦਾ ਪਲਾਟ ਜਿਹੜਾ ਅਸੀਂ ਲੱਭ ਲਿਆ, ਤੇ ਉਹਦੇ ਅਸੀਂ ਸਮਤਲ ਕਰ ਰਹੇ ਹਾਂ, ਫਰਟਾਈਲ ਕਰ ਰਹੇ ਹਾਂ। ਔਰ ਬਿੰਦਰੀ ਭੂਆ ਜੀ ਨੇ ਬਿਲਕੁਲ ਸਾਡੇ ਸਾਹਮਣੇ ਕਲੀਅਰ ਨਕਸ਼ਾ ਬਣਾ ਕੇ ਦੱਸਤਾ ਕਿ ਜੇ ਤੁਸੀਂ ਸੁਪਰ ਕੌਨਸ਼ੀਅਸ ਮਾਈਂਡ ਨੂੰ ਸਟਰੋਂਗ ਕਰੋਗੇ ਤਾਂ ਜੀਵਨ ਦੀ ਜਾਂਚ ਸਾਨੂੰ ਆ ਜਾਏਗੀ। ਇਹ ਇੱਕ ਮੈਨੂੰ ਲੱਗਿਆ, ਮੈਂ ਇਸੇ ਸਿਲਸਿਲੇ 'ਚ ਗੱਲ ਕਰਕੇ ਹੋਰ ਤੁਹਾਡੇ ਨਾਲ ਥਾਟ ਸ਼ੇਅਰ ਕਰਨਾ ਚਾਹੁੰਦਾ, ਮੇਰੇ ਮਨ 'ਚ ਨਹੀਂ ਹੈ ਕਿਵੇਂ ਹੋ ਸਕਦਾ ਕਿ ਕੀ ਅਸੀਂ ਸੁਣਨੇ ਦੀ ਕਲਾ ਸੁਪਰ ਕੌਨਸ਼ੀਅਸ ਮਾਈਂਡ ਦੇ ਨੂੰ ਸਾਹਮਣੇ ਰੱਖ ਕੇ ਇਹੋ ਜਿਹਾ ਅਸੀਂ ਕੋਈ ਟੈਸਟ ਬਣਾ ਸਕਦੇ ਹਾਂ, ਚਾਹੇ ਆਨਲਾਈਨ ਅਸੀਂ ਕਰੀਏ, ਲੋਕੀ ਉਹਨੂੰ ਅਟੈਂਪਟ ਕਰਨ, ਪਾਸ ਕਰਨ, ਕੋਈ ਸਰਟੀਫਿਕੇਟ ਮਿਲੇ ਉਹਨਾਂ ਨੂੰ, ਐਵੇਂ ਇੱਕ ਸੋ ਕਾਲਡ ਵੀ ਇੰਟਰਸਟ ਕ੍ਰੀਏਟ ਕਰਨ ਲਈ ਕਿ ਕੋਈ ਕਈ ਅਸੀਂ ਪੁਆਇੰਟਸ ਅਸੀਂ ਪਾ ਸਕਦੇ ਹਾਂ, ਔਰ ਅਸੀਂ ਉਹਨੂੰ ਕੋਈ ਇਹੋ ਜਿਹਾ ਬਣਾ ਸਕਦੇ ਹਾਂ ਕਿ ਆਦਮੀ ਚਲੋ ਕੌਨਸ਼ੀਅਸ ਹੋ ਜਾਂਦਾ, ਜਿਹਨਾਂ ਨੂੰ ਨਹੀਂ ਪੁਆਇੰਟਸ, ਲੈਟ ਅਸ ਬੀ देयर 100 ਪੁਆਇੰਟਸ ਜਾਂ ਕੁਐਸਚਨ ਨੇ, ਉਹ ਇੱਕ ਜਗ੍ਹਾ ਅਸੀਂ ਇਕੱਠੇ ਕੀਤੇ ਹੋਏ ਆ, ਉਹਨਾਂ ਨੂੰ ਬਾਰ-ਬਾਰ ਆਦਮੀ ਟਰਾਈ ਕਰਦਾ, ਐਂਡ ਦੈਨ ਫਿਰ ਉਹ ਕਹਿੰਦਾ ਕਿ ਮੈਂ ਸਕਸੈਸਫੁਲ ਹੋ ਗਿਆ ਹੈ 90% 100% ਨੰਬਰ ਲੈ ਕੇ, ਸਮਥਿੰਗ ਲਾਈਕ ਦੈਟ, ਇੱਕ ਜਗ੍ਹਾ ਕਰਕੇ। ਬਾਕੀ ਤਾਂ ਬਹੁਤ ਕੁਝ ਹੈ, ਔਰ ਬਹੁਤ ਅੱਛਾ ਲੱਗਿਆ ਅੱਜ ਦਾ ਇੱਕ ਇੰਨਾ ਨੈਚੁਰਲ ਲੱਗ ਰਿਹਾ ਸੀ ਕਿ ਬੜਾ ਅੱਛਾ ਫਲੋ ਚੱਲ ਰਿਹਾ ਹੈ ਇੱਕ ਗੱਲ ਨੂੰ ਸਮਝਣ ਲਈ, ਜਾਂ ਜਿੱਦਾਂ ਇਹਨਾਂ ਨੇ ਤੁਸੀਂ ਸ਼ੁਰੂ ਕੀਤਾ ਬੱਚਿਆਂ ਤੋਂ, ਜਿੱਦਾਂ ਭੁਪਿੰਦਰ ਜੀ ਨੇ ਉਹਨੂੰ ਡਿਵੈਲਪ ਕਰਿਆ, ਔਰ ਜਿੱਦਾਂ ਇਹਨਾਂ ਨੇ ਮਨਜੀਤ ਭੈਣ ਜੀ ਨੇ ਉਹਨੂੰ ਇੱਕ ਸਮਰਾਈਜ਼ ਕੀਤਾ ਪੋਇਟਿਕ ਵੇ ਦੇ ਵਿੱਚ, ਇਟ ਵਾਸ ਵੰਡਰਫੁਲ। ਥੈਂਕ ਯੂ ਵੈਰੀ ਮਚ ਟੂ ਆਲ ਆਫ ਯੂ। थैंक यू चंद सिंह जी, आप जी ने बड़े सहजे तरीके नाल, बड़े सुचज्जे ढंग नाल जिहड़ी गल कही है वो बड़ी बाकमाल है। और जे मैं कहां कि जो असी 1 घंटे या सवा घंटे दे विच वीर जी ने जो विचारां कीतियां, उसनूं आप जी ने
ਉੱਪਰੋਂ ਇੱਕ ਤਰ੍ਹਾਂ ਦਾ ਸਮਰਾਈਜ਼ ਕਰਕੇ ਜਾਂ ਵਿੰਦਰੀ ਭੂਆ ਜੀ ਨੇ ਕੀਤੀਆਂ ਜਾਂ ਮਨਜੀਤ ਭੈਣ ਜੀ ਨੇ ਕੀਤੀਆਂ, ਉਹ ਆਪ ਜੀ ਨੇ ਸਮਰਾਈਜ਼ ਕਰਕੇ ਸਾਡੇ ਸਾਰਿਆਂ ਅੱਗੇ ਰੱਖਿਆ। ਵੀ ਆਰ ਵੈਰੀ ਥੈਂਕਫੁਲ ਟੂ ਯੂ। ਔਰ ਜਿਹੜੀ ਆਪ ਜੀ ਨੇ ਸੁਣਨ ਦੀ ਕਲਾ ਬਾਰੇ ਗੱਲ ਕੀਤੀ ਹੈ, ਉਹਦੇ ਬਾਰੇ ਵੀ ਅਸੀਂ ਹੋਰ ਅੱਗੇ ਡਿਸਕਸ਼ਨ ਕਰਾਂਗੇ। ਸੋ ਨਾਈਸ ਆਫ ਯੂ। ਮਨਜੀਤ ਕੌਰ ਜੀ ਨੇ ਜਿਹੜੀ ਪੋਇਟਿਕ ਵੇ ਨਾਲ ਜਿਹੜੀ ਗੱਲ ਕੀਤੀ ਹੈ ਕਿ ਇਹ ਜਿਹੜੀ ਆਪਣੀ ਜਿਹੜੀ ਉਹਨਾਂ ਦੀ ਰਚਨਾ ਹੈਗੀ ਹੈ ਨਾ, ਜਿਹੜੀ ਇਹ ਕ੍ਰੀਏਟੀਵਿਟੀ ਹੈ, ਇਹ ਵੈਸੇ ਸਾਡੇ ਜਿਹੜੇ ਕਮਿਊਨਿਟੀ ਵਿੱਚੋਂ ਨਾ ਲੁਪਤ ਹੁੰਦੀ ਜਾ ਰਹੀ ਹੈ। ਕਿ ਪਹਿਲੇ ਜਿਵੇਂ ਮੈਨੂੰ ਯਾਦ ਹੈ, ਜਿਵੇਂ ਮੇਰੇ ਮਾਤਾ ਜੀ ਵੀ, ਮੇਰੇ ਦਾਦੀ ਜੀ ਵੀ ਲਿਖਦੇ ਹੁੰਦੇ ਸਨ। ਜਿਵੇਂ ਅਸੀਂ ਅਗਰ ਭੁਪਿੰਦਰ ਵੀਰ ਜੀ ਦੇ ਮਾਤਾ ਜੀ ਨਾਲ ਵੀ ਅਗਰ ਕਿਸੇ ਨੂੰ ਚਾਂਸ ਮਿਲਿਆ ਹੋਵੇ ਤੇ ਉਹਨਾਂ ਨੇ ਨਾ ਲਿਖਿਆ ਬਹੁਤ ਹੈ, ਉਹਨਾਂ ਦੇ ਪੋਇਮਸ, ਕੁਝ ਉਹਨਾਂ ਦੀਆਂ ਆਪਣੀਆਂ ਪੋਇਮਸ, ਕੁਝ ਉਹਨਾਂ ਨੇ ਜਿਹੜੀਆਂ ਆਪਣੇ ਜ਼ਮਾਨੇ ਦੇ ਵਿੱਚ ਸੁਣੀਆਂ ਹੋਈਆਂ ਉਹ ਕਵਿਤਾਵਾਂ ਸਾਡੇ ਨਾਲ ਸਾਂਝ ਕੀਤੀਆਂ। ਉਹ ਇੱਕ ਐਸਾ ਸਹਿਜ ਹੀ ਇੱਕ ਐਸਾ ਜੀਵਨ ਜਾਚ ਸਾਨੂੰ ਦਿੰਦੀਆਂ ਨੇ ਨਾ ਕਿ ਸਿੱਧੀ ਮਨ ਤੇ ਟਕੋਰ ਹੁੰਦੀ ਹੈ। ਸੋ ਅਸੀਂ ਵੀ ਕੋਸ਼ਿਸ਼ ਕਰੀਏ ਕਿ ਕੁਝ ਲਿਖੀਏ, ਕੁਝ ਪੜ੍ਹੀਏ, ਤਾਂ ਹੀ ਤਾਂ ਅਸੀਂ ਕੁਝ ਸਾਂਝ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਮਨਜੀਤ ਭੈਣ ਜੀ ਦਾ, ਵਿੰਦਰੀ ਭੂਆ ਜੀ ਦਾ, ਚੰਦ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਸੁਚੱਜੇ ਢੰਗ ਨਾਲ ਸ਼ੇਅਰਿੰਗ ਕੀਤੀ ਹੈ। ਸੋ ਅਸੀਂ ਹੁਣ ਥੋੜਾ ਅੱਗੇ ਚੱਲਦੇ ਹਾਂ। ਸਾਡੇ ਕੋਲ ਹੁਣ ਵਾਈਂਡ ਅਪ ਕਰਨ ਦਾ ਵੀ ਟਾਈਮ ਆ ਰਿਹਾ। ਸਾਡੇ ਨਾਲ ਰਿੰਪਲ ਭੈਣ ਜੀ ਵੀ ਹੈਗੇ ਨੇ। ਰਿੰਪਲ ਭੈਣ ਜੀ, ਅਗਰ ਆਪ ਜੀ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਯੂ ਆਰ ਮੋਸਟ ਵੈਲਕਮ, ਪਲੀਜ਼ ਸ਼ੇਅਰ ਵਿਦ ਅਸ। ਰਿੰਪਲ ਭੈਣ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਟੁਡੇ ਆਈ ਐਮ ਜਸਟ ਲਿਸਨਰ। ਸੋ ਬਹੁਤ ਅੱਛਾ ਲੱਗਿਆ ਅੱਜ ਮੈਨੂੰ ਸੁਣ ਕੇ। ਵੀਰ ਜੀ ਦਾ ਥੋੜਾ ਜਿਹਾ ਸੁਣਿਆ, ਨਾਲ ਨਾਲ ਮੈਂ ਕਲਾਸ ਲੈ ਰਹੀ ਸੀ, ਆਮ ਸੌਰੀ ਇਨ ਬਿਟਵੀਨ, ਪਰ ਜਿੰਨਾ ਸੁਣਿਆ ਵੀਰ ਜੀ ਦਾ, ਭੂਆ ਜੀ ਦਾ, ਬਹੁਤ ਹੀ ਅੱਛਾ ਲੱਗ ਰਿਹਾ ਹੈ ਕਿ we can see the transformation। ਸੋ ਜਿਹਨੂੰ ਕਹਿੰਦੇ ਫਰਟਾਈਲ ਲੈਂਡ ਅਸੀਂ ਤਿਆਰ ਕਰ ਰਹੇ ਹਾਂ। ਸੋ ਅਗੇਨ ਜਿਵੇਂ ਭੂਆ ਜੀ ਨੇ ਕਿਹਾ, we are really blessed to be living treasure। ਵੀਰ ਜੀ ਦੇ ਪੁੱਕਾ ਦਾ ਤੇ ਮੇਰੇ ਕੋਲ ਕੋਈ ਵਰਡ ਨਹੀਂ ਹੈ, ਵੀਰ ਜੀ ਕਹਿ ਰਹੇ ਹਨ ਉਹ ਤੇ ਐਸਾ ਖਜ਼ਾਨਾ ਕਿ ਸਾਰਾ ਦੇ ਜੀਵਨ ਦੀ ਜਾਂਚ ਬਦਲ ਰਿਹਾ। ਔਰ ਭੂਆ ਜੀ ਦੇ ਅਗੇਨ ਥੈਂਕ ਕਿ ਅਸੀਂ ਸਾਰੇ ਇੱਕ ਪਰਿਵਾਰ ਮਿਲ ਕੇ ਅਸੀਂ ਆਪਣੀ ਸਮਤਲ ਧਰਤੀ ਨੂੰ ਅਸੀਂ ਫਰਟਾਈਲ ਲੈਂਡ ਤਿਆਰ ਕਰ ਰਹੇ ਹਾਂ, ਤਾਂ ਕਿ ਅਸੀਂ ਚੰਗੇ ਸੀਡ ਅਸੀਂ ਜੋ ਹੈ ਸਾਡੇ ਬੀਜ ਅਸੀਂ ਪਾਈਏ, ਤਾਂ ਕਿ ਚੰਗਾ ਫਲ ਅਸੀਂ ਪ੍ਰਾਪਤ ਕਰੀਏ। ਸੋ ਅਗੇਨ ਵਾਂਸ ਅਗੇਨ ਥੈਂਕ ਯੂ ਟੂ एवरीवन। ਥੈਂਕ ਯੂ ਸੋ ਮਚ ਰਿੰਪਲ ਭੈਣ ਜੀ, ਥੈਂਕ ਯੂ ਸੋ ਮਚ। ਸਾਡੇ ਨਾਲ ਹਰਪ੍ਰੀਤ ਵੀਰ ਜੀ ਵੀ ਹੈਗੇ ਨੇ ਤੇ ਵੀਰ ਜੀ ਕੁਝ ਸ਼ੇਅਰ ਕਰਨਾ ਚਾਹੁੰਦੇ ਨੇ। ਜੀ ਵੀਰ ਜੀ। ਵੀਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਇੱਕ ਵਾਰੀ ਲੀਵ ਕਰਕੇ ਜੁਆਇਨ ਕਰੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਬੋਲੋ ਵੀਰ ਜੀ। ਹਰਪ੍ਰੀਤ ਜੀ। ਨਹੀਂ ਆ ਰਹੀ ਵੀਰ ਜੀ, ਇਹਨਾਂ ਦੀ ਆਵਾਜ਼ ਵੀ ਨਹੀਂ ਆ ਰਹੀ। ਵੀਰ ਜੀ ਇੱਕ ਵਾਰੀ ਮੀਟਿੰਗ ਲੀਵ ਕਰੋ, ਅਗੇਨ ਕਦ ਆ ਜਾਏਗੀ। ਹਰਪ੍ਰੀਤ ਜੀ, ਤੇਜ ਵੀਰ ਜੀ, ਤਦ ਤੱਕ ਤੁਸੀਂ ਅਨਮਿਊਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਸ ਇੱਕ ਪੁਆਇੰਟ ਆ ਰਿਹਾ ਸੀਗਾ ਖਿਆਲ ਵਿੱਚ ਕਿ ਜਿਹੜੇ ਅੱਜ ਸਾਰੇ ਪੁਆਇੰਟ ਸ਼ੇਅਰ ਹੋਏ, ਸਮਤਲ ਧਰਤੀ ਇਟ ਇਜ਼ ਆਨਗੋਇੰਗ ਪ੍ਰੋਸੈਸ। ਹਰ ਰੋਜ਼ ਮੇਰੇ ਲਈ ਨਵੇਂ ਚੈਲੰਜਸ ਨੇ। ਐਵਰੀ ਡੇ ਇਜ਼ ਡਿਫਰੈਂਟ ਫॉर ਮੀ, ਤੇ ਹਰ ਰੋਜ਼ ਹੀ ਮੈਂ ਮਿਹਨਤ ਕਰਨੀ ਹੈ ਕਿ ਮੈਂ ਉਸ ਰੱਬ ਦੀ ਆਵਾਜ਼ ਨੂੰ ਸੁਣਨਾ ਹੈ, ਤੇ ਸੁਣ ਕੇ ਮੈਂ ਐਫਰਟਸ ਕਰਨੇ ਨੇ ਕਿ ਅੱਜ ਮੈਂ ਆਪਣੇ ਦਿਨ ਨੂੰ ਕਿਵੇਂ ਇੱਕ ਬੈਲੈਂਸ ਦਿਨ ਦੀ ਤਰ੍ਹਾਂ ਜੀ ਸਕਦਾ। ਸੋ ਆਈ ਥਿੰਕ ਮਤਲਬ ਐਸਾ ਮੈਨੂੰ ਲੱਗਦਾ ਹੈ ਸਾਨੂੰ ਨਹੀਂ ਐਵੇਂ ਸੋਚਣਾ ਚਾਹੀਦਾ ਕਿ ਹਾਂ ਇੱਕ ਵਾਰ ਮੈਂ ਬੈਲੈਂਸ ਕਰ ਲਿਆ ਤੇ ਦੈਟਸ ਇਟ। ਜਿੱਦਾਂ ਅਸੀਂ ਸਮਝਿਆ ਕਿ ਅਸੀਂ ਸਿੱਖ ਰਹੇ ਹਾਂ। So every day it's a new battle we have to fight. So every day there are new situations. So likewise जो टोए टिब्बे लाने ਦੀ exercise है, it is an ongoing thing। हर रोज हर पल मैं efforts करने ने कि हाँ, क्योंकि बड़े सारे occasions ਹੁੰਦੇ ਨੇ ਅਸੀਂ ਆਫਿਸ ਆ ਕੰਮ ਚਾਂ ਜਿੱਥੇ ਵੀ ਹਾਂ ਆਸ-ਪਾਸ ਬਹੁਤ ਵਾਰੀ ਲੋਕ
ਮੇਰੇ ਮੁਤਾਬਿਕ ਮੇਰੇ ਅਗੇਂਸਟ ਗੱਲ ਕਰਦੇ ਨੇ, ਜਿਹੜੀ ਮੇਰੇ ਲਾਈਵਨ ਹੁੰਦੀ ਹੈ ਬਟ ਮੇਰੇ ਮਤਲਬ ਐਕਸਪੈਕਟੇਸ਼ਨ ਦੇ ਅਕੋਰਡਿੰਗ ਨਹੀਂ ਹੁੰਦੀ। ਸੋ ਉਹਨਾਂ ਨੂੰ ਸੁਣ ਕੇ ਫਿਰ ਉਹਦੇ ਅਕੋਰਡਿੰਗਲੀ ਆਪਣੇ ਆਪ ਨੂੰ ਐਡਜਸਟ ਕਰਕੇ ਮੂਵ ਕਰਨਾ। ਸੋ ਦਿਸ ਇਜ਼ ਆਲ ਪਾਰਟ ਆਫ ਟੋਏ ਟਿੱਬੇ ਲਾਣਾ। ਸੋ ਇਹ ਮੈਨੂੰ ਲੱਗਦਾ ਸੀ ਇੱਕ ਪੁਆਇੰਟ ਹੈਗਾ ਕਿ ਮਤਲਬ ਸਾਨੂੰ ਰੋਜ਼ ਹੀ ਮਿਹਨਤ ਕਰਨੀ ਹੈ, ਹਰ ਪਲ ਮਿਹਨਤ ਕਰਨੀ ਹੈ ਕਿ ਮੈਂ ਥੱਕਣਾ ਇਹ ਨਹੀਂ ਮਹਿਸੂਸ ਕਰਨਾ ਕਿ ਯਾਰ ਹੋ ਗਿਆ, ਨਹੀਂ। ਸੋ ਇਟ ਇਜ਼ ਐਨ ਐਕਸਰਸਾਈਜ਼। ਜਿੱਦਾਂ ਅਸੀਂ ਪੜ੍ਹਦੇ ਹਾਂ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਉਹ ਦਿਲ ਹਰ ਰੋਜ਼ ਕਹਿ ਰਹੇ ਨਾ ਪਾਤਸ਼ਾਹ ਉੱਥੇ ਵੀ, ਏਦਾਂ ਹੀ ਇਹ ਵੀ ਹਰ ਰੋਜ਼ ਕਰਨ ਦੀ ਗੱਲ ਹੈ ਕਿ ਹਾਂ ਹਰ ਰੋਜ਼ ਮੈਂ ਟੋਏ ਟਿੱਬੇ ਲਾਣੇ ਹੈ। ਹਰ ਰੋਜ਼ ਮੈਂ ਆਪਣੇ ਆਪ ਨੂੰ ਕੁਐਸਚਨ ਕਰਨਾ ਹੈ ਕਿ ਭਾਵੇਂ ਰਾਤੀ ਸੌਣ ਵੇਲੇ ਆਪ ਕੁਐਸਚਨ ਕਰਨਾ ਹੈ ਕਿ ਹਾਂ ਅੱਜ ਪੂਰੇ ਦਿਨ ਵਿੱਚ ਕਿਹੜੇ ਕਿਹੜੇ ਟੋਏ ਮਿਲੇ, ਕਿ ਮੈਂ ਉਹਨਾਂ ਨੂੰ ਟਿੱਬਾ ਬਣਾ ਸਕਿਆ, ਉਹ ਸਮਤਲ ਭੂਮੀ ਬਣਾ ਸਕਿਆ। ਸੋ ਆਈ ਥਿੰਕ ਦਿਸ ਵੇ ਜਦੋਂ ਅਸੀਂ ਆਪਣੇ ਆਪ ਨਾਲ ਡਾਇਲੌਗ ਕਰਾਂਗੇ ਤਾਂ ਕਾਫੀ ਬੈਟਰ ਲੱਗੇਗਾ। ਐਂਡ ਇਵੈਂਚੁਅਲੀ ਸਾਡੀ ਇੱਕ ਆਦਤ ਬਣ ਜਾਏਗੀ ਕਿ ਹਰ ਵੇਲੇ ਅਸੀਂ ਆਪਣੇ ਹਰ ਐਕਸ਼ਨ ਨੂੰ ਇਸ ਤਰੀਕੇ ਨਾਲ ਆਪਣੀ ਸੋਚ ਨੂੰ ਹੋਰ ਪ੍ਰਫੁੱਲਤਾ ਦੇ ਸਕਾਂਗੇ ਤੇ ਰੱਬੀ ਗੁਣਾਂ ਨੂੰ ਹੋਰ ਸੋਹਣੀ ਤਰ੍ਹਾਂ ਜੀ ਸਕਾਂਗੇ। ਇਹ ਪੁਆਇੰਟ ਮੈਨੂੰ ਆ ਰਿਹਾ ਸੀ ਜੋ ਮੈਂ ਸ਼ੇਅਰ ਕਰਨਾ ਚਾਹੁੰਦਾ ਸੀ। ਥੈਂਕ ਯੂ ਤੇਜਵੀਰ ਵੀਰ ਜੀ, ਆਪ ਜੀ ਨੇ ਜੋ ਗੱਲ ਕੀਤੀ ਹੈ ਬਹੁਤ ਬਾ ਕਮਾਲ ਹੈ ਕਿ ਅੱਜ ਦਾ ਦਿਨ ਜਿਹੜਾ ਹੈ ਉਸ ਨੂੰ ਮੈਂ ਕਿਵੇਂ ਸਵਾਰਾਂ। ਔਰ ਸਾਡੇ ਨਾਲ ਹਰਪ੍ਰੀਤ ਵੀਰ ਜੀ ਜੁੜ ਚੁੱਕੇ ਨੇ। ਐਕਚੁਅਲੀ ਮੈਂ ਇੱਕ ਗੱਲ ਸੋਚ ਰਿਹਾ ਸੀ, ਮੈਨੂੰ ਇੱਕ ਬੜੀ ਪੁਰਾਣੀ ਇੱਕ ਆਇਰਨੀ ਯਾਦ ਆ ਗਈ ਕਿ ਅਸੀਂ ਮਤਲਬ ਟੋਏ ਟਿੱਬੇ ਲਾ ਕਿਉਂ ਨਹੀਂ ਪਾਉਂਦੇ, ਕਿਉਂਕਿ ਅਸੀਂ ਲਾਈਫ ਵਿੱਚ ਆਪ ਵੀ ਕਨਫਿਊਜ਼ ਹੁੰਦੇ ਆ ਤੇ ਹੋਰਾਂ ਨੂੰ ਵੀ ਕਨਫਿਊਜ਼ ਕਰਦੇ ਆ। ਤੇ ਇੱਕ ਬੰਦਾ ਨਾ ਭੇਡਾਂ ਚਰਾ ਰਿਹਾ ਹੁੰਦਾ ਹੈ ਤੇ ਉਹਦੇ ਨੇੜੇ ਕੋਈ ਬੰਦਾ ਲੰਘਦਾ ਹੈ ਤੇ ਕਹਿੰਦਾ ਸ਼ਾਹ ਜੀ ਭੇਡਾਂ ਤੁਹਾਡੀਆਂ ਨੇ? ਕਹਿੰਦਾ ਕਿਹੜੀਆਂ, ਕਾਲੀਆਂ ਕਿ ਚਿੱਟੀਆਂ? ਕਹਿੰਦੀਆਂ ਕਾਲੀਆਂ। ਕਹਿੰਦਾ ਹੈ ਤੇ ਮੇਰੀਆਂ ਹੀ ਨੇ। ਕਿਤੇ ਕਹਿੰਦਾ ਚਿੱਟੀਆਂ? ਕਹਿੰਦਾ ਉਹ ਵੀ ਮੇਰੀਆਂ ਨੇ। ਕਹਿੰਦਾ ਅੱਛਾ। ਕਹਿੰਦਾ ਭਾਈ ਸਾਹਿਬ ਜੀ ਇਹ ਇਹਨਾਂ ਤੋਂ ਰੂਹ ਕਿੰਨਾ ਉਤਰ ਆਉਂਦਾ? ਕਹਿੰਦਾ ਕਿਹਨਾਂ ਕੋਲੋਂ, ਕਾਲੀਆਂ ਕੋਲੋਂ ਕਿ ਚਿੱਟੀਆਂ ਕੋਲੋਂ? ਕਹਿੰਦਾ ਕਾਲੀਆਂ ਕੋਲੋਂ ਉਤਰ ਆਉਂਦਾ ਕੋਈ ਮਹੀਨੇ ਦਾ 2 ਕਿਲੋ 3 ਕਿਲੋ। ਤੇ ਕਹਿੰਦਾ ਚਿੱਟੀਆਂ ਕੋਲੋਂ? ਕਹਿੰਦਾ ਉਹਦੇ ਕੋਲੋਂ ਵੀ 2-3 ਕਿਲੋ ਹੈ। ਕਹਿੰਦਾ ਇਹਦੇ ਵਿੱਚ ਫਰਕ ਕੀ ਹੈ? ਕਹਿੰਦਾ ਕਿਹਨਾਂ ਵਿੱਚੋਂ, ਕਾਲੀਆਂ ਕੋਲੋਂ ਚਿੱਟੀਆਂ ਕੋਲੋਂ? ਕਹਿੰਦਾ ਹਾਂ ਕਾਲੀਆਂ ਕੋਲੋਂ। ਕਹਿੰਦਾ ਇਹਨਾਂ ਇਹ ਨਾ ਸਾਲ ਵਿੱਚ ਮਤਲਬ ਕਿ 3 ਬੱਚੇ ਦਿੰਦੀਆਂ ਨੇ। ਕਹਿੰਦਾ ਅੱਛਾ। ਤੇ ਕਹਿੰਦਾ ਚਿੱਟੀਆਂ ਕਿ ਦਿੰਦੀਆਂ ਵੀ 3 ਨੇ। ਕਹਿੰਦਾ ਭਾਈ ਸਾਹਿਬ ਫਰਕ ਕੀ ਹੈਗਾ ਇਹਨਾਂ ਦੋਨਾਂ ਵਿੱਚ? ਕਹਿੰਦਾ ਕਿਹਨਾਂ ਵਿੱਚ, ਕਾਲੀਆਂ ਕਿ ਚਿੱਟੀਆਂ ਵਿੱਚ? ਕਹਿੰਦਾ ਦੋਨਾਂ ਵਿੱਚੋਂ ਕੀ ਫਰਕ ਹੈ ਦੋਨਾਂ ਵਿੱਚ? ਕਹਿੰਦਾ ਹੈ ਕਿ ਕਾਲੀਆਂ ਵਿੱਚ ਕਿੰਨੇ ਕੁ ਦੂਰ ਤੱਕ ਹੈ ਤੁਸੀਂ ਇਹਨਾਂ ਨੂੰ ਘੁਮਾ ਲਿਆਂਦੇ ਹੋ। ਕਹਿੰਦੇ ਕਿਹਨਾਂ ਨੂੰ, ਕਾਲੀਆਂ ਚਿੱਟੀਆਂ ਨੂੰ? ਕਹਿੰਦਾ ਚਿੱਟੀਆਂ ਵੀ ਤੁਰ ਲੈਂਦੀਆਂ ਨੇ, ਕਾਫੀ ਤੁਰ ਲੈਂਦੀਆਂ ਨੇ। ਤੇ ਕਹਿੰਦੇ ਕਾਲੀਆਂ? ਕਹਿੰਦੇ ਤੁਰਿਆ ਵੀ ਬਹੁਤ ਲੈਂਦੀਆਂ ਨੇ। ਕਹਿੰਦਾ ਮੈਂ ਇਹਨਾਂ ਨੂੰ ਨਾ ਦੋਨਾਂ ਨੂੰ ਗੋਲੀ ਮਾਰ ਦਾਂਗਾ। ਕਹਿੰਦੇ ਕਿਹਨਾਂ ਨੂੰ? ਕਹਿੰਦੇ ਕਾਲੀਆਂ ਕਿ ਚਿੱਟੀਆਂ ਨੂੰ? ਮਤਲਬ ਉਹਦੇ ਵਿੱਚ ਉਹ ਆਪ ਹੀ ਇੰਨਾ ਕਨਫਿਊਜ਼ ਹੁੰਦਾ ਹੈ ਔਰ ਦੂਸਰਿਆਂ ਨੂੰ ਵੀ ਕਨਫਿਊਜ਼ ਕਰਦਾ ਹੈ। ਮਤਲਬ ਕਿ ਉਹਨੂੰ ਆਪ ਹੀ ਕਲੈਰਿਟੀ ਨਹੀਂ ਹੁੰਦੀ ਕਿ ਵੀ ਦੋਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਸਿਰਫ ਰੰਗ ਦੇ ਇਲਾਵਾ। ਪਰ ਉਹ ਆਪ ਹੀ ਕਨਫਿਊਜ਼ ਹੋ ਰਿਹਾ ਸੀ, ਹੋਰਾਂ ਨੂੰ ਵੀ ਕਨਫਿਊਜ਼ ਕਰ ਰਿਹਾ ਸੀ। ਉਹਨੂੰ ਇਹ ਫਰਕ ਨਹੀਂ ਪਤਾ ਕਿ ਕਾਲੀਆਂ ਔਰ ਚਿੱਟੀਆਂ ਵਿੱਚ ਕੀ ਫਰਕ ਹੈ। ਤੇ ਮਤਲਬ ਮੈਨੂੰ ਇੱਕ ਵੈਸੀ ਆਇਰਨੀ ਯਾਦ ਆ ਰਹੀ ਸੀ, ਮੈਂ ਕਿਹਾ ਸ਼ੇਅਰ ਕਰਾਂ ਸਾਰਿਆਂ ਨਾਲ। ਵਾਹਿਗੁਰੂ ਜੀ ਕਾ ਖਾਲਸਾ। ਸੋ ਇਹਦਾ ਸ਼ਾਇਦ ਮੈਨੂੰ ਵੀ ਜਰਾ ਪਿਕ ਅਪ ਕਰਨੀ ਨਾ ਆਈ ਹੋਏ। ਹਾਂਜੀ ਹਾਂਜੀ, ਮੈਂ ਵੀਡੀਓ ਵੀ ਦੇਖੀ ਇਹਦੀ, ਬਹੁਤ ਵਧੀਆ ਸੀਗੀ। ਤੇ ਉਹ ਮਤਲਬ ਭੇਡਾਂ ਦੋਨੋਂ ਹੀ ਉਹਦੀਆਂ ਹੁੰਦੀਆਂ ਨੇ ਤੇ ਉਹ ਬਾਰ-ਬਾਰ ਸਵਾਲ ਪੁੱਛਦਾ ਰਹਿੰਦਾ ਕਿ ਕਿਹੜੀ ਆ, ਕਾਲੀਆਂ ਕਿ ਚਿੱਟੀਆਂ? ਤੇ ਸੌਂਦੀਆਂ ਕਿੱਥੇ ਨੇ? ਕਹਿੰਦੇ ਕਿ ਕਿਹੜੀ, ਕਾਲੀ ਕਿ ਚਿੱਟੀ? ਕਹਿੰਦੀ ਕਾਲੀ ਤੇ ਮੇਰੇ ਕਮਰੇ 'ਚ ਸੌਂਦੀ ਹੈ। ਕਹਿੰਦੇ ਚਿੱਟੀ ਉਹ ਵੀ ਮੇਰੇ ਕਮਰੇ 'ਚ ਸੌਂਦੀ ਹੈ। ਦੋਨੋਂ ਹੀ ਮੇਰੀਆਂ ਨੇ। ਮਤਲਬ ਬਹੁਤ ਹੀ ਅੱਛਾ ਬਾ ਕਮਾਲ ਤੁਸੀਂ ਜਿਹੜੀ ਉਹ ਐਨੈਕਟ ਕਰਕੇ ਵੀ ਦਿਖਾਇਆ ਔਰ ਜਿਹੜੀ ਉਹ ਕਨਵਰਸੇਸ਼ਨ ਸੁਣਾਈ ਹੈ ਤੁਸੀਂ, ਬਹੁਤ ਹੀ ਵਧੀਆ। ਮਤਲਬ ਉਹਦੇ ਵਿੱਚ ਆਇਰਨੀ ਨਿਕਲ ਕੇ ਆਉਂਦੀ ਹੈ ਕਿ ਬਈ ਉਹ ਕਨਫਿਊਜ਼ਨ ਹੈ ਉਹਦੀ, ਮਤਲਬ ਕਨਫਿਊਜ਼ਨ ਕਰਕੇ ਉਹ ਦੂਸਰੇ ਨੂੰ ਵੀ ਕਨਫਿਊਜ਼ ਕਰ ਰਹੇ ਤੇ ਆਪ ਵੀ ਕਨਫਿਊਜ਼ ਹੋ ਰਹੇ। ਆਪ ਵੀ ਕਨਫਿਊਜ਼ ਹੈ, ਆਪ ਵੀ ਕਨਫਿਊਜ਼ ਹੈ, ਦੂਸਰੇ ਨੂੰ ਵੀ ਕਨਫਿਊਜ਼ ਕਰ ਰਿਹਾ। ਰਾਈਟ, एग्जैक्टली। सो थैंक यू सो मच हरप्रीत ਵੀਰ ਜੀ। ਔਰ ਥੈਂक्स अ लॉट। हाँ जी, और आप ਸਾਰਿਆਂ ਦਾ ਵੀ ਥੈਂਕਸ ਜਿਨ੍ਹਾਂ ਨੇ ਸ਼ੇਅਰਿੰਗ ਕੀਤੀ, ਜਿਨ੍ਹਾਂ ਦੇ ਵਿੰਦਰ ਭੂਆ ਜੀ, ਰਿੰਪਲ ਭੈਣ ਜੀ, ਜੁਝਾਰ ਵੀਰ ਜੀ ਆਏ ਸੀਗੇ, ਤੇਜਵੀਰ ਵੀਰ ਜੀ, ਚਾਂਦ ਸਿੰਘ ਜੀ,
ਔਰ ਮੈਸੇਜ ਵਿੱਚ ਜਿਹੜਾ ਅਰਵਿੰਦਰ ਭੈਣ ਜੀ ਨੇ ਲਿਖਿਆ ਕਿ 4 ਤਰ੍ਹਾਂ ਦੇ ਜਿਹੜੇ ਭੂਆ ਜੀ ਨੇ ਜਿਹੜੇ ਦੱਸੇ ਸੀਗੇ ਉਹ ਉਹਨਾਂ ਨੇ ਚੈਟ ਦੇ ਵਿੱਚ ਲਿਖ ਕੇ ਵੀ ਸਾਰਿਆਂ ਵਾਸਤੇ ਸ਼ੇਅਰ ਕੀਤਾ ਹੈ। ਸੋ ਜਿਹੜੀ ਚੈਟ ਹੈ ਉਹ ਵੀ ਆਪ ਜੀ ਇੱਕ ਵਾਰੀ ਪੜ੍ਹ ਸਕਦੇ ਹੋ। ਉਹਦੇ ਵਿੱਚ 4 ਤਰ੍ਹਾਂ ਦੇ ਜਿਹੜੇ ਕੌਨਸ਼ੀਅਸ, ਸਬਕੌਨਸ਼ੀਅਸ, ਸੁਪਰ ਕੌਨਸ਼ੀਅਸ, ਜਿਹੜਾ ਸਾਡਾ ਅਨਕੌਨਸ਼ੀਅਸ ਮਾਈਂਡ ਹੈ, ਉਹ ਸਾਰਾ ਜਿਹੜਾ 4 ਤਰ੍ਹਾਂ ਦੀ ਫੈਕਲਟੀ ਸਾਡੇ ਮਨ ਤੇ ਕੰਮ ਕਰਦੀਆਂ ਨੇ। ਅਰਵਿੰਦਰ ਭੈਣ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਗੁਰਮੇਲ ਸਿੰਘ ਜੀ, ਉਹਨਾਂ ਨੇ ਸਵਾਲ ਪੁੱਛਿਆ ਸੀਗਾ ਨਿਰਧਨ ਆਦਰ ਕੋਈ ਨਾ ਦੇ। ਉਹਦਾ ਜਿਹੜਾ ਵੀਰ ਜੀ ਨੇ ਜਿਹੜਾ ਪ੍ਰੋਗਰਾਮ ਕੀਤਾ ਹੋਇਆ ਫੁੱਲ ਫਲੈਜ, ਉਹ YouTube ਤੇ ਅਵੇਲੇਬਲ ਹੈਗਾ। ਉਹਦਾ ਲਿੰਕ ਵੀ ਜਿਹੜਾ ਹੈ ਉਹ ਚੈਟ ਬਾਕਸ ਦੇ ਵਿੱਚ ਆਪ ਜੀ ਦੇਖ ਸਕਦੇ ਹੋ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਧਰੇ। ਸਾਡੀ ਕਈ ਵਾਰੀ ਪ੍ਰੈਜ਼ੰਪਸ਼ਨਸ ਇੰਨੀਆਂ ਹੁੰਦੀਆਂ ਸੀ, ਪੁਰਾਣੇ ਸੁਣੇ ਹੋਏ ਜਿਹੜੇ ਅਰਥ ਹੁੰਦੇ ਨੇ, ਜਾਂ ਅਸੀਂ ਜਿਹੜੀ ਆਮ ਜਿਹੜੀ ਬੋਲਚਾਲ ਹੈ ਉਹਦੇ ਅਨੁਸਾਰ ਜਿਹੜੇ ਅਸੀਂ ਅਰਥ ਸਮਝਦੇ ਹਾਂ, ਉਹਨੂੰ ਉਹਦੇ ਅਗੇਂਸਟ ਜਿਹੜੀ ਗੁਰਬਾਣੀ ਦੇ ਜਿਹੜੇ ਅੰਦਰੂਨੀ ਭਾਵ ਅਰਥ ਨੇ, ਜਿਹੜੇ ਗੁਰਬਾਣੀ ਦੇ ਵਿੱਚੋਂ ਹੀ ਨਿਕਲ ਰਹੇ ਨੇ, ਉਸ ਲਹਿਜ਼ੇ ਵਿੱਚ ਸਮਝਣਾ ਜਿਹੜਾ ਹੋ ਸਕਦਾ ਕਈ ਵਾਰੀ ਸਾਨੂੰ ਟਾਈਮ ਲੱਗ ਜਾਏ। ਉਹਦੇ ਲਈ ਟਾਈਮ ਦੇਣਾ ਵੀ ਚਾਹੀਦਾ ਹੈ। ਗੁਰਬਾਣੀ ਅਨੁਸਾਰ ਜਿਹੜੇ ਅਰਥ ਬਣਦੇ ਨੇ ਉਹਨਾਂ ਤੱਕ ਅਸੀਂ ਅਗਰ ਪਹੁੰਚੀਏ, ਉਹਨੂੰ ਅਸੀਂ ਅਡੋਪਟ ਕਰੀਏ ਆਪਣੇ ਜੀਵਨ ਦੇ ਵਿੱਚ, ਅਗਰ ਅਸੀਂ ਉਹਨੂੰ ਢਾਲੀਏ ਔਰ ਉਸ ਅਨੁਸਾਰ ਜੀਵੀਏ, ਤਾਂ ਇਹ ਸਾਡਾ ਜਿਹੜਾ ਗੁਰਬਾਣੀ ਪੜ੍ਹਨਾ ਜਿਹੜਾ ਹੈ ਸਕਾਰਤ ਹੋ ਸਕਦਾ ਹੈ। ਸਾਡੀ ਜੀਵਨ ਜਾਚ ਜਿਹੜਾ ਖਜ਼ਾਨਾ ਹੈ ਅਸੀਂ ਉਹਨੂੰ ਮਾਣ ਸਕਦੇ ਹਾਂ। ਸੋ ਇਸੇ ਤਰ੍ਹਾਂ ਆਪ ਜੀ ਹਰ ਹਫਤੇ ਮਿਲੋ, ਕੁਛ ਨਾ ਕੁਛ ਸ਼ੇਅਰ ਕਰੋ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਅਸੀਂ ਇਜਾਜ਼ਤ ਲੈਂਦੇ ਹਾਂ, ਅਗਲੇ ਹਫਤੇ ਫਿਰ ਮਿਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।